आपदा कीता ਉਹਦਾ ਇੱਕੋ ਇੱਕ ਕਾਰਨ ਆ ਵੀ ਇਸ ਸਰਕਾਰ 'ਚ ਕੋਈ ਤਾਲਮੇਲ ਨਹੀਂ ਸੀ। ਮੁੱਖ ਮੰਤਰੀ ਆਪਣੇ ਮੰਤਰੀਆਂ ਨੂੰ ਨਹੀਂ ਸੀ ਮਿਲਦਾ। ਅਸੀਂ ਪੈਸੇ ਦਾ ਜੁਗਾੜ ਕਰਨਾ ਹੁੰਦਾ ਸੀ ਕਿਸੇ ਵੀ ਡਿਵੈਲਪਮੈਂਟ ਵਾਸਤੇ। ਸੁਖਬੀਰ ਜੀ ਮੀਟਿੰਗ ਬੁਲਾਉਂਦੇ ਸੀ, ਆਫੀਸਰ ਬੈਠਦੇ ਸੀ, ਮੈਂ ਜਿਹੜੇ ਮੇਨ ਡਿਪਾਰਟਮੈਂਟ ਸੀ ਮਿਨਿਸਟਰਸ ਉਹ ਬੈਠਦੇ ਸੀ। ਅਸੀਂ ਪਲਾਨ ਕਰਦੇ ਸੀ ਪੈਸਾ ਕਿਸ ਤਰ੍ਹਾਂ ਪੈਦਾ ਕਰਨਾ। ਇਹਨਾਂ ਦਾ ਤੁਹਾਨੂੰ ਦੱਸਿਆ ਮੈਂ ਪੈਸ਼ਨ ਵੇਖਿਆ, ਜਨੂਨ ਵੇਖਿਆ। ਇਸੇ ਜਨੂਨ ਦਾ ਸਿੱਟਾ ਅੰਮ੍ਰਿਤਸਰ ਜਿਹੜਾ ਨਾ ਵਰਲਡ ਕਲਾਸ ਸ਼ਹਿਰ ਬਣਿਆ ਸੀ ਵੀ ਆਪਾਂ ਇੰਨੇ ਚਿਰ 'ਚ ਇਹ ਕੰਮ ਮੁਕਾਉਣਾ। ਮੈਨੂੰ ਵੀ ਇਹਨਾਂ ਨੇ ਕਹਿਣਾ ਮੰਤਰੀ ਜੀ ਆਪਾਂ ਇੰਨੇ ਚਿਰ 'ਚ ਕੰਮ ਬਣਾਉਣਾ, ਇਹਦੇ ਟੈਂਡਰਿੰਗ ਕਰੋ, ਇਹਦਾ ਪ੍ਰੋਜੈਕਟ ਦਵਾ ਦਵ ਜੋ ਕਰਨਾ ਕਰੋ, ਇੰਨੀ ਸਪੀਡ। ਅਗਲੇ ਹਫਤੇ ਫਿਰ ਮੀਟਿੰਗ ਜੇ ਇਹ ਸਾਰਾ ਪਲਾਨ ਬਣਿਆ ਹੋਣਾ ਚਾਹੀਦਾ। ਮੈਂ ਵੇਖਿਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਕੋਈ ਪ੍ਰੋਜੈਕਟ ਗਿਆ ਸੈਂਕਸ਼ਨ ਪੈਸਿਆਂ ਦੀ ਹੋ ਗਈ। ਹਜ਼ਾਰਾਂ ਕਰੋੜ ਦੇ ਜਿਹੜੇ ਕੰਮ ਐਵੇਂ ਨਹੀਂ ਹੋਏ। ਇਹ ਤੇ ਸਰਕਾਰ ਰੋਈ ਜਾਂਦੀ ਹੈ ਪੈਸਾ ਨਹੀਂ ਹੈਗਾ, ਪੈਸਾ ਨਹੀਂ ਹੈਗਾ। ਸਾਡੇ ਕੋਲ ਪੈਸੇ ਦੀ ਕਮੀ ਨਹੀਂ ਸੀ, ਕਦੀ ਇੱਧਰੋਂ ਨਾ ਹੀ ਨਹੀਂ ਸੀ। ਤੁਸੀਂ ਵੇਖਿਆ ਕਦੀ ਕੋਈ ਕੰਮ ਰੁਕਿਆ? ਇਹ ਫੋਕਲ ਪੁਆਇੰਟ ਨਰਕ ਹੋ ਗਿਆ। ਅਸੀਂ ਜੋ ਮੂੰਹੋਂ ਕਹਿੰਦੇ ਸੀ ਅੰਮ੍ਰਿਤਸਰ ਵਾਸਤੇ ਉਹ ਉਸੇ ਵੇਲੇ ਹੋ ਜਾਂਦਾ ਸੀ। ਜਿੰਨੇ ਨੇੜੇ MLAs ਮਿਨਿਸਟਰ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਦੇ ਆ ਉਹਨੇ ਅੱਜ ਤੱਕ ਤੁਸੀਂ ਕੋਈ ਨੇੜੇ ਨਹੀਂ ਵੇਖੇ ਹੋਣਗੇ। ਜਿੰਨੀ ਅਪਰੋਚੇਬਲ ਲੀਡਰਸ਼ਿਪ ਮਿਨਿਸਟਰਸ, CM ਸਾਹਿਬ, ਡਿਪਟੀ CM ਲੋਕਾਂ ਦੇ ਆ। ਅਸੀਂ ਅੱਜ ਮੈਂ ਹੁਣੇ ਆਪਾਂ ਮਜੀਠ ਮੰਡੀ ਤੋਂ ਆਏ ਆ। ਅਨਲ ਮਹਿਰਾ ਪ੍ਰਧਾਨ ਆ, ਮੈਨੂੰ ਯਾਦ ਆ ਉਹਨੇ ਆਪ ਮੂੰਹੋਂ ਦੱਸਿਆ, ਯਾਦ ਕਰਾਇਆ। ਆਂਦਾ ਮੈਂ ਫੋਨ ਕੀਤਾ ਜੀ ਆ ਸਾਡੇ ਮਸਾਲਿਆਂ ਦੇ ਉੱਤੇ ਵੈਟ ਲੱਗਣਾ, ਸਾਡਾ ਵੈਟ ਜਣਾ ਬਜਟ ਦੇ ਵਿੱਚ ਇੰਨਾ ਇੰਨਾ ਕਟਵਾ ਦਿਓ। ਮੈਂ ਸੁਖਬੀਰ ਜੀ ਨਾਲ ਗੱਲ ਕੀਤੀ, ਮੈਂ ਕਿਹਾ ਜੀ ਆਉਂਦੇ ਵੈਟ, ਆਂਦੇ ਕੋਈ ਗੱਲ ਨਹੀਂ ਆਪਾਂ ਘਟਾ ਦਾਂਗੇ। ਮੈਂ ਉਤਸ਼ਾਹ ਦੇ ਵਿੱਚ ਵੇਖੋ ਪੋਜ਼ਿਟਿਵ ਅਪਰੋਚ, ਪੋਜ਼ਿਟਿਵ ਐਟੀਟਿਊਡ। ਮੈਂ ਉਤਸ਼ਾਹ 'ਚ ਮੈਂ ਅਨਿਲ ਮਹਿਰਾ ਨੂੰ ਕਹਾ, ਮੈਂ ਕਿਹਾ ਹੋ ਜੂ ਜੋ ਜੋ ਤੂੰ ਕਿਹਾ ਹੋ ਜੂਗਾ। ਜਿੰਨੇ ਤੋਂ 12 ਤੋਂ 4 ਕਿਹਾ 4 ਹੋ ਜੂ, 5 ਤੋਂ 2 ਕਿਹਾ 2 ਹੋ ਜੂ। ਮੈਂ ਉਤਸ਼ਾਹ 'ਚ ਉਹਨੂੰ ਕਿਹਾ, ਮੈਂ ਕਿਹਾ ਐਂ ਕਰ ਇੱਕ ਚੀਜ਼ ਉਹ ਦੱਸ ਜਿਹੜੀ ਫਰੀ ਕਰ ਦਈਏ। ਅੱਜ ਤੱਕ ਦੇ, ਅੱਜ ਅਨਿਲ ਮਹਿਰਾ ਨੇ ਕਿਹਾ ਵੀ ਅੱਜ ਤੱਕ ਦੇ ਇਤਿਹਾਸ ਕਦੀ ਵੀ ਇੱਕ ਵੀ ਚੀਜ਼ ਜ਼ੀਰੋ ਵੈਟ ਨਹੀਂ ਹੋਈ। ਮੈਨੂੰ ਆਂਦੇ ਫਿਰ ਐਂ ਕਰੋ ਹਲਦੀ ਫਰੀ ਕਰਾ ਦਿਓ। ਮੈਂ ਉਹਨਾਂ ਨੂੰ ਕਿਹਾ ਹਲਦੀ ਫਰੀ ਕਰ ਦਿਓ ਜੀ। ਆਂਦੇ ਹੋ ਗਈ। ਬਜਟ ਦੇ ਵਿੱਚ ਕਹਿਤਾ, ਅਨਾਉਂਸ ਕਰਤਾ। ਇਹ ਇਤਿਹਾਸ ਆ। ਕਲੱਬਾਂ ਦੇ ਗਏ, ਕਲੱਬਾਂ ਵਾਲੇ ਆਏ। ਮੈਂ CM ਸਾਹਿਬ ਹਾਊਸ ਦੇ ਵਿੱਚ ਵਿਧਾਨ ਸਭਾ CM ਸਾਹਿਬ ਨੂੰ ਮੈਂ ਰੋਕ ਲਿਆ ਬਾਹਰ ਵਿਧਾਨ ਸਭਾ ਨੇ। ਮੈਂ ਕਿਹਾ ਜੀ ਆਏ ਆ ਇਹਨਾਂ ਦਾ ਕੰਮ ਕਰਨਾ। ਸੁਖਬੀਰ ਜੀ ਨਾਲ ਮੀਟਿੰਗ ਕਰਾਈ, ਉਹਨਾਂ ਨਾਲ ਮੀਟਿੰਗ। ਕਲੱਬ ਉੱਥੇ ਆਨੇ ਤੇ ਕਲੱਬ ਉੱਠੇ ਸੀ, ਟਰੱਕ ਤਿਆਰ ਸੀ ਕਬਜ਼ਾ ਲੈਣ ਵਾਸਤੇ। ਉਹ 3 ਕਲੱਬ ਲਾਈਫਲਾਈਨ ਹੈ ਅੰਮ੍ਰਿਤਸਰ ਦੀ। ਇਹ ਸੰਭਵ ਸੀ ਉਸ ਸਰਕਾਰ 'ਚ ਜਿਹੜੀ ਅਪਰੋਚੇਬਲ ਆ, ਜਿਹਦੇ CM ਨੂੰ, ਡਿਪਟੀ CM ਨੂੰ ਜਦੋਂ ਮਰਜ਼ੀ ਫੋਨ ਕਰੀਏ ਤੇ ਜਾ ਕੇ ਘਰੋਂ ਵੀ ਠਾ ਲਈਏ ਜਾਂ ਗੁੱਟੋਂ ਫੜ ਕੇ ਕੰਮ ਕਰਾ ਲਈਏ। ਇਹ ਮੈਂ ਗਵਾਹ ਇਸ ਗੱਲ ਦਾ। ਫਿਰ ਮੈਂ ਇਸੇ ਕਰਕੇ ਕਿਹਾ ਵੀ ਇਹੀ ਸਰਕਾਰ ਆ ਜਿਹੜੀ ਲੋਕਾਂ ਦੇ ਸੁਪਨੇ ਪੂਰੇ ਕਰ ਸਕਦੀ, ਜਿਹਦਾ ਫੈਸਲਾ ਪੰਜਾਬ 'ਚ ਹੁੰਦਾ। ਇਹ ਕਾਂਗਰਸ ਲੈ ਲਓ, BJP ਲੈ ਲਓ, ਆਮ ਪਾਰਟੀ ਲੈ ਲਓ, ਜਿਨ੍ਹਾਂ ਨੂੰ ਦਿੱਲੀੋਂ ਹੁਕਮ ਆਉਣਾ, ਉਹਨਾਂ ਨੇ ਕੀ ਕਰਨਾ? ਇਹਨਾਂ ਨੇ ਹਰ ਪਾਲਿਸੀ, ਹਰ ਰਿਆਇਤ, ਹਰ ਰਿਫਾਰਮਸ, ਕੋਈ ਵੀ ਵੈਲਫੇਅਰ ਦੀ ਸਕੀਮ ਵੀ ਆ, ਇਹਨਾਂ ਨੇ ਪਹਿਲਾਂ ਵੇਖਣਾ ਯਾਰ ਬਾਕੀ ਸਟੇਟਾਂ 'ਚ ਕੀ ਕਰਾਂਗੇ। ਜੇ ਇੱਕ ਸਟੇਟ 'ਚ ਕਰਤੀ, ਲੋਕੀ ਕਹਿਣਗੇ ਯਾਰ ਤੁਹਾਡੀ ਸਰਕਾਰ ਪੰਜਾਬ 'ਚ ਆ ਜਾਂ ਤੁਹਾਡੀ ਸਰਕਾਰ ਦੂਜੀ ਜਗ੍ਹਾ ਤੇ ਆ, ਤੁਸੀਂ ਜੇ ਪੰਜਾਬ 'ਚ ਕਰਦੀ ਇੱਥੇ ਵੀ ਕਰੋ। ਇਹ ਸੋਚ ਕੇ ਉਹ ਕੰਮ ਹੀ ਨਹੀਂ ਕਰ ਪਾਉਂਦੇ। ਪਹਿਲੀ ਗੱਲ ਇਹਨਾਂ ਨੂੰ ਅਪਰੋਚ ਹੀ ਨਹੀਂ। ਉੱਥੇ ਅਸੀਂ ਬੈਠਦੇ ਸੀ, ਫੈਸਲਾ ਕਰਦੇ ਸੀ, ਲਾਗੂ ਹੋ ਜਾਂਦਾ ਸੀ। ਇਸ ਕਰਕੇ ਮੇਰੀ ਬੇਨਤੀ ਆ, ਜੇ ਡਿਵੈਲਪਮੈਂਟ ਹੋਈ ਆ ਤੁਸੀਂ ਇਹ ਵੇਖੋ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਟਾਈਮ ਤੇ ਹਾਈਵੇਜ਼ ਬਣੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ। ਇਹਨਾਂ ਨੂੰ ਅੱਜ ਅਸੀਂ ਆਨੇ ਆ ਬਾਜ਼ਾਰ, ਚਲੋ ਜੀ ਸੁਖਬੀਰ ਜੀ ਨੂੰ ਬਾਜ਼ਾਰ ਲੈ ਕੇ ਗਏ, ਪਸੀਨੋ ਪਸੀਨੀ ਹੋਏ ਸੀ। ਹਰ ਦੁਕਾਨ ਦੇ ਉੱਤੇ ਹੱਥ ਸੁੱਟ ਕੇ ਮਿਲ ਕੇ ਫੋਟੋ ਲਵਾ ਕੇ ਆਏ ਆ। ਇਹ ਕਿੱਥੇ ਸੰਭਵ ਆ? ਕਿਹਦੇ ਕੋ ਸੰਭਵ ਸੀ? ਕੈਪਟਨ ਕੋ ਜਿਹੜਾ ਉੱਥੋਂ ਨਿਕਲਿਆ ਨਹੀਂ, ਜਾਂ ਕਿਸੇ ਹੋਰ ਕੋ ਸੰਭਵ ਹੈ? ਅੱਜ ਤੱਕ ਜੇ ਕੁਝ ਸੰਭਵ ਹੋ ਸਕਿਆ ਜਾਂ ਤੁਸੀਂ ਜੋ ਸੋਚਿਆ ਉਸੇ ਵੇਲੇ ਇਹ ਪ੍ਰਾਪਰਟੀ ਵਾਲੇ ਸਾਡੇ ਕੋਲ ਆਉਂਦੇ ਰਹੇ ਆ, ਰੀਅਲ ਏਸਟੇਟ ਵਾਲੇ ਜਦੋਂ ਆਉਂਦੇ ਸੀ ਉਸੇ ਵੇਲੇ ਬੈਠਦੇ ਸੀ। ਆ ਜੀ ਆ ਜਿਹੜਾ NOC ਆ ਇਹਦੇ ਪੈਸੇ ਇੰਨੇ ਕਰ ਦਿਓ, ਹੋ ਗਏ ਜੀ। ਪ੍ਰਾਪਰਟੀ ਟੈਕਸ ਇੰਨਾ ਕਰ ਦਿਓ, ਹੋ ਗਿਆ ਜੀ। ਇਹ ਇੱਥੇ ਹੀ ਸੰਭਵ ਆ। ਇਸ ਕਰਕੇ ਮੇਰੀ ਬੇਨਤੀ ਆ ਸਰਕਾਰ ਬਣਾਓ,
ਮੈਂ ਅਸ਼ੋਰੈਂਸ ਦਿੰਦਾ, ਜੋ ਜੋ ਅੱਜ ਤੁਸੀਂ ਮੂੰਹੋਂ ਕੱਢੋਗੇ, ਜੋ ਜੋ ਤੁਸੀਂ ਮੈਮੋਰੰਡਮ ਦਿਓਗੇ, ਇਹ ਹਾਂ ਤੇ ਇਹਦੇ ਤੁਹਾਨੂੰ ਦੱਸਿਆ ਇੰਨਾ ਕੁ ਪੋਜ਼ਿਟਿਵ ਐਟੀਟਿਊਡ ਹੈ। ਜਦੋਂ ਕਹੀਦਾ ਹੁੰਦੇ ਕੋਈ ਗੱਲ ਨਹੀਂ, ਸਿਸਟਮ ਆ, ਵਿਜ਼ਨ ਆ, ਥੱਲੇ ਪਲਾਨ ਕੀਤਾ ਵਾ ਵੀ ਕਿਹੜੀ ਚੀਜ਼ ਕਿਸ ਤਰ੍ਹਾਂ ਕਰਨੀ। ਉੱਥੇ ਇੰਡਸਟਰੀ ਥੋੜਾ ਜਿਹਾ ਬੈਠੇ ਸੀ ਇੱਕ ਆਫਿਸ ਦੇ ਵਿੱਚ, ਇਹਨਾਂ ਮਿੰਟੋ ਮਿੰਟੀ ਉਹਦਾ ਹੱਲ ਆਪੇ ਹੀ ਦੱਸਣਗੇ, ਕਰਕੇ ਦੱਸਦਾ ਵੀ ਅਸੀਂ ਕਿਸ ਤਰ੍ਹਾਂ ਇਹ ਸੰਭਵ ਕਰ ਸਕਦੇ ਹਾਂ। ਸਸਤੀ ਬਿਜਲੀ ਤੁਹਾਨੂੰ ਆਪੇ ਦੱਸ ਦੇਣਗੇ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਜੋ ਚਾਹੁੰਦੇ ਜੇ, ਜੋ ਫੈਸਿਲਿਟੀ ਇੰਡਸਟਰੀ ਨੂੰ, ਜੋ ਟ੍ਰੇਡ ਨੂੰ ਫੈਸਿਲਿਟੀ ਚਾਹੁੰਦੇ ਜੇ, ਜੋ ਤੁਸੀਂ ਕਹਿ ਦੋਗੇ ਅੱਜ ਇਹਨਾਂ ਤਥਾਸਤੂ ਕਰਨਾ ਹੀ ਆ। ਮੈਂ ਇਸ ਗੱਲ ਦੀ ਪਹਿਰੇਦਾਰੀ ਕਰੂੰਗਾ ਤੁਹਾਡੇ ਇੱਕ ਇੱਕ ਲਫ਼ਜ਼ ਦੀ, ਜਿਹਦੇ ਤੇ ਇਹ ਯੈਸ ਕਰਨਗੇ, ਕਰਾ ਕੇ ਦੇਵਾਂਗੇ ਲੱਤ ਲਾ ਕੇ। ਉਹ ਤੁਹਾਡੇ ਤੋਂ ਦੂਰ ਤੇ ਨਹੀਂ, ਤੁਹਾਡੇ ਤੋਂ ਪਰਾਂ ਤੇ ਨਹੀਂ, ਤੁਹਾਡੇ ਫੋਨ ਤੋਂ ਦੂਰ ਤੇ ਨਹੀਂ। ਫੋਨ ਤੁਹਾਡਾ ਸਿੱਧਾ, ਅਪਰੋਚ ਤੁਹਾਡੀ ਸਿੱਧੀ। ਸਾਈਕਲ ਤੇ ਮੈਂ ਘੁੰਮਦਾ, ਪੈਦਲ ਮੈਂ ਘੁੰਮਦਾ। ਫਿਰ ਹੁਣ ਤੇ ਸਾਡੀ ਟੀਮ ਹੋਣੀ ਆ, ਬਿਕਰਮ ਜੀ ਆ, ਤਲਬੀਰ ਆ, ਮੈਂ ਆ, ਪ੍ਰਧਾਨ ਜੀ ਆ, ਮਰੋਹਾ ਸਾਹਿਬ ਆ, ਤੁਹਾਡੇ ਵਕੀਲ। ਜਿਹੜਾ ਜਿਹੜਾ ਵੀ ਬੰਦਾ, ਜੋ ਤੁਸੀਂ ਅੱਜ ਕਹਿਣਾ, ਰੀਅਲ ਏਸਟੇਟ ਵਾਲੇ ਆਏ ਆ ਕਹਿ ਦੋ, ਆੜਤੀ ਐਸੋਸੀਏਸ਼ਨ ਆਈ ਆ ਕਹਿ ਦੋ, ਜਿਹੜੇ ਹੋਰ ਵੀ ਆਏ ਆ ਜੋ ਕਹਿਣਾ ਕਹਿ ਦੋ। ਉਹ ਅੱਜ ਮੂਡ ਦੇ ਵਿੱਚ ਜੇ, ਸਰਕਾਰ ਬਣਾਓ। ਤੁਹਾਨੂੰ ਜੇ ਨਜ਼ਾਰੇ ਨਾ ਆਉਣਗੇ, ਨਜ਼ਾਰੇ ਜੇ ਨਜ਼ਾਰੇ ਨਾ ਆਉਣਗੇ। ਕੀ ਵਿਜ਼ਨ ਸੀ? ਆਪਾਂ ਬ੍ਰੇਕ ਲਾਤੀ, ਆਈਟੀ ਸਿਟੀ ਬਣਾਉਣਾ ਸੀ, ਜਗ੍ਹਾ ਰੱਖੀ ਸੀ, ਉਹ ਜਿਹੜੀ ਆਪਾਂ ਜੇਲ੍ਹ ਸ਼ਿਫਟ ਕੀਤੀ, ਉੱਥੇ ਜਗ੍ਹਾ ਰੱਖੀ ਸੀ। ਟਿਸਕੋ ਨਾਲ ਗੱਲ ਹੋ ਗਈ, ਟਾਟਾ ਕੰਪਨੀ ਨਾਲ, 2-3 ਕੰਪਨੀਆਂ ਨਾਲ, ਬੰਗਲੌਰ ਵਾਂਗੂ, ਗੁੜਗਾਵਾਂ ਵਾਂਗੂ, ਚੇਨਈ ਵਾਂਗੂ ਰੌਣਕਾਂ ਲੱਗਣੀਆਂ ਸੀ। ਇੱਥੇ ਇੰਟਰਨੈਸ਼ਨਲ 에ਅਰਪੋਰਟ ਆ, ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਜ਼ਨ ਸੀ ਸੁਖਬੀਰ ਜੀ ਦਾ। ਇੱਥੇ ਆਈਪੀਐਲ ਮੈਚ ਹੋਣੇ ਸੀ। ਅੱਜ ਦੀ ਡੇਟ ਦੇ ਵਿੱਚ ਇਹ ਬਣਿਆ ਹੋਣਾ ਸੀ। ਹੁਣ ਨੂੰ ਇੱਥੇ 50 ਏਕੜ ਦਾ ਪਲਾਨ ਅਸੀਂ ਬਣਾਉਂਦੇ ਪਏ ਸੀ ਜਗ੍ਹਾ ਦੇ ਵਿੱਚ, ਵੀ ਇੰਟਰਨੈਸ਼ਨਲ ਲੈਵਲ ਦਾ ਕ੍ਰਿਕਟ ਸਟੇਡੀਅਮ ਬਣਾਈਏ। ਇਹਨੂੰ ਹੈਲਥ ਟੂਰਿਜ਼ਮ ਉਹ ਬਣਾਉਣ ਵਾਸਤੇ ਅਪੋਲੋ ਲੈ ਕੇ ਆਂਦਾ ਇੱਥੇ, ਵੀ ਲੋਕੀ ਇਲਾਜ ਕਰਾਉਣਾ। ਹੁਣ ਸਭ ਤੋਂ ਸਸਤਾ ਹਿੰਦੁਸਤਾਨ ਚ ਇਲਾਜ ਆ, ਇੰਟਰਨੈਸ਼ਨਲ 에ਅਰਪੋਰਟ ਆ। ਮੈਡੀਕਲ ਟੂਰਿਜ਼ਮ ਵਾਸਤੇ ਅਪੋਲੋ ਲੈ ਕੇ ਆਂਦਾ, ਸਰਕਾਰ ਬਦਲੀ, ਉਹ ਨਾਲ ਹੀ ਚੁੱਕ ਕੇ ਲੈ ਗਏ। 2-4-5 ਕਰੋੜ ਲੱਗਾ ਸੀ ਉਹਨਾਂ ਦਾ। ਉਹਦੇ ਤੋਂ ਇਲਾਵਾ ਮੈਦਾਂਤਾ ਨਾਲ, ਟਾਟਾ ਮੈਮੋਰੀਅਲ ਨਾਲ ਗੱਲ ਚੱਲਦੀ ਪਈ ਸੀ ਇਹਨਾਂ ਦੀ, ਉਹ ਆਉਣੇ ਸੀ ਇੱਥੇ। ਮੈਡੀਕਲ ਟੂਰਿਜ਼ਮ ਸ਼ੁਰੂ ਹੋਣਾ ਸੀ, ਦੁਨੀਆ ਭਰ ਇਲਾਜ ਕਰਾਉਣ ਇੱਥੇ ਆਉਣੀ ਸੀ। ਆਈਟੀ ਸਿਟੀ ਬਣ ਜਾਂਦਾ, ਕ੍ਰਿਕਟ ਬਣ ਜਾਂਦਾ। ਵਰਲਡ ਟ੍ਰੇਡ ਸੈਂਟਰ ਵਾਸਤੇ 12 ਏਕੜ ਜਗ੍ਹਾ ਜੇਲ੍ਹ ਵਾਲੀ ਜਗ੍ਹਾ ਤੇ ਰੱਖੀ ਸੀ। 70 ਕਰੋੜ ਦਾ ਸਿਰਫ 70 ਕਰੋੜ ਦਾ ਜਿਹੜਾ ਉਹਦਾ ਐਸਟੀਮੇਟ ਸੀ ਇਨਫਰਾਸਟ੍ਰਕਚਰ ਦਾ। 12 ਮਹੀਨੇ ਟ੍ਰੇਡ ਫੇਅਰ ਚੱਲਣਾ ਸੀ। ਇੰਡਸਟਰੀ ਕਿਉਂ ਨਾ ਵੱਧਦੀ, ਟ੍ਰੇਡ ਕਿਉਂ ਨਾ ਵੱਧਦਾ? ਇਹ ਵਿਜ਼ਨ ਕਿਸੇ ਦਾ ਹੋਰ ਦਾ ਹੈਗਾ। ਇਹਨਾਂ ਨੇ ਆ ਸੜਕਾਂ ਵੀ ਤੋੜ ਲੀਆਂ, ਸੀਵਰੇਜ ਨਹੀਂ ਸਾਫ਼ ਕਰ ਸਕੇ। ਇਹ ਸਰਕਾਰ ਅੱਜ ਦੀ ਡੇਟ ਤੱਕ ਇਹ ਸਾਰੇ ਪ੍ਰੋਜੈਕਟ ਹੋਏ ਹੋਣੇ ਸੀ ਤੇ ਇੱਥੇ ਰੌਣਕਾਂ ਲੱਗੀਆਂ ਹੋਣੀਆਂ ਸੀ। ਤੇ ਇਹਦਾ, ਇਸ ਗੁਰੂ ਦੀ ਨਗਰੀ ਨੂੰ ਹੈਰੀਟੇਜ ਸਿਟੀ ਦਾ ਜੋ ਇਹਨਾਂ ਦਾ ਸੁਪਨਾ, ਉਹ ਵੀ ਦੱਸਣਗੇ ਵੀ ਇਹ ਹਿੰਦੁਸਤਾਨ ਦਾ ਨਹੀਂ, ਦੁਨੀਆ ਦਾ ਸਭ ਤੋਂ ਸੋਹਣਾ ਟੂਰਿਸਟ ਹੱਬ ਇਹ ਸ਼ਹਿਰ ਗੁਰੂ ਦੀ ਨਗਰੀ ਅੰਮ੍ਰਿਤਸਰ ਹੋਣਾ ਸੀ ਅੱਜ ਦੀ ਡੇਟ 'ਚ, ਇੰਨਾ 5 ਸਾਲਾਂ 'ਚ। ਪਰ ਆਪਾਂ ਇਹ ਆ ਵੀ ਗੱਡੀ ਨੂੰ ਬ੍ਰੇਕ ਲਾ ਲਈ। ਹੁਣ ਵੀ ਸਮਝੀਏ, ਆਪਾਂ ਇਹੀ ਸਰਕਾਰ ਆਪਣੀ ਆ। ਪੰਜਾਬ ਦੇ ਵਿੱਚ ਫੈਸਲੇ ਪੰਜਾਬ ਦੀ ਪਾਰਟੀ, ਕਿਤੋਂ ਹੁਕਮ ਨਹੀਂ ਲੈਣਾ, ਕਿਤੋਂ ਹੁਕਮ ਨਹੀਂ ਆਉਣਾ। ਜੋ ਕਰਨਾ ਤੁਸੀਂ ਕਰਨਾ, ਆਪਾਂ ਸਾਰਿਆਂ ਬਹਿ ਕੇ ਕਰਨਾ। ਇਹ ਆ ਤੁਹਾਡੀ ਆਪਣੀ ਸਰਕਾਰ ਬਣਾਓ, ਸੀਐਮ ਬਣਾਓ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ। ਤੁਹਾਡੇ ਸੁਪਨੇ ਪੂਰੇ ਹੁੰਦੇ ਤੁਸੀਂ ਆਪਣੇ ਥੋੜੇ ਹੀ ਸਾਲਾਂ 'ਚ ਵੇਖੋਗੇ। ਇੰਨਾ ਕਹਿੰਦਾ ਮੈਂ ਖਿਮਾ ਦਾ ਜਾ ਚੁੱਕਿਆ। ਇਹ ਅਸ਼ੋਰੈਂਸ ਇੱਥੋਂ ਦਿਲੋਂ ਦੇ ਰਹੇ ਆ, ਇਸ ਗੁਰੂ ਦੀ ਨਗਰੀ 'ਚ ਖੜੇ ਹੋ ਕੇ। ਅੱਜ ਤੱਕ ਇੱਕ ਲਫ਼ਜ਼ ਅਦੂਲਿਆ ਨਹੀਂ ਤੁਹਾਡਾ, ਇੱਕ ਵਾਰੀ ਵੀ ਪੈਰ ਪਿੱਛੇ ਰੱਖਿਆ ਨਹੀਂ, ਮੂੰਹ 'ਚੋਂ ਕੱਢਿਆ ਲਫ਼ਜ਼ ਪਿੱਛੇ ਲਿਆ ਨਹੀਂ, ਤੇ ਨਾ ਕਦੀ ਇਹਨਾਂ ਨੇ ਲਿਆ ਜੇ। ਇਹ ਤੁਹਾਡੇ ਅੱਗੇ ਮੇਰੀ ਬੇਨਤੀ ਆ ਵੀ ਸਭ ਰਲ ਮਿਲ ਕੇ ਪੂਰੇ ਪੰਜਾਬ ਦੇ ਵਿੱਚ ਐਸਾ ਵਾਤਾਵਰਨ ਬਣਾਓ, ਸਰਕਾਰ ਬਣਾਓ, ਬੱਲੇ ਬੱਲੇ ਹੋ ਜੂਗੀ ਪੰਜਾਬ ਦੀ। ਫਿਰ ਇੱਕ ਨੰਬਰ ਤੇ ਪੰਜਾਬ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਿਸਤਾਰ ਦੇ ਨਾਲ ਜੋਸ਼ੀ ਜੀ ਨੇ ਦੱਸਿਆ। ਹੁਣ ਮੈਂ 1 ਮਿੰਟ ਲਈ ਬੇਨਤੀ ਕਰਾਂਗਾ, ਥੱਲਿਓਂ ਹੀ ਅਟਰੈਕਸ਼ਨ ਜਿਹੜੀ ਇੰਡਸਟਰੀ ਦੀ ਟ੍ਰੇਡ ਦੀ ਹੋਏਗੀ, ਰਮਨੀਕ ਸਿੰਘ ਜੀ ਫਰੀडम ਗਰੁੱਪ ਆਫ ਇੰਡਸਟਰੀ ਤੋਂ, ਉਹ 1 ਮਿੰਟ ਲਈ ਜੀ ਆਇਆਂ ਕਹਿਣਗੇ। ਕਰ ਲਓ ਪ੍ਰਧਾਨ ਜੀ, ਅੱਗੇ ਆਜੋ, ਆਜੋ। ਅੱਛਾ ਜੀ, ਅਟਰੈਕਸ਼ਨ ਜੀ, ਅਟਰੈਕਸ਼ਨ। ਪ੍ਰਧਾਨ ਜੀ, ਅੱਜ ਬਹੁਤ ਖੁਸ਼ੀ ਹੋਈ ਕਿ ਤੁਸੀਂ ਇੰਡਸਟਰੀ ਵਾਲੇ ਪਾਸੇ ਆਏ, ਤੇ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਕਿ ਫੋਕਲ ਪੁਆਇੰਟ 'ਚ ਆਏ। ਜੋਸ਼ੀ ਜੀ ਵੱਡੇ ਸਾਡੇ ਦੂਸਰਾ ਮਾਈਕ ਦੇ ਦਿਓ। ਟਿੱਕਾ ਜੀ, ਤਲਵੀਰ ਜੀ, ਰੰਧਾਵਾ ਜੀ, ਸਾਰੇ ਵੀਰ ਨੇ ਸਾਡੇ ਇਸ ਸਾਰੇ ਜਾਣੇ
ਸਾਡੇ ਲਈ ਜੋ ਲੋਕਲ ਉਸ ਵੇਲੇ ਸਰਕਾਰ ਸੀ, ਜੋ ਬਿਹਤਰ ਇਹਨਾਂ ਨੇ ਮਾਹੌਲ ਪੈਦਾ ਕਰਤਾ ਸੀ, ਤੇ ਜੋ ਅੱਜ ਦੁਰਦਸ਼ਾ ਤੁਸੀਂ ਦੇਖੀ ਹੈ ਪ੍ਰਧਾਨ ਜੀ, ਕੋਵਿਡ ਦੀ ਮਹਾਮਾਰੀ ਤੋਂ ਬਾਅਦ ਇੰਡਸਟਰੀ ਨੂੰ ਬਹੁਤ ਵੱਡਾ ਰਿਲੀਫ ਚਾਹੀਦਾ ਸੀ, ਜਦ ਕਿ ਸਾਨੂੰ ਇਹਨਾਂ ਨੇ ਇਹੋ ਜਿਹੇ ਤੁਸੀਂ ਹਾਲਾਤਾਂ ਚੋਂ ਗੁਜ਼ਰ ਕੇ ਦੇਖਿਆ ਹੋਏਗਾ, ਨਾ ਕੋਈ ਸਪਲਾਇਰ ਆਉਣ ਨੂੰ ਰਾਜੀ, ਨਾ ਕੋਈ ਬਾਇਰ ਆਉਣ ਨੂੰ ਰਾਜੀ। ਸਾਡੀ ਇੰਡਸਟਰੀ ਇਸ ਵੇਲੇ ਇੰਨੀ ਪੂਰੀ ਤਰ੍ਹਾਂ ਕ੍ਰਾਈਸਿਸ ਤੇ ਸਫਰ ਕਰ ਰਹੀ ਹੈ, ਤੇ ਅਸੀਂ ਬਹੁਤ ਹੀ ਉਮੀਦ ਨਾਲ ਤੇ ਤਾਂਘ ਨਾਲ ਦੇਖਦੇ ਪਏ ਹਾਂ ਕਿ ਆਪਣੀ ਸਰਕਾਰ ਆਵੇ ਤੇ ਜਿਹੜੇ ਪਹਿਲੇ ਚੰਦ ਤੁਹਾਡੇ ਡਿਸੀਜਨਸ ਹੋਣਗੇ ਉਹਨਾਂ ਵਿੱਚੋਂ ਇੰਡਸਟਰੀ ਨੂੰ ਵੀ ਮੁੱਖ ਰੱਖਦੇ ਹੋਏ ਉਹਨਾਂ ਨੂੰ ਸਹੂਲਤਾਂ ਮਿਲਣ। ਇਲੈਕਟ੍ਰਿਸਿਟੀ ਦੀ ਸਪਲਾਈ ਜਿਹੜੀ ਸਾਨੂੰ ਬੜੀ ਸੋਹਣੀ ਵਧੀਆ ਤਰੀਕੇ ਨਾਲ ਆ ਰਹੀ ਸੀ, ਐਰ ਕਿ ਸਾਨੂੰ ਉਹਨੇ ਵੀ ਇੰਨਾ ਕੁ ਡਿਸਟਰਬ ਕਰਤਾ ਕੋਵਿਡ ਦੇ ਨਾਲ, ਇਹ ਮਹਾਮਾਰੀ ਦੇ ਨਾਲ, ਇਹ ਜਿਹੜੇ ਸਾਨੂੰ ਹੋਰ ਦਿੱਕਤਾਂ ਆਈਆਂ ਨੇ। ਅਸੀਂ ਬਹੁਤ ਉਮੀਦ ਕਰਦੇ ਹਾਂ, ਬਹੁਤ ਉਮੀਦ ਭਰੀ ਨਜ਼ਰ ਨਾਲ ਤੁਹਾਡੇ ਵੱਲ ਵੇਖ ਰਹੇ ਹਾਂ ਕਿ ਤੁਸੀਂ ਆਓ ਤੇ ਸਾਰੇ ਜਿਹੜੇ ਬੈਠੇ ਨੇ, ਜੋ ਅੱਜ ਅਸੀਂ ਪੋਸਟਾਂ ਅਨਾਉਂਸ ਕਰਦੇ ਪਏ ਤੇ ਅਸੀਂ ਉਮੀਦ ਕਰਦੇ ਹਾਂ ਤੇ ਪੂਰੇ ਯਕੀਨ ਹੈ ਕਿ 5 ਮਹੀਨਿਆਂ ਬਾਅਦ ਸਾਰੀਆਂ ਪੋਸਟਾਂ ਬਦਲੀਆਂ ਹੋਣਗੀਆਂ ਤੇ ਸਾਡੇ ਸਾਰੇ ਕੰਮ ਵੀ ਉਸ ਤਰੀਕੇ ਨਾਲ ਹੋਏ ਹੋਣਗੇ। ਬਹੁਤ ਜ਼ਿਆਦਾ ਉਮੀਦ ਹੈ ਤੁਹਾਡੇ ਵੱਲ। ਆਲ ਅਪ ਟੂ ਯੂ ਸਰ, ਥੈਂਕ ਯੂ। ਜਗਮੋਹਨ ਸਿੰਘ ਜੀ ਮਾਰਸ਼ਲ ਗਰੁੱਪ ਆਫ ਇੰਡਸਟਰੀ ਤੋਂ, ਉਹ ਵੀ 1 ਮਿੰਟ ਲਈ ਅੱਗੇ ਆ ਜਾਓ। ਬਹੁਤ ਸਤਿਕਾਰਯੋਗ ਪ੍ਰਧਾਨ ਜੀ, ਮੇਰੇ ਬਚਪਨ ਦੇ ਦੋਸਤ ਔਰ ਰਿਸ਼ਤੇਦਾਰ ਰਜਿੰਦਰ ਸਿੰਘ ਮਰਵਾ ਜੀ। ਦੋਸਤੋ, ਮੈਂ ਜਿੰਨੇ ਵੀ ਇੰਡਸਟਰੀਜ਼ ਬੈਠੇ ਨੇ ਮੋਸਟਲੀ ਲੋਕਾਂ ਨੂੰ ਪਰਿਵਾਰਕ ਤੌਰ ਤੇ ਜਾਣਨਾ, ਔਰ ਇਹ ਮੈਂ ਯਕੀਨ ਨਾਲ ਕਹਿ ਸਕਦਾ ਕਿ ਅੱਧਿਆਂ ਤੋਂ ਜ਼ਿਆਦਾ ਦੇ ਬੱਚੇ ਜਿਹੜੇ ਨੇ ਅੱਜ ਵਿਦੇਸ਼ਾਂ 'ਚ ਸੈਟਲ ਹੋ ਚੁੱਕੇ ਨੇ। ਜਿਹੜੇ ਸਰਵਿਸਮੈਨ ਲੋਕ ਸਨ ਉਹਨਾਂ ਕੋਲ ਕੋਈ ਸਬਸਟੀਟਿਊਟ, ਕੋਈ ਆਲਟਰਨੇਟਿਵ ਨਹੀਂ ਸੀ, ਉਹਨਾਂ ਦੇ ਬੱਚੇ ਬਾਹਰ ਜਾਂਦੇ ਸਨ। ਸਾਡੇ ਬੱਚੇ ਜਿਹੜੇ ਨੇ ਇਹਨਾਂ ਇੰਡਸਟਰੀਜ਼ ਨੂੰ ਚਲਾਉਂਦੇ ਸਨ। ਮੇਰਾ ਛੋਟਾ ਭਾਈ ਰਮਨੀਕ ਫਰੀडम ਇੰਡਸਟਰੀ ਤੋਂ ਹੁਣੇ ਜਿਹੜਾ ਬੋਲ ਕੇ ਗਿਆ, ਮੈਂ ਇਹ ਵੀ ਕਹਿ ਸਕਦਾ ਇਹਨਾਂ ਦੇ ਬੱਚੇ ਵੀ ਆਹ ਵਾਲੀ ਇੰਡਸਟਰੀ ਛੱਡ ਕੇ ਬਾਹਰ ਜਾਣ ਨੂੰ ਤਿਆਰ ਹੋ ਗਏ ਨੇ ਜਾਂ ਜਾਂਦੇ ਪਏ ਨੇ। ਮੈਨੂੰ ਲੱਗਦਾ ਜਿਸ ਹਿਸਾਬ ਨਾਲ ਸਪੀਡ ਤੇ ਅਸੀਂ ਚੱਲਦੇ ਪਏ ਹਾਂ, 2-4 ਸਾਲਾਂ ਬਾਅਦ ਜਿਵੇਂ ਇੰਡਸਟਰੀ ਨੂੰ ਅੱਗੋਂ ਚਲਾਉਣ ਵਾਲਾ ਕੋਈ ਰਹਿਣਾ ਹੀ ਨਹੀਂ। ਉਹਦਾ ਕਾਰਨ ਮੇਰਾ ਫੋਕਲ ਪੁਆਇੰਟ 'ਚ ਯੂਨਿਟ ਹੈ ਇੱਥੋਂ ਟਰਾਂਸਪੋਰਟ ਨਗਰ 2.5 ਜਾਂ 3 ਕਿਲੋਮੀਟਰ ਹੈ, ਜਹਾਜਗੜ੍ਹ ਜਾਂ ਬੰਦਾ ਕੋਈ ਫੇਰਾ ਲੱਦ ਕੇ ਸਾਡਾ ਮਜ਼ਦੂਰ ਮਾਲ ਛੱਡਣ ਜਾਂਦਾ ਹੈ ਤੇ ਆਉਂਦਾ ਹੈ ਤੇ ਉਹਨੂੰ 2 ਫੇਰੇ ਦਿਹਾੜੀ 'ਚ ਲੱਗਦੇ ਨੇ, ਇਸ ਤੋਂ ਵੱਧ ਨਹੀਂ ਲੱਗਦੇ। ਉਹਦਾ ਕਾਰਨ ਸਾਡੀਆਂ ਹੀ ਸੜਕਾਂ ਜਿਹੜੀਆਂ ਨੇ ਫੋਕਲ ਪੁਆਇੰਟ ਦੀਆਂ, ਕਿਸੇ ਲਈ 3 ਵੀਲਰ, ਕਿਸੇ ਲਈ ਕੋਈ ਟਾਂਗਾ ਰੇੜਾ ਰੋਜ਼ ਮੁੱਦਾ ਪਿਆ ਹੁੰਦਾ, ਤੇ ਉਹੀ ਹਾਲਾਤ ਜਿਹੜੇ ਨੇ ਉਹ ਜਹਾਜਗੜ੍ਹ ਦੇ ਟਰਾਂਸਪੋਰਟ ਨਗਰ ਦੇ ਨੇ। ਇੰਡਸਟਰੀਜ਼ ਜਿਹੜਾ ਹੈ ਉਹ ਅੱਜ ਕੋਈ ਸਬਸਿਡੀ, ਕੋਈ ਐਗਜ਼ੈਂਪਸ਼ਨ, ਕਿਉਂਕਿ ਉਹ ਸਾਰਾ ਕੁਝ ਸੈਂਟਰ ਦੇ ਹੱਥ ਹੈ। ਮੈਨੂੰ ਲੱਗਦਾ ਕਿ ਸਟੇਟਾਂ ਦੇ ਹੱਥੋਂ ਨਾ ਛੱਡਿਆ ਕੁਝ ਨਹੀਂ, ਪਰ ਇਨਫਰਾਸਟ੍ਰਕਚਰ ਤੇ ਇਹੋ ਜਿਹਾ ਬਣਾ ਕੇ ਦੇ ਸਕਦਾ ਕਿ ਮੇਰੇ ਬੱਚੇ ਜਿਹੜੇ ਨੇ ਉਹ 10 ਮਿੰਟ 'ਚ ਆਪਣੀ ਫੈਕਟਰੀ ਤੋਂ ਘਰ ਚਲ ਜਾਣ ਤੇ ਘਰੋਂ ਫੈਕਟਰੀ ਚਲ ਜਾਣ। ਅੱਧਾ ਘੰਟਾ ਅਸੀਂ ਲੋਕ ਫਸੇ ਰਹਿੰਦੇ ਹਾਂ ਫੈਕਟਰੀ ਤੋਂ ਘਰ ਆਉਣ ਵਾਸਤੇ ਤੇ ਘਰੋਂ ਫੈਕਟਰੀ ਜਾਣ ਵਾਸਤੇ। ਫਰਸਟ੍ਰੇਟ ਹੋ ਜਾਂਦੇ ਨੇ ਬੱਚੇ। ਅਸੀਂ ਲੋਕ ਬੱਸਾਂ 'ਚ ਖਲੋ ਕੇ ਵੀ ਸਫ਼ਰ ਕਰਨ ਲਏ ਸਾਂ, ਅੱਜ ਜਨਰੇਸ਼ਨ ਐਸਾ ਨਹੀਂ ਕਰ ਰਹੀ, ਔਰ ਇਸੇ ਲਈ ਇੱਥੋਂ ਇੰਡਸਟਰੀ ਛੱਡ ਕੇ ਬੰਦੇ ਵਿਦੇਸ਼ਾਂ ਨੂੰ ਭੱਜ ਰਹੇ ਨੇ। ਸੋ ਮੈਂ ਇਹ ਲਿਖਤੀ ਮੈਮੋਰੰਡਮ ਜਿਹੜਾ ਹੈ ਸਾਡੇ ਫੋਕਲ ਪੁਆਇੰਟ ਐਸੋਸੀਏਸ਼ਨ ਤੋਂ ਸੰਦੀਪ ਜੀ ਖੋਸਲਾ ਜੀ ਹੈਗੇ ਨੇ, ਉਹਨਾਂ ਨੇ ਸਾਰਾ ਕੁਝ ਦਿੱਤਾ ਹੈ, ਪ੍ਰਧਾਨ ਜੀ ਨੂੰ ਦੇਣਗੇ। ਬੇਨਤੀ ਕਰਾਂਗੇ ਕਿ ਸਾਡੇ ਇਨਫਰਾਸਟ੍ਰਕਚਰ ਵੱਲ ਜ਼ਰੂਰ ਧਿਆਨ ਰੱਖਿਆ ਜਾਵੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਇਹਨਾਂ ਇੰਡਸਟਰੀ ਨੂੰ ਚਲਾਉਂਦੇ ਔਰ ਸਾਨੂੰ ਹੱਸਦੇ ਖੇਡਦੇ ਦਿਸਣ। ਥੈਂਕ ਯੂ। ਮੈਂ ਹੁਣ ਬੇਨਤੀ ਕਰਾਂਗਾ ਦਾਣਾ ਮੰਡੀ ਭਗਤਾਂ ਵਾਲੇ ਤੋਂ ਨਰਿੰਦਰ ਬਹਿਲ ਜੀ, ਪ੍ਰਧਾਨ ਦਾਣਾ ਮੰਡੀ। ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਮੇਰੇ ਵੱਡੇ ਭਾਈ ਸਾਹਿਬ ਨੀਲ ਜੋਸ਼ੀ ਜੀ, ਤਲਬੀਰ ਗਿੱਲ ਜੀ, ਗੁਰਪ੍ਰੀਤ ਰੰਧਾਵਾ ਜੀ, ਸਾਰੇ ਹੀ ਇੰਡਸਟਰੀ ਦੇ ਬੈਠੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਾਦਲ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਹਾਡੇ ਰਾਜ ਦੇ ਵਿੱਚ ਪੂਰੇ ਆੜ੍ਹਤੀ ਵਰਗ ਨੇ ਤੇ ਕਿਸਾਨਾਂ ਨੇ ਆਨੰਦ ਮਾਣਿਆ ਸੀ। ਜੋ ਤੁਹਾਨੂੰ ਕਹਿੰਦੇ ਸਾਂ ਉਹ ਤੁਸੀਂ ਉਸੇ ਵੇਲੇ ਕਰਦੇ ਸੋ। ਅੱਜ ਦੀ ਡੇਟ ਦੇ ਵਿੱਚ ਕਿਸਾਨ ਆਪਣਾ ਝੋਨਾ 250 ਤੋਂ 300 ਰੁਪਏ ਕੁਇੰਟਲ ਮੌਜੂਦਾ ਹੁਣ ਵੇਚਣ ਨੂੰ ਮਜਬੂਰ ਹੋ ਗਿਆ ਘੱਟ ਰੇਟ ਤੇ। ਅੱਜ 1700, 1650, 1500, 1450। ਸਰਕਾਰ ਨੇ ਸਿਰਫ ਫੋਟੋ ਲਵਾਈ ਆ, ਹੋਰ ਕੁਝ ਨਹੀਂ ਹੈਗਾ। ਮੈਂ ਤੁਹਾਡੇ ਚਰਨਾਂ 'ਚ ਇਹੋ ਬੇਨਤੀ ਕਰਦਾ ਵੀ ਤੁਸੀਂ ਬੜੀ ਜ਼ਿਆਦਾ ਆਵਾਜ਼ ਉਠਾਈ ਸੀ ਸੈਂਟਰ ਗੌਰਮੈਂਟ ਦੇ ਅੱਗੇ, ਉਸੇ ਵੇਲੇ ਜਿਹੜੀ 11 ਤਰੀਕ ਨੂੰ ਖਰੀਦ ਹੋਣੀ ਸੀ ਅੱਜ ਉਹ ਸ਼ੁਰੂ ਹੋਈ, ਪਰ ਕਾਂਗਰਸ ਪਾਰਟੀ ਦੀ ਇਹ ਮੈਂ ਕਹੂੰਗਾ ਵੀ ਨਲਾਇਕੀ ਆ ਵੀ ਜਿੰਨੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਆ।
ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਦੇ ਵਿੱਚ ਕਿਸਾਨ ਆ ਉਹਨਾਂ ਨੇ ਆਪਣਾ 250 ਤੋਂ 300 ਰੁਪਇਆ ਕੁਇੰਟਲ ਅੱਜ ਘਾਟਾ ਪਾ ਰਹੇ ਆ। ਨਾ ਮਾਤਰ ਖਰੀਦਿਆ, ਜਿਹੜੇ ਸਰਕਾਰ ਨੇ ਪੋਰਟਲ ਤੇ ਕਿਸਾਨਾਂ ਦੀਆਂ ਜਮ੍ਹਾਂਬੰਦੀਆਂ ਚੜਾਉਣੀਆਂ ਸੀ ਉਹ ਉਹਨਾਂ ਦਾ ਨਾਂ ਪਤਾ ਹੀ ਨਹੀਂ ਚੜਿਆ ਅਜੇ ਤੱਕ। ਜੇ ਕਿਸੇ ਦੀ 20 ਕਿੱਲੇ ਆ ਤੇ ਉਹਦੀਆਂ 2 ਕਨਾਲਾਂ ਜਾਂ 10 ਕਨਾਲਾਂ ਬੋਲਦੀਆਂ। ਇਹੋ ਜੀ ਮੁਸ਼ਕਲ ਜਿਹੜੀ ਆ ਗਈ ਆ, ਉਹ ਕਿਸਾਨ ਆਪਣਾ ਜੇ ਉਹਦੀ ਖਰੀਦ ਵੀ ਪਊਗੀ ਤਾਂ ਪੈ ਨਹੀਂ ਸਕਦੀ। ਇਹਨਾਂ ਨੂੰ ਚਾਹੀਦਾ ਸੀ ਵੀ ਅੱਜ ਤੋਂ 5-6 ਮਹੀਨੇ ਪਹਿਲਾਂ ਹੀ ਇਹ ਜਿਹੜਾ ਮਾਲ ਮਹਿਕਮੇ ਕੋ ਸਾਰਾ ਹੀ ਆਪਣਾ ਬਾਇਓਡਾਟਾ ਲੈ ਕੇ ਕੰਪਿਊਟਰ ਤੇ ਚੜਾਉਣਾ ਚਾਹੀਦਾ ਸੀ। ਜੋ ਤੁਹਾਡੇ ਰਾਜ ਦੇ ਵਿੱਚ ਬਾਦਲ ਸਾਹਿਬ ਆਨੰਦ ਮਾਣਿਆ, ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਾਂਗਾ ਵੀ 4-5 ਮਹੀਨੇ ਹੋ ਗਏ ਵੀਰੋ, ਪੱਬਾਂ ਭਰ ਹੋ ਕੇ ਜ਼ੋਰ ਲਾ ਦਿਓ, ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਲਿਆ ਦਿਓ। ਸਤਿ ਸ੍ਰੀ ਅਕਾਲ। ਇਹ ਸਾਰਾ ਹੀ ਫਾਇਦਾ ਆਪਾਂ ਨੂੰ ਉਦੋਂ ਹੀ ਹੋਣਾ। ਮੈਂ ਜ਼ਿਆਦਾ ਵਿਸਤਾਰ 'ਚ ਨਹੀਂ ਜਾਂਦਾ, ਮੈਂ ਇੱਥੇ ਆਇਆ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੀ ਆਇਆਂ ਨੂੰ ਆਖਦਾ। ਹੁਣ ਮੈਂ ਬੇਨਤੀ ਕਰਾਂਗਾ ਸਬਜ਼ੀ ਮੰਡੀ ਤੋਂ ਹਰਦਿਆਲ ਸਿੰਘ ਬਾਜਵਾ ਜੀ, ਸਬਜ਼ੀ ਮੰਡੀ ਵੱਲਾ ਤੋਂ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਔਰ ਸਾਡੇ ਸਾਰੇ ਸ਼ਹਿਰ ਦੇ ਜਿੰਨੇ ਜਰਨਲਿਸਟ ਨੇ ਔਰ ਆਪਣਾ ਸਰਦਾਰ ਗੁਰਪ੍ਰਤਾਪ ਸਿੰਘ ਜੀ ਟਿੱਕਾ ਜੀ, ਗੁਰਪ੍ਰੀਤ ਸਿੰਘ ਜੀ ਰੰਧਾਵਾ ਸਾਹਿਬ ਜੀ ਔਰ ਤਲਵੀਰ ਸਿੰਘ ਗਿੱਲ ਸਾਹਿਬ ਜੀ ਔਰ ਜੋਸ਼ੀ ਸਾਹਿਬ ਜੀ, ਮੈਂ ਸਾਰਿਆਂ ਨੂੰ ਜੀ ਆਖਦਾ ਜੀ। ਔਰ ਮੈਂ ਮੰਡੀ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਤਾਂ ਬਹੁਤ ਲੰਮੀਆਂ ਚੌੜੀਆਂ ਵਾ, ਉਹ ਅਸੀਂ ਲਿਖ ਕੇ ਦੇ ਦਾਂਗੇ ਬਾਦਲ ਸਾਹਿਬ ਨੂੰ, ਤੇ ਸਾਡੇ ਜਿਹੜੇ ਮਸਲੇ ਹੱਲ ਹੋ ਜਾਣ ਤੇ ਲੋਕੀ ਸੁਖੀ ਰਹਿਣ, ਜਿਹੜੇ ਗਰੀਬ ਪਰਿਵਾਰ ਜਿਹੜੇ ਆ ਰੋਟੀ ਪਾਣੀ ਕਮਾਉਂਦੇ ਖਾਂਦੇ ਪੀਂਦੇ ਆ। ਔਰ ਸਾਡਾ ਉਹ ਆਪਣਾ ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨਾ ਚਿਰ ਰਾਜ ਕੀਤਾ 10 ਸਾਲ, ਉਹ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਆਈ, ਨਾ ਸੜਕਾਂ ਦੀ ਕਮੀ ਆਈ ਆ, ਨਾ ਉੱਥੇ ਹੋਰ ਕਿਸੇ ਚੀਜ਼ ਦੀ ਕਮੀ ਆਈ ਆ। ਜਿਉਂ ਦੀ ਕਾਂਗਰਸ ਆ ਗਈ ਆ, ਪੱਠਾ ਹੀ ਬਹਿ ਗਿਆ ਸਾਰੀ ਸਬਜ਼ੀ ਮੰਡੀ ਦਾ ਹੀ। ਇਹਨਾਂ ਦੇ ਰਾਜ ਦੇ ਵਿੱਚ ਕਿਸੇ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ। ਜਿਹੜਾ ਕੰਮ ਰੰਧਾਵਾ ਸਾਹਿਬ ਨੂੰ ਕਹਿੰਦੇ ਹਾਂ ਉਹ 1 ਮਿੰਟ ਲਾਉਂਦੇ ਹੀ ਕਰਨ ਲੱਗਿਆ। ਮੈਂ ਬਹੁਤ ਬਹੁਤ ਜੀ ਆਖਦਾ ਬਾਦਲ ਸਾਹਿਬ ਨੂੰ, ਬਹੁਤ ਬਹੁਤ ਧੰਨਵਾਦ ਕਰਦਾ ਜੀ। ਹੁਣ ਮੈਂ ਬੇਨਤੀ ਕਰਾਂਗਾ ਨਿਟਿੰਗ ਇੰਡਸਟਰੀ ਤੋਂ ਅਜੇ ਮਹਿਰਾ ਜੀ ਨੂੰ, ਉਹ 2 ਮਿੰਟ ਆਪਣੇ ਵਿਚਾਰ ਰੱਖਣਗੇ ਨਿਟਿੰਗ ਇੰਡਸਟਰੀ ਤੋਂ। ਆਏ ਹੋਏ ਭਾਈ ਸੁਖਬੀਰ ਸਿੰਘ ਜੀ ਔਰ ਭਾਈ ਸਾਹਿਬ ਜੋਸ਼ੀ ਜੀ ਟਿੱਕਾ ਜੀ ਬੈਠੇ ਆ, ਸਾਰਿਆਂ ਦਾ ਸਤਿਕਾਰ ਔਰ ਆਪ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰ, ਮੈਂ ਪਿੱਛੇ ਜੇ ਕਿਸੇ ਮੀਟਿੰਗ 'ਚ ਇੱਕ ਅਟੈਂਡ ਕੀਤਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕਿਸਾਨ ਬਾਰਡਰ ਤੇ ਬੈਠਾ ਹੈ ਔਰ ਅਸੀਂ ਬਾਰਡਰ ਪਾਰ ਜਾਣ ਨੂੰ ਤਿਆਰ ਹਾਂ। ਪਿਛਲੇ 5 ਸਾਲਾਂ ਦੇ ਵਿੱਚ ਆਈ ਵਿਲ ਨਾਟ ਮਿੰਸ ਮਾਈ ਵਰਡਸ ਕਿ ਮੈਂ ਕੁਝ ਆਪਣੇ ਕੋਲ ਲੁਕਾਵਾਂ, ਇਹ ਸਾਰੇ ਹੀ ਵਪਾਰੀਆਂ ਦੀ ਆਵਾਜ਼ ਹੋਏਗੀ ਜਿਹੜੀ ਮੈਂ ਕਰਾਂਗਾ ਇਸ ਵੇਲੇ ਗੱਲ। ਔਰ ਸਿਰਫ ਤੁਹਾਡੇ ਧਿਆਨ 'ਚ ਲਿਆਉਣ ਦੀ ਜ਼ਰੂਰਤ ਇਸ ਕਰਕੇ ਹੈ ਕਿ ਆਪਾਂ ਪਿਛਲੇ 5 ਸਾਲ ਬਹੁਤ ਹੀ ਮੌਜ 'ਚ ਕੱਢੇ ਸੀ, ਜਿੱਥੇ ਤੁਹਾਡੀ ਲੀਡਰਸ਼ਿਪ ਦੇ ਅੰਡਰ ਸਾਡੇ ਵੱਡੇ ਭਰਾ ਸਾਡੇ ਕੋਲ ਸੀ, ਅਪਰੋਚੇਬਲ ਸੀ। ਅਸੀਂ ਕਿਸੇ ਵੀ ਸਮੱਸਿਆ ਵਾਸਤੇ ਇਹਨਾਂ ਕੋਲ ਜਾਂਦੇ ਸੀ ਤੇ ਨਾ ਨਹੀਂ ਸੀ ਸੁਣੀ ਔਰ ਬੜੇ ਹੀ ਆਰਾਮ ਨਾਲ ਅਸੀਂ ਕੀਤਾ। ਔਰ ਅੱਜ ਮੈਂ ਤੁਹਾਨੂੰ ਸ਼ੋਰ ਕਰਦਾ ਮੇਰੀ ਕੋਈ ਡਿਮਾਂਡ ਨਹੀਂ, ਸਾਨੂੰ ਵਪਾਰੀਆਂ ਨੂੰ ਕੁਝ ਨਹੀਂ ਚਾਹੀਦਾ, ਸਿਰਫ ਇੱਕ ਛੋਟਾ ਜਿਹਾ ਕੰਮ ਕਰਵਾ ਦਿਓ ਸਰ, ਇੱਕ SIT ਫਾਰਮ ਕਰਵਾ ਦਿਓ ਜਿਹੜੀ ਕਿ ਸਾਡੀ ਪੇਮੈਂਟਸ ਵਾਸਤੇ ਵਪਾਰਿਕ ਅਦਾਰੇ ਨਾਲ ਪੁਲਿਸ ਮਹਿਕਮੇ ਦਾ ਇੱਕ ਇਹੋ ਜਿਹਾ ਸਿਸਟਮ ਜੋੜ ਦੇਣਾ ਕਿ ਐਟਲੀਸਟ ਅਸੀਂ ਸਾਰੇ ਮਿਹਨਤ ਕਰਕੇ ਜਦੋਂ ਕੋਈ ਆਈਟਮ ਤਿਆਰ ਕਰਦੇ ਹਾਂ, ਵੇਚਦੇ ਹਾਂ, ਅਗਲੇ ਨੂੰ ਕਿਸੇ ਪੁਲਿਸ ਦਾ, ਕਿਸੇ ਅਦਾਰੇ ਦਾ, ਕਿਸੇ ਸਰਕਾਰ ਦਾ ਕੋਈ ਖੌਫ ਨਹੀਂ ਹੁੰਦਾ ਤੇ ਕਈ ਵਾਰੀ ਉਹ ਕਹਿ ਦਿੰਦਾ ਕਿ ਮੈਂ ਜੋ ਕਰਨਾ ਕਰ ਲਾ। ਜੇ ਆਪਾਂ ਪੁਲਿਸ ਕਮਿਸ਼ਨਰ ਨੂੰ ਰਿਪਰੈਜ਼ੈਂਟ ਕੀਤਾ ਜੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅਦਾਲਤ 'ਚ ਜਾਓ। ਤੁਸੀਂ ਵੀ ਸਮਝਦੇ ਹੋ, ਸਾਰੀ ਲੀਡਰਸ਼ਿਪ ਸਮਝਦੀ ਹੈ ਕਿ ਅਦਾਲਤਾਂ 'ਚ ਕਿੰਨੇ ਸਾਲ ਲੱਗਦੇ ਆ। ਇੱਕ ਉਹ ਬੰਦੇ ਨੇ ਬਿੱਲ 'ਚ ਕੰਮ ਕੀਤਾ ਹੈ, ਚੱਕਾਂ ਨਾਲ ਕੰਮ ਕੀਤਾ ਹੈ, ਕੋਈ ਉਹਨੇ 2 ਨੰਬਰ ਦੇ ਕੰਮ ਨਹੀਂ ਕੀਤੇ, ਕੋਈ ਕਿਸੇ ਤਰ੍ਹਾਂ ਦੀ ਹੇਰਾਫੇਰੀ ਨਹੀਂ ਕੀਤੀ ਔਰ ਅਖੀਰ 'ਚ ਜਾ ਕੇ ਉਹਦੀ ਰਕਮ ਉਹ ਬੰਦਾ ਨਿਹੰਗ ਹੋ ਕੇ ਕਹਿ ਦਿੰਦਾ ਜੀ ਆਪਾਂ ਕੁਝ ਨਹੀਂ ਦੇਣਾ। ਤੇ ਜੇ ਸਪੋਜ਼ਿੰਗ ਸਰ ਇੱਕ ਆਪਾਂ ਇੱਕ SIT ਫਾਰਮ ਕਰ ਦਈਏ ਜਿਹਦੇ ਨਾਲ ਕਿ ਆਪਾਂ ਵਪਾਰ ਵਿੰਗ ਨੂੰ ਜੋੜ ਦਈਏ, ਜਿਹਦੇ 'ਚ ਆਪ ਦੇ ਰਿਪਰੈਜ਼ੈਂਟੇਸ਼ਨ ਹੋਣ, ਉਹਨਾਂ ਨਾਲ ਸਿੱਧਾ ਅਦਾਰਾ ਹੋਵੇ ਔਰ ਜਵਾਬ ਦੇ ਤੁਹਾਡੇ ਹੋਣ ਸਿੱਧੇ, ਤਾਂ ਕਿ 15 ਦਿਨ ਦੇ ਅੰਦਰ ਅੰਦਰ ਉਹ ਸੋਲਵ ਨਹੀਂ ਕਰਦੇ। ਜੇ ਸਾਡੀ ਗਲਤੀ ਹੈ ਕੋਈ ਇਸ਼ੂ ਨਹੀਂ ਸਰ। ਵਪਾਰੀ ਕਦੀ ਵੀ ਚੋਰੀ ਕਰਨ 'ਚ, ਤੁਹਾਨੂੰ ਯਾਦ ਹੋਏਗਾ ਸਰ ਤੁਹਾਡੇ ਕੋਲ ਮੈਂ ਆਇਆ ਸੀ, ਮੈਨੂੰ ਅਨਿਲ ਜੋਸ਼ੀ ਜੀ ਲੈ ਗਏ ਸੀ ਜਦੋਂ ਐਂਟੀ ਟੈਕਸ ਦੀ ਪ੍ਰੋਬਲਮ ਹੁੰਦੀ ਸੀ। ਆਪ ਜੀ ਕੋਲ ਆਏ, ਆਪਨੇ ਕਿਹਾ ਜੇ ਕੋਈ ਟਰੱਕ ਫੜਿਆ ਗਿਆ ਚੋਰੀ ਦਾ, ਮੈਂ ਤੁਹਾਨੂੰ ਕਿਹਾ ਸਰ ਇੱਕ ਰਿਕਸ਼ਾ ਵੀ ਫੜਿਆ ਜਾਏਗਾ ਤੇ ਜ਼ਿੰਮੇਵਾਰ ਅਸੀਂ ਹੋਵਾਂਗੇ, ਗੁਰੂ ਨਗਰੀ ਦੇ ਬੰਦੇ ਆ, ਭਾਜੀ ਸਾਨੂੰ ਲੈ ਕੇ ਆਏ। ਤੁਸੀਂ ਮੈਨੂੰ ਉਸ ਵੇਲੇ ਕਿਹਾ ਸਾਰੇ ਸੁਣੋ, ਇਹਨਾਂ ਨੇ ਕਿਹਾ ਜਾਓ ਫਿਰ ਹੋ ਗਿਆ। ਮੈਂ ਕਿਹਾ ਸਰ ਇਸ ਤਰ੍ਹਾਂ ਨਹੀਂ, ਆਰਡਰ ਕਰੋ। ਸਾਹਮਣੇ ਬੈਠੇ ਸੀ, ਕਹਿੰਦੇ ਤੁਹਾਨੂੰ ਕਿਹਾ ਹੋ ਗਏ। ਤੇ ਸਰ ਅਸੀਂ ਚੰਡੀਗੜ੍ਹੋਂ ਅੰਮ੍ਰਿਤਸਰ ਨਹੀਂ ਸੀ ਪਹੁੰਚੇ, ਪਟਿਆਲਿਓਂ ਅਫਸਰ ਆ ਕੇ ਤੇ 19 ਕੇਸ ਉਹਨਾਂ ਨੇ ਰਾਤੀ ਉਸੇ ਦਿਨ ਸੋਲਵ ਕੀਤੇ ਸੀ।
ਇਸ ਕਰਕੇ ਸਾਨੂੰ ਸਰ ਕੁਝ ਨਹੀਂ ਚਾਹੀਦਾ, ਸਾਨੂੰ ਆਪਣੀ ਸਰਕਾਰ ਵਾਪਸ ਚਾਹੀਦੀ ਹੈ, ਸਾਨੂੰ ਆਪਣਾ ਭਰਾ ਵਾਪਸ ਚਾਹੀਦਾ, ਸਾਨੂੰ ਤੁਸੀਂ ਵਾਪਸ ਚਾਹੀਦੇ ਹੋ। ਲੇਕਿਨ ਸਰਕਾਰ ਦਾ ਬਿਲਕੁਲ ਸਾਥ ਸਿਰਫ ਇਸ ਕਰਕੇ ਵਪਾਰੀ ਨੂੰ ਚਾਹੀਦਾ ਹੈ ਕਿ ਉਹ ਰਕਮ ਨਾਲ ਜਿਹਦੇ ਨਾਲ ਉਹ ਵਪਾਰ ਕਰ ਰਿਹਾ, ਆਪਣਾ ਘਰ ਪਾਲ ਰਿਹਾ, ਉਹ ਸੇਫ ਕਰਵਾ ਦਿਓ ਸਰ। ਸਿਰਫ ਇੱਕ ਇਹ ਪਹਿਲੀ ਡਿਮਾਂਡ ਹੈ। ਇੱਕ ਛੋਟੀ ਜੀ ਗੱਲ ਹੋਰ, ਅਗਰ ਟਾਈਮ ਕਿਸੇ ਨੂੰ ਜ਼ਿਆਦਾ ਨਾ ਲੱਗ ਰਿਹਾ ਹੋਵੇ ਤਾਂ ਇੱਕ ਛੋਟੀ ਜੀ ਗੱਲ ਹੋਰ ਕਰਨੀ ਚਾਹਾਂਗਾ ਕਿ ਸਰ ਗੁਰੂ ਸਾਹਿਬ ਨੇ ਅਗਰ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ, ਉਹਦੀ ਵਜ੍ਹਾ ਸੀਗੀ ਕਿ ਉਹਨਾਂ ਨੇ ਇਹਦਾ ਨਾਂ ਅੰਮ੍ਰਿਤਸਰ ਦਿੱਤਾ ਸੀ ਕਿ ਪਾਣੀ ਇੱਥੋਂ ਦਾ ਐਡਾ ਵਧੀਆ ਹੁੰਦਾ ਸੀ। ਸਰ ਸਾਡੇ ਜਿੰਨੇ ਵੀ ਨਾਲੇ ਹੈ ਜਿਨ੍ਹਾਂ 'ਚ ਕਿ ਪ੍ਰੋਸੈਸਿੰਗ ਹਾਊਸਾਂ ਦਾ ਸਾਰਾ ਪੋਲਿਊਟਡ ਵਾਟਰ ਜਾਂਦਾ ਹੈ, ਤੁਸੀਂ ਵੀ ਸਮਝਦੇ ਹੋ, ਅਸੀਂ ਵੀ ਸਮਝਦੇ ਹਾਂ, ਭਾਵੇਂ ਉਹ ਜਿੰਨਾ ਮਰਜ਼ੀ ਪੋਲੂਸ਼ਨ ਕੰਟਰੋਲ ਬੋਰਡ ਕਹੇ ਕਿ ਨਹੀਂ ਹੈ ਜੀ ਫਿਲਟਰ ਪਲਾਂਟ ਲਗਾਤੇ, ਨਹੀਂ ਕਰਤਾ, ਉਹ ਵੀ ਆਪਣੀ ਜਗ੍ਹਾ ਤੇ ਸੱਚੇ ਨੇ ਸਰ, ਉਹ ਗਲਤ ਨਹੀਂ ਹੈ ਕਿਉਂਕਿ ਉਹਨਾਂ ਦੀ ਕਾਸਟ ਇੰਨੀ ਵੱਧ ਜਾਏਗੀ। ਸੋ ਅਗਰ ਇੱਕ ਆਪਾਂ ਕਾਮਨ ਟ੍ਰੀਟਮੈਂਟ ਪਲਾਂਟ ਦੇ ਕੇ ਉਹਨਾਂ ਨੂੰ ਸ਼ਹਿਰੋਂ ਬਾਹਰ ਕਿਤੇ ਵਸਾ ਦਿੰਦੇ ਆ ਕਿ ਜਿੱਥੇ ਉਹ ਸਾਰੇ ਆਉਣ, ਅੱਜ ਉਹਨਾਂ ਦੀ ਜ਼ਮੀਨਾਂ ਦੇ ਲਾਗੇ ਤੱਕ ਇਹ ਸਾਰੇ ਘਰ ਪਹੁੰਚ ਚੁੱਕੇ ਆ, ਅਗਰ ਉਹ ਆਪਣੇ ਲੈਂਡ ਨੂੰ ਕੱਟ ਕਰਕੇ ਵੇਚ ਵੀ ਦੇਣਗੇ ਤੇ ਉਹਨਾਂ ਨੂੰ ਆਪਣੇ ਪੈਸੇ ਮਿਲ ਜਾਣੇ ਆ, ਕੋਈ ਐਡੀ ਪ੍ਰੋਬਲਮ ਨਹੀਂ ਹੈ, ਸ਼ਿਫਟਿੰਗ 'ਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਸਰ ਅਗਰ ਪਾਣੀ ਅੰਮ੍ਰਿਤਸਰ ਦਾ ਖਰਾਬ ਹੋ ਕੇ ਤੇ ਲੋਕ ਕੈਂਸਰ ਦੇ ਮਰੀਜ਼ ਬਣਨੇ ਸ਼ੁਰੂ ਹੋ ਜਾਣਗੇ ਤੇ ਆਪਾਂ ਗੁਰੂ ਸਾਹਿਬ ਦੀ ਨਾਲ ਨਹੀਂ ਆਪਾਂ ਕਰ ਰਹੇ ਨਿਆਏ, ਅਸੀਂ ਉਹਨਾਂ ਦੇ ਭਗਤ ਨਹੀਂ ਬਣ ਸਕਦੇ ਕਦੀ ਵੀ ਜੇ ਆਪਾਂ ਆਪਣੀ ਗੁਰੂ ਨਗਰੀ ਦਾ ਪਾਣੀ ਵੀ ਸਾਫ਼ ਨਹੀਂ ਰੱਖਣ ਦਿੰਦੇ। ਉਹ ਚਾਹੁੰਦੇ ਤੇ ਪਟਿਆਲੇ ਵੀ ਹਰਿਮੰਦਰ ਸਾਹਿਬ ਬਣਾ ਸਕਦੇ ਸੀ, ਫਰੀਦਕੋਟ ਵੀ ਬਣਾ ਸਕਦੇ ਸੀ। ਅੰਮ੍ਰਿਤਸਰ ਸਾਹਿਬ ਨੂੰ ਅਗਰ ਦੇਣ ਦਿੱਤੀ ਗਈ ਤੇ ਸਰ ਉਹ ਪਲੀਜ਼ ਉਹਨੂੰ ਤੁਸੀਂ ਲੱਗ ਕੇ ਅੱਗੇ, ਅੱਜ ਤੁਸੀਂ ਮੇਰੇ ਮੁਤਾਬਕ ਸਿਲਵਰ ਅਕਸ਼ਰਾਂ 'ਚ ਆਪਣਾ ਨਾਮ ਲਿਖਵਾ ਲਿਆ, ਜੋ ਤੁਸੀਂ ਗਲਿਆਰਾ ਪ੍ਰੋਜੈਕਟ ਲੈ ਕੇ ਆਏ ਹੋ। ਮੇਰੇ ਵਰਗਾ ਬੰਦਾ ਬੌਂਦਲ ਗਿਆ ਜਾ ਕੇ ਦੇਖ ਕੇ ਕਿ ਕੀ ਬਣ ਗਿਆ। ਜਦੋਂ ਵੀਡੀਓ ਆਈ ਸੀ ਸਮਝਦੇ ਸੀ ਕਿ ਸ਼ਾਇਦ ਇਹ ਝੂਠ ਹੈ, ਲੇਕਿਨ ਜਦੋਂ ਜਾ ਕੇ ਦੇਖਿਆ ਕਿ ਵਾਕਈ ਉਹ ਸੱਚ ਸੀ। ਤੇ ਸਰ ਅਗਰ ਤੁਸੀਂ ਬੀੜਾ ਚੁੱਕਿਆ, ਸਵੈਰੀ ਅੱਖਰਾਂ 'ਚ ਲਿਖਿਆ ਜਾਏਗਾ ਨਾਮ, ਅਗਰ ਤੁਸੀਂ ਅੰਮ੍ਰਿਤਸਰ ਦਾ ਪਾਣੀ ਦੁਬਾਰਾ ਪਵਿੱਤਰ ਕਰ ਦਿੱਤਾ ਤੇ। ਥੈਂਕ ਯੂ ਵੈਰੀ ਮਚ ਸਰ। ਕੋਈ ਗੱਲ ਬੁਰੇ ਲੱਗੇ ਬਹੁਤ ਬਹੁਤ ਧੰਨਵਾਦ ਅਜੇ ਜੀ। ਹੁਣ ਮੈਂ ਬੇਨਤੀ ਕਰਾਂਗਾ ਪੋਲਟਰੀ ਐਸੋਸੀਏਸ਼ਨ ਜਿਹੜੀ ਬਹੁਤ ਵੱਡੀ ਪੰਜਾਬ 'ਚ ਐਸੋਸੀਏਸ਼ਨ ਹੈ, ਜੀਐਸ ਬੇਦੀ ਜੀ ਪੋਲਟਰੀ ਐਸੋਸੀਏਸ਼ਨ ਵੱਲੋਂ ਜਿਹੜੇ ਉਹ ਆਪਣੀਆਂ ਜਿਹੜੀਆਂ ਉਹ ਦੱਸਣਗੇ ਡਿਮਾਂਡਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਲ ਸਾਹਿਬ, ਮੈਂ ਤੁਹਾਡਾ ਤੇ ਮਰਵਾ ਸਾਹਿਬ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਸਾਨੂੰ ਪੋਲਟਰੀ ਵਾਲਿਆਂ ਨੂੰ ਤੁਹਾਡੇ ਕੋਲ ਪੇਸ਼ ਮਾਈਕ ਹੋਣ ਲਾਗੇ ਦਾ ਕਰੋ, ਮੌਕਾ ਮਾਈਕ ਲਾਗੇ ਦਿੱਤਾ। ਬੇਦੀ ਸਾਹਿਬ ਲਾਗੇ ਕਰੋ ਲਾਗੇ। ਤੁਹਾਡੇ ਕੋਲ ਪੇਸ਼ ਹੋਣ ਦਾ ਮੌਕਾ ਦਿੱਤਾ। ਪੋਲਟਰੀ ਦਾ ਬਿਜ਼ਨਸ ਜਿਹੜਾ ਇਹ ਐਗਰੀਕਲਚਰ ਨਾਲ ਕਨੈਕਟਡ ਹੈ, ਔਰ ਜੋ ਐਗਰੀਕਲਚਰ ਵਾਲਿਆਂ ਦੀ ਹਾਲਤ ਹੈ ਉਹ ਸੇਮ ਸਾਡੀ ਪੋਜੀਸ਼ਨ ਹੈ ਇਸ ਵੇਲੇ ਪੋਲਟਰੀ ਵਾਲਿਆਂ ਦੀ। ਜਿਹੜੇ 3 ਲਾਜ਼ ਬਣੇ ਨੇ ਖੇਤੀ ਦੇ, ਉਹਦਾ ਸਭ ਤੋਂ ਪਹਿਲਾ ਇਫੈਕਟ ਜਿਹੜਾ ਉਹ ਸਾਡੀ ਪੋਲਟਰੀ ਤੇ ਆਇਆ। ਸਾਡੇ ਪੋਲਟਰੀ ਫੀਡ ਦੇ ਵਿੱਚ ਸੋਇਆਬੀਨ ਮੀਲ ਪੈਂਦਾ, ਜਿਹੜਾ ਕਿ ਮਾਰਚ ਅਪ੍ਰੈਲ ਦੇ ਵਿੱਚ 35 ਰੁਪਏ ਕਿਲੋ ਸੀ ਔਰ ਅੱਜ ਦੀ ਡੇਟ 'ਚ 100 ਰੁਪਇਆ ਕਿਲੋ ਹੋ ਗਿਆ। ਔਰ ਉਹ ਇਫੈਕਟ ਸਿਰਫ ਇਸੇ ਕਾਨੂੰਨਾਂ ਕਰਕੇ ਆਇਆ, ਔਰ ਉਹਦਾ ਫੀਡ ਦੀ ਕਾਸਟ ਜਿਹੜੀ ਆ ਉਹ 50% ਤੱਕ ਇਨਕਰੀਜ਼ ਹੋ ਗਈ ਆ। ਇਸ ਤੋਂ ਇਲਾਵਾ ਬਾਦਲ ਸਾਹਿਬ ਪਿਛਲੇ 2 ਸਾਲਾਂ ਤੋਂ ਇੱਕ ਕਰੋਨਾ ਦੀ ਜਿਹੜਾ ਮਹਾਮਾਰੀ ਆਈ, ਉਹਦੀ ਲੋਕਾਂ 'ਚ ਅਫਵਾਹ ਫੈਲ ਗਈ ਕਿ ਜੀ ਪੋਲਟਰੀ ਨਾਲ ਕਨੈਕਟਡ ਹੈ, ਵਿਚ ਵਾਜ਼ ਨਾਟ ਐਟ ਆਲ ਦੇਅਰ। ਅਸੀਂ ਡਿਨਾਈ ਕੀਤਾ ਬਕਾਇਦਾ, ਫਿਰ WHO ਨੇ ਡਿਨਾਈ ਕੀਤਾ। ਬਰਡ ਫਲੂ, ਫਿਰ ਉਸ ਤੋਂ ਬਾਅਦ ਬਰਡ ਫਲੂ ਆ ਗਿਆ, ਔਰ ਪਿਛਲੇ 2 ਸਾਲਾਂ ਦੇ ਵਿੱਚ ਪੋਲਟਰੀ ਦਾ ਬਹੁਤ ਨੁਕਸਾਨ ਹੋਇਆ। ਸੋ ਅਸੀਂ ਬੇਨਤੀ ਕਰਨੇ ਆ ਕਿ ਤੁਸੀਂ ਕੁਝ ਸਾਡੀਆਂ ਡਿਮਾਂਡਸ ਨੇ, ਜਿਵੇਂ ਕਿ ਇੱਕ 2013 ਦੇ ਵਿੱਚ ਜਿਵੇਂ ਇੱਕ ਪਹਿਲਾਂ ਸਟਾਰਟ ਹੋਇਆ ਸੀ ਆਪਣੀ ਸਬਜ਼ੀ ਆਪਣੀ ਮੰਡੀ ਦੇ ਮੁਤਾਬਕ, ਜਿਹੜੇ ਪੋਲਟਰੀ ਫਾਰਮਰਸ ਨੂੰ ਆਪਣੇ ਫਾਰਮਿੰਗ ਤੋਂ ਪੈਸੇ ਨਹੀਂ ਸੀ ਬਚਦੇ, ਉਹਨਾਂ ਨੇ ਅਲਟੀਮੇਟਲੀ ਸਲੌਟਰਿੰਗ ਦੀਆਂ ਸ਼ਾਪਸ ਖੋਲ੍ਹ ਲਈਆਂ। 2013 ਦੇ ਵਿੱਚ ਉਹਦੇ ਉੱਤੇ ਸਲੌਟਰ ਟੈਕਸ ਲਾਤਾ, ਜਿਹੜਾ ਇੰਡੀਆ 'ਚ ਪਹਿਲੀ ਵਾਰੀ ਲੱਗਾ, ਸਿਰਫ ਅੰਮ੍ਰਿਤਸਰ 'ਚ ਲੱਗਾ ਕਾਰਪੋਰੇਸ਼ਨ ਵੱਲੋਂ। ਦੂਜੀ ਇੱਕ ਹੋਰ ਡਿਮਾਂਡ ਸੀ ਕਿ ਕੰਟਰੈਕਟ ਫਾਰਮਿੰਗ, ਜਿਹਦੇ ਬਾਰੇ ਹੁਣ ਐਗਰੀਕਲਚਰ ਵਾਲੇ ਸਟਰਗਲ ਕਰਦੇ ਪਏ ਨੇ, ਇਹ ਪਿਛਲੇ ਕੋਈ ਤਕਰੀਬਨ 6-7 ਸਾਲ ਤੋਂ ਸਾਨੂੰ ਇਫੈਕਟ ਕਰ ਰਹੇ ਨੇ। ਨਾਰਮਲ ਪੋਲਟਰੀ ਫਾਰਮਰ ਜਿਹੜਾ ਉਹ ਵੱਡੀਆਂ ਕੰਪਨੀਆਂ ਦੀ ਕੰਟਰੈਕਟ ਫਾਰਮਿੰਗ ਨਾਲ ਕੰਪੀਟ ਨਹੀਂ ਕਰ ਸਕਦਾ, ਔਰ ਸਾਨੂੰ ਇਸ ਵੇਲੇ ਪੋਲਟਰੀ ਫਾਰਮਿੰਗ ਜਿਹੜੀ ਆ ਉਹ ਪ੍ਰੋਫਿਟੇਬਿਲਿਟੀ 'ਚ ਨਹੀਂ ਆਉਂਦੀ ਪਈ ਪਿਛਲੇ ਕਿੰਨੇ ਸਾਲਾਂ ਤੋਂ। ਸੋ ਇਹ ਕੁਝ ਡਿਮਾਂਡਸ ਨੇ ਜਿਹੜੀਆਂ ਅਸੀਂ ਤੁਹਾਨੂੰ ਦੇ ਰਹੇ ਹਾਂ। ਸੋ ਪਲੀਜ਼ ਇਹਨਾਂ ਨੂੰ ਮੈਨੀਫੈਸਟੋ ਦੇ ਵਿੱਚ ਐਡ ਕਰਕੇ ਤੇ ਆਉਣ ਵਾਲੀ ਸਰਕਾਰ 'ਚ ਸਾਨੂੰ ਥੋੜਾ ਇਹਦੇ 'ਚ ਰਾਹਤ ਦਿਓ, ਅਸੀਂ ਬੜੇ ਧੰਨਵਾਦੀ ਹੋਵਾਂਗੇ। ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਬੇਦੀ ਸਾਹਿਬ। ਹੁਣ ਮੈਂ 1 ਮਿੰਟ ਲਈ ਚੌਧਰੀ ਮੰਨਨ ਜੀ, ਜੋ ਕਿ ਮਿਨੀ ਬੱਸ ਟਰਾਂਸਪੋਰਟ ਸੈੱਲ ਦੇ ਪ੍ਰਧਾਨ ਨੇ, ਚੌਧਰੀ ਮੰਨਨ ਜੀ, 2 ਮਿੰਟ 1 ਮਿੰਟ ਬਸ। ਮੰਚ ਤੇ ਬਿਰਾਜਮਾਨ
ਸਾਡੀ ਪੰਜਾਬ ਦਾ ਭਵਿੱਖ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਅੰਮ੍ਰਿਤਸਰ ਦੀ ਸਮੂਹ ਲੀਡਰਸ਼ਿਪ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੋ ਮਨ ਸਾਹਿਬ ਆਜੋ। ਪ੍ਰਧਾਨ ਜੀ, ਤੁਹਾਡੀ ਬੇਨਤੀ ਕਰਨੀ ਆ, ਮੈਂ ਬੱਸਾਂ ਦਾ ਆਪਰੇਟਰ ਹਾਂ ਜੀ, ਪ੍ਰਧਾਨ ਆ ਅੰਮ੍ਰਿਤਸਰ ਗੁਰਦਾਸਪੁਰ ਬੱਸ ਯੂਨੀਅਨ ਤੋਂ। ਇਹ ਐਡੀ ਬਸ਼ਰਮ ਸਰਕਾਰ ਕਾਂਗਰਸ ਦੀ ਬਣੀ ਆ ਵੀ ਇੱਕ ਕਿਸੇ ਕੋਲੋਂ ਪੈਸੇ ਲੈਣ ਜਾਓ ਨਾ ਤੇ ਬਸ਼ਰਮ ਬੰਦੇ ਦਾ ਜਵਾਬ ਹੁੰਦਾ ਜਨਾਨੀ ਭੇਜ ਦਿੰਦਾ। 5 ਸਾਲ ਇਹਨਾਂ ਨੇ ਜਨਾਨੀਆਂ ਨੂੰ ਇਹ ਮਹਿਕਮਾ ਦੇ ਛੱਡਿਆ। ਮੈਂ ਨਾ ਵੀ 100 ਬੱਸ ਖੜੀ ਕਰ ਲਓ, 100 ਟਰੱਕ ਖੜਾ ਕਰ ਲਓ, ਇੱਕ ਡਰਾਈਵਰ ਜਨਾਨੀ ਵਿਖਾ ਦਿਓ, ਇੱਕ ਕਨੈਕਟਰ ਜਨਾਨੀ ਵਿਖਾ ਦਿਓ, ਅਸੀਂ ਤੁਹਾਡਾ ਪਾਣੀ ਭਰਾਂਗੇ। ਇਹਨਾਂ ਨੇ ਸਾਡੀ ਕੋਈ ਮੀਟਿੰਗ ਨਹੀਂ ਲਈ, ਕੋਈ ਇਹਨਾਂ ਨੇ ਸਾਡੇ ਨਾਲ ਡਿਬੇਟ ਨਹੀਂ ਕੀਤੀ, ਕੋਈ ਇਹਨਾਂ ਸਾਨੂੰ ਰਿਆਤ ਨਹੀਂ ਕੀਤੀ। 5 ਸਾਲਾਂ 'ਚ ਇੱਕ ਟਾਈਮ ਟੇਬਲ ਦੀ ਮੀਟਿੰਗ ਨਹੀਂ ਕੀਤੀ। ਤੇ ਰਹਿੰਦਾ ਖੁੰਦਾ, ਮੈਂ ਸਮਾਂ ਜ਼ਿਆਦਾ ਨਹੀਂ ਲੈਣਾ, ਮੇਰੇ ਕੋਲ ਬੜੇ ਜਵਾਬ ਨੇ, ਸਵਾਲ ਨੇ। ਰਹਿੰਦਾ ਖੁੰਦਾ ਇੱਕ ਨਾਚਾ ਜਿਹਾ ਸ਼ਦਾਈ ਹੁਣ ਮੰਤਰੀ ਬਣਾਤਾ, 15 ਦਿਨ ਰਹਿ ਗਏ ਨੇ ਇਹਨਾਂ ਦੇ। ਉਹ ਆਖੀ ਜਾਂਦਾ ਬੱਸਾਂ ਅੰਦਰ ਕਰ ਦਿਓ, ਬੱਸਾਂ ਅੰਦਰ ਕਰ ਦਿਓ। ਬੱਸਾਂ ਦੱਸੋ ਕੀ ਆ? ਬੱਸਾਂ ਸਾਡੀਆਂ ਜਿਉਂ ਦਾ ਕਰੋਨਾ ਆਇਆ ਉਦੋਂ ਦੀਆਂ ਖਲੋਤੀਆਂ ਨੇ, ਕੋਈ ਸਾਨੂੰ ਟੈਕਸ 'ਚ ਰਿਬੇਟ ਨਹੀਂ ਦਿੱਤੀ, ਕੋਈ ਸਾਡੀ ਸੁਣਵਾਈ ਨਹੀਂ ਹੋਈ। ਇਹ ਇੱਕ ਨਾ ਆਮ ਜਦੋਂ ਅਸੀਂ ਬੱਚੇ ਹੁੰਦੇ ਹਾਂ ਨਾ ਜੀ, ਅਰਦਾਸ ਕਰੀ ਦੀ ਸੀਗੀ ਵੀ ਸਕੂਲ ਲੱਗਣ ਦੇ ਟਾਈਮ ਨਾ ਮੀਂਹ ਪੈਣਾ ਸ਼ੁਰੂ ਹੋ ਜਾਏ। ਇਹਨਾਂ ਹਰਾਮਜ਼ਾਦਿਆਂ ਨੂੰ ਜਦੋਂ ਮਿਲ ਜਾਈਦਾ ਕਹਿੰਦੇ ਕਰੋਨਾ ਆ ਗਿਆ ਜੀ, ਕਰੋਨਾ ਆ ਗਿਆ, ਕੋਈ ਮੀਟਿੰਗ ਨਹੀਂ ਕਰਨੀ, ਉੱਥੋਂ ਸੈਕਟਰੀਏਟ ਦੇ ਪਾਸ ਲੈ ਲਓ, ਉੱਧਰ ਚਲੇ ਜਾਓ। ਅਸੀਂ ਬੜਾ ਆਨੰਦ ਮਾਣਿਆ। ਮੈਂ ਸੰਨ 78 ਦਾ ਟਰਾਂਸਪੋਰਟਰ ਹਾਂ, ਤੁਹਾਡੀ ਬੜੀ ਆਨੰਦ ਲੈਂਦੇ ਰਹੇ ਹਾਂ। ਵਿਰੋਧੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਏ, ਜਿੱਤ ਸਾਡੀ ਪੱਕੀ ਤੇ ਐਲਾਨ ਹੋਣਾ ਬਾਕੀ ਏ। ਬਹੁਤ ਧੰਨਵਾਦ ਮੰਨਣ ਸਾਹਿਬ। ਹੁਣ ਮੈਂ ਜਿਹੜੀ ਹਾਲ ਬਾਜ਼ਾਰ ਐਸੋਸੀਏਸ਼ਨ ਹੈ ਸਾਰੀ ਬਹੁਤ ਸਭ ਤੋਂ ਵੱਡੀ ਐਸੋਸੀਏਸ਼ਨ ਸਾਡੇ ਅੰਮ੍ਰਿਤਸਰ ਸ਼ਹਿਰ ਦੀ, ਹਾਲ ਬਾਜ਼ਾਰ ਜਿਹੜਾ ਤੁਸੀਂ ਸਾਰਾ ਨਕਸ਼ਾ ਬਦਲਤਾ ਹਾਲ ਬਾਜ਼ਾਰ ਦਾ, ਲਖਵਿੰਦਰ ਸਿੰਘ ਊਜਾ ਜੀ ਨੂੰ ਬੇਨਤੀ ਕਰਾਂਗਾ ਕਿ ਹਾਲ ਬਾਜ਼ਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ, ਉਹ 2 ਮਿੰਟ ਆਪਣੇ ਵਿਚਾਰ। ਜਿਹੜੇ ਮੇਰੇ ਸਾਰੇ ਸਾਹਿਬਾਨ ਸਟੇਜ ਤੇ ਬੈਠੇ ਨੇ, ਕਿਸੇ ਸ਼ਖਸੀਅਤ ਨੂੰ ਮੈਂ ਦੱਸ ਨਹੀਂ ਸਕਦਾ, ਮੁਹਤਾਜ ਨਹੀਂ ਕਿਸੇ ਦੀ ਤਾਰੀਫ ਦੇ। ਕਿਸੇ ਨੇ ਉਹ 10 ਸਾਲ ਦੀ ਤਰੱਕੀ ਦੇਖਣੀ ਹੈ ਤੇ ਸਾਡੇ ਬਾਜ਼ਾਰ 'ਚ ਆਓ, ਤੁਹਾਨੂੰ ਦਿਖਾਉਂਦੇ ਆ ਕਿ ਹਾਲ ਬਾਜ਼ਾਰ ਦਾ ਨੁਹਾਰ ਕਿੱਦਾਂ ਬਦਲਿਆ ਗਿਆ। ਇੱਕ ਦੁਕਾਨ ਨੂੰ ਐਸਾ ਸਜਾਇਆ ਗਿਆ ਹੈ ਜਿਵੇਂ ਕਿਸੇ ਜੰਝ ਘਰ ਨੂੰ ਸਜਾਇਆ ਜਾਂਦਾ ਵਿਆਹ ਵਾਸਤੇ। ਲੇਕਿਨ ਕੁਝ ਗੱਲਾਂ ਦੇ ਵਿੱਚ ਇਹ ਸਰਕਾਰ ਤੋਂ ਅਸੀਂ ਉਮੀਦਾਂ ਤੇ ਬਹੁਤ ਰੱਖੀਆਂ ਸੀ, ਜਿੱਥੇ ਉਹ ਸਫਲ ਨਹੀਂ ਹੋ ਸਕੇ। ਉਹਨਾਂ ਵਿੱਚ ਮੈਂ ਇੱਕ ਪਾਰਕਿੰਗ ਦੇ ਮਸਲੇ ਤੋਂ ਅਸੀਂ ਲੋਕ ਪਿਛਲੇ 15 ਸਾਲ ਤੋਂ ਅਸੀਂ ਲੋਕ ਬਹੁਤ ਪਰੇਸ਼ਾਨ ਹੈਗੇ ਆ। ਸਾਡੇ ਕੋਲ 5 ਪਾਰਕਿੰਗਾਂ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਵਿੱਚ ਹੈਗੀਆਂ, ਲੇਕਿਨ ਉਹਨਾਂ ਦੀ ਕਦੀ ਡਿਵੈਲਪਮੈਂਟ ਹੀ ਨਹੀਂ ਹੋਈ। ਮੱਛੀ ਮੰਡੀ ਲੈ ਲਈ ਹੈ, ਪੁਰਾਣੀ ਸਬਜ਼ੀ ਮੰਡੀ ਲੈ ਲਈ ਹੈ। ਉਹ ਮੰਡੀਆਂ ਇੰਨੀਆਂ ਪੁਰਾਣੀਆਂ ਜਗ੍ਹਾ ਸਿਵਾਏ ਬਿਮਾਰੀ ਦਾ ਘਰ ਬਣਨ ਤੋਂ ਇਲਾਵਾ ਹੋਰ ਕੁਝ ਨਹੀਂ ਹੈਗੀਆਂ। ਉਹ ਜੇ ਆਪਣੀ ਸਰਕਾਰ ਜਿਹੜੀ ਕਿ ਆਉਣ ਦੀ ਤਿਆਰੀ ਦੇ ਵਿੱਚ ਹੈ, ਔਰ ਇੰਨੇ ਵਰਗ ਬੈਠੇ ਮੇਰੇ ਨਾਲ ਜਿਹੜਾ ਕਿ ਇੰਨਾ ਟੂਰਿਸਟ ਜਿਹੜਾ ਅਸੀਂ ਲੋਕਾਂ ਨੇ ਆਪਣੇ ਸ਼ਹਿਰ 'ਚ ਲੈ ਆਂਦਾ, ਲੇਕਿਨ ਜਦੋਂ ਉਹ ਹਾਲ ਬਾਜ਼ਾਰ ਤੋਂ ਲੈ ਕੇ ਗੋਲਡਨ ਟੈਂਪਲ ਤੱਕ ਜਾਂਦਾ ਹੈ, ਉਹਨੂੰ ਇੱਕ ਵਾਸ਼ਰੂਮ ਦੀ ਫੈਸਿਲਿਟੀ ਅਵੇਲੇਬਲ ਨਹੀਂ ਹੈ। ਕਿਤੇ ਵੀ ਕਿਸੇ ਲੇਡੀਜ਼ ਨੂੰ ਅਸੀਂ ਲੋਕ ਆਪਣੀਆਂ ਦੁਕਾਨਾਂ ਦੇ ਵਿੱਚ ਆ ਕੇ ਕਹਿੰਦੇ ਆ ਤੁਸੀਂ ਇਹ ਫੈਸਿਲਿਟੀ ਪ੍ਰੋਵਾਈਡ ਕਰ ਸਕਦੇ ਆ, ਅਸੀਂ ਕਰ ਸਕਦੇ ਆ, ਲੇਕਿਨ ਕੋਈ ਸਰਕਾਰ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡਡ ਨਹੀਂ ਹੈਗੀ। ਉਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਚੀਜ਼ ਨੂੰ। ਇੱਕ ਪ੍ਰਸ਼ਾਸਨ ਤੋਂ ਸਾਡੀ ਇੱਕ ਮੰਗ ਹੈ ਜਿਹੜੀ ਕਿ ਬਹੁਤ ਜ਼ਰੂਰੀ ਹੈ ਕਿ ਜੇ ਪੁਲਿਸ ਡਿਪਾਰਟਮੈਂਟ ਸਾਡਾ ਬਾਜ਼ਾਰ ਆਪਣੀ ਰੌਣਕ ਖੋਣ ਡਿਆ ਵਾ, ਗਵਾਚਣ ਡਈ ਉਹ ਚੋਂ ਰੌਣਕ, ਕਿਉਂਕਿ ਸਾਡੇ ਬਾਜ਼ਾਰ ਦੇ ਵਿੱਚੋਂ ਇੱਕ ਟੋ ਦਾ ਗੱਡੀਆਂ ਨੂੰ ਟੋ ਕਰਕੇ ਲਿਜਾਣ ਦਾ ਬਹੁਤ ਵੱਡਾ ਚਲਨ ਹੋ ਗਿਆ। ਉਹਦੇ ਨਾਲ ਗੱਡੀ ਟੋ ਕਰਕੇ ਜਿਹੜੇ ਕਸਟਮਰ ਦੀ ਇੱਕ ਵਾਰੀ ਗੱਡੀ ਟੋ ਹੋ ਕੇ ਚਲੇ ਜਾਂਦੀ ਹੈ ਤੇ 1000 ਰੁਪਈਆ ਫਾਈਨ ਪੈਂਦਾ ਹੈ ਉਹਨੂੰ, ਤੇ ਉਹ ਕੱਲਾ ਹੀ ਨਹੀਂ ਇੱਕ ਮਾਯੂਸ ਹੁੰਦਾ, ਆਪਣੇ ਨਾਲ ਘੱਟੋ ਘੱਟ 10 ਹੋਰ ਲੋਕਾਂ ਨੂੰ ਮੈਸੇਜ ਦਿੰਦਾ ਯਾਰ ਹਾਲ ਬਾਜ਼ਾਰ ਨਾ ਜਾਈ, ਉੱਥੇ ਬੜਾ ਬੁਰਾ ਹਾਲ ਹੀ। ਉਹਦੇ ਵਾਸਤੇ ਇੱਕ ਰਿਕੁਐਸਟ ਹੈ ਕਿ ਪ੍ਰਸ਼ਾਸਨ ਨੂੰ ਸਾਨੂੰ ਜੇ ਪਾਰਕਿੰਗ ਮਿਲ ਜਾਏਗੀ ਤੇ ਉਹ ਪਾਰਕਿੰਗ ਪਬਲਿਕ ਵਾਸਤੇ ਓਪਨ ਹੋ ਜਾਏਗੀ, ਤੇ ਜਿਹੜੇ ਪ੍ਰਸ਼ਾਸਨ ਨੂੰ ਕਹਿ ਕੇ ਟੋ ਦੀ ਜਿਹੜੀ ਹੈਗੀ ਹੈ ਜਾਂ ਉਹਦੀ ਵਾਰਨਿੰਗ ਦੇ ਕੇ ਕਸਟਮਰ ਨੂੰ ਉਹਨੂੰ ਹਿਲਾਇਆ ਜਾਵੇ, ਉਹਨੂੰ ਉਹਦੇ ਇਹ ਨਾ ਕੀਤਾ ਜਾਵੇ ਕਿ ਉਹਦੇ ਤੇ ਜੁਰਮਾਨਾ ਆਇਦ ਕੀਤਾ ਜਾਵੇ, ਇਹ ਨਾ ਕੀਤਾ ਜਾਵੇ। ਇਹ ਅਸੀਂ ਕੁਝ ਮੈਮੋਰੈਂਡਮ, ਮੇਰੇ ਨਾਲ ਹਾਲ ਬਾਜ਼ਾਰ ਦੇ ਕਾਫੀ ਪਤਵੰਤੇ ਖੜੇ ਨੇ ਜਿਹੜੇ ਤੁਹਾਨੂੰ
ਆ ਕੇ ਬੁੱਕਾ ਦੇ ਕੇ ਔਰ ਆਪਣੇ ਮੈਮੋਰੈਂਡਮ ਦੇਣਾ ਚਾਹੁੰਦੇ ਨੇ। ਬੋਲੇ ਸੋ ਨਿਹਾਲ। ਆਲ ਪੰਜਾਬ ਟ੍ਰੇਡਰ ਐਸੋਸੀਏਸ਼ਨ ਹੁਣ ਮੈਂ ਬੇਨਤੀ ਕਰਾਂਗਾ ਆਪਣੇ ਵੀਰ ਮੁਕੇਸ਼ ਮਾਹੀ ਜੀ ਜੋ ਕਿ ਡਿਜ਼ਾਈਨਰ ਨੇ ਔਰ ਬਾਲੀਵੁੱਡ ਦੇ ਕੱਪੜੇ ਜਿਹੜੇ ਨੇ ਉਹ ਉਹਨਾਂ ਨੂੰ ਡਿਜ਼ਾਈਨ ਕਰਕੇ ਦਿੰਦੇ ਨੇ, 1 ਮਿੰਟ ਲਈ ਉਹ ਵੀ ਆ ਰਹੇ ਨੇ। ਉਹ ਜੀ ਆਓ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਜਦੋਂ ਆਪਣੀ ਸਰਕਾਰ ਸੀ ਇੰਨੀਆਂ ਅੱਛੀਆਂ ਮਲਾਈ ਵਰਗੀਆਂ ਸੜਕਾਂ ਬਣ ਗਈਆਂ ਸੀ ਅੰਮ੍ਰਿਤਸਰ ਦੀਆਂ, ਬਲਕਿ ਪੰਜਾਬ ਦੀਆਂ ਹੀ ਮਲਾਈ ਵਰਗੀਆਂ ਸੜਕਾਂ ਸੀਗੀਆਂ। ਔਰ ਅੱਜ ਦੀ ਡੇਟ ਦੇ ਵਿੱਚ ਨਾ ਪੱਚ ਲੱਗੇ ਨੇ ਨਾ ਸੜਕਾਂ ਬਣੀਆਂ। ਸੜਕਾਂ ਤਾਂ ਬਣੀਆਂ ਨਹੀਂ, ਪੱਚ ਵੀ ਨਹੀਂ ਲੱਗੇ ਉਹਨਾਂ ਦੇ, ਜੋ ਸ਼ਹਿਰ ਦਾ ਹਾਲ ਹੈ। ਤੁਹਾਨੂੰ ਰਿਕੁਐਸਟ ਹੈ ਕਿ ਇੰਡਸਟਰੀਅਲ ਏਰੀਆ ਜਾਂ ਜਿਹੜਾ ਅੰਮ੍ਰਿਤਸਰ ਦੀ ਕਲੋਨੀਆਂ ਨੇ ਉਹਨਾਂ ਦੀਆਂ ਸੜਕਾਂ ਨੂੰ ਪਲੀਜ਼ ਵਧੀਆ ਤਰੀਕੇ ਨਾਲ ਡਿਵੈਲਪ ਕਰ ਦਿਓ। ਦੂਜੀ, ਐਜ਼ ਏ ਮੈਂ ਫੈਸ਼ਨ ਡਿਜ਼ਾਈਨਰ ਹਾਂ, ਮੈਂ ਚਾਹੁੰਦਾ ਕਿ ਸਾਡੇ ਕੋਲ ਸਾਡਾ ਪੰਜਾਬ ਦਿੱਲੀ ਬੰਬੇ ਕੱਪੜੇ ਡਿਜ਼ਾਈਨ ਕਰਾਉਣ ਜਾਂਦਾ ਹੈ, ਸਵਾਨ ਜਾਂਦਾ, ਪਰ ਅਸੀਂ ਉਹਨਾਂ ਨੂੰ ਰੋਕਦੇ ਹਾਂ। ਇੱਥੇ ਇੱਕ ਬੜੀ ਅੱਛੀ ਕੋਈ ਇੱਥੇ ਯੂਨੀਵਰਸਿਟੀ ਜਾਂ ਇੰਸਟੀਚਿਊਟ ਨਿਫਟ ਵਕਾ ਕੋਈ ਪੰਜਾਬ ਦੇ ਵਿੱਚ, ਖਾਸ ਕਰ ਅੰਮ੍ਰਿਤਸਰ ਦੇ ਵਿੱਚ ਅਗਰ ਤੁਸੀਂ ਲਗਾਓਗੇ ਤਾਂ ਬਹੁਤ ਬਹੁਤ ਧੰਨਵਾਦ ਹੋਏਗਾ ਤੁਹਾਡਾ ਜੀ। ਥੈਂਕ ਯੂ ਜੀ। ਹੁਣ ਸਾਡੀ ਸਭ ਤੋਂ ਵੱਡੀ ਕੱਪੜਾ ਮਾਰਕੀਟ ਜਿਹੜੀ ਹੈ ਉਹਦੇ ਜਿਹੜੇ ਪ੍ਰਧਾਨ ਰਾਜੂ ਬੱਤਰਾ ਜੀ ਨੂੰ ਬੇਨਤੀ ਕਰਾਂਗਾ 1 ਮਿੰਟ ਲਈ ਆਉਣ। ਉਸ ਤੋਂ ਬਾਅਦ ਜਿਹੜਾ ਸੁਖਬੀਰ ਜੀ, ਰਾਜੂ ਬੱਤਰਾ ਜੀ, ਕੱਪੜੇ ਦੀ ਸਭ ਤੋਂ ਵੱਡੀ ਮੰਡੀ ਅੰਮ੍ਰਿਤਸਰ ਦੀ। ਆਓ ਜੀ ਰਾਜੂ। ਸਤਿ ਸ੍ਰੀ ਅਕਾਲ ਜੀ। ਮੈਮੋਰੈਂਡਮ ਤੇ ਬਾਅਦ ਦੀ ਗੱਲ ਮੈਂ ਇੱਕ ਪੁਰਾਣੀ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਜਿਵੇਂ ਮੇਰੇ ਵੱਡੇ ਵੀਰ ਜੋਸ਼ੀ ਸਾਹਿਬ ਨੇ ਕਿਹਾ ਕਿ ਤਿੰਨੇ ਕਲੱਬਾਂ ਤੇ ਕੱਪੜਾ ਮਾਰਕੀਟ ਵਾਲੇ ਜਦੋਂ ਬਾਦਲ ਸਾਹਿਬ ਕੋਲ ਗਏ ਸੀ ਤਾਂ ਇੱਕੋ ਦਿਨ ਹੀ ਮੀਟਿੰਗ ਸੀ ਸਾਰੀ। ਤੇ ਬਾਈ ਚਾਂਸ ਮੈਂ ਅੰਮ੍ਰਿਤਸਰ ਕਲੱਬ ਦਾ ਐਂਟਰਟੇਨਮੈਂਟ ਸੈਕਟਰੀ ਵੀ ਹਾਂ ਜੀ ਤੇ ਕੱਪੜਾ ਮਾਰਕੀਟ ਦਾ ਵੀ ਪ੍ਰੈਜ਼ੀਡੈਂਟ ਹਾਂ, ਤਾਂ ਮੈਂ ਦੋਨੋਂ ਚੀਜ਼ਾਂ ਰਿਪਰੈਜ਼ੈਂਟ ਕਰ ਰਿਹਾ ਸੀ। ਤੇ ਉਦੋਂ ਬਾਦਲ ਸਾਹਿਬ ਨੇ ਇੱਕ ਛੋਟੀ ਜਿਹੀ ਕੰਪਲੇਂਟ ਕੀਤੀ ਸੀ ਕਿ ਯਾਰ ਤੁਸੀਂ ਕੱਪੜੇ ਵਾਲੇ ਸਾਰੇ ਇਕੱਠੇ ਹੋ ਕੇ ਆਏ ਹੋ ਤੇ ਕੁੜਤਾ ਪਜਾਮਾ ਹੀ ਲੈ ਆਂਦੇ ਮੇਰੇ ਵਾਸਤੇ। ਤੇ ਮੈਂ ਅੱਜ ਵਾਅਦਾ ਅੱਜ ਵੀ ਨਹੀਂ ਪੂਰਾ ਕਰ ਰਿਹਾ, ਪਰ ਮੈਂ ਬਾਦਲ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਵੀਰ ਜੀ ਨੂੰ ਕਹਿ ਕੇ ਕਿ ਆਪਣਾ ਨਾਮ ਭੇਜ ਦੇਣ ਕਿ ਅੱਜ ਤੋਂ ਬਾਅਦ ਜਿਹੜੇ ਕੱਪੜੇ ਇਹਨਾਂ ਦੇ ਕੁੜਤੇ ਪਜਾਮੇ ਅੰਮ੍ਰਿਤਸਰੋਂ ਹੀ ਸੀ ਕੇ ਜਾਣ ਸਾਰੇ। ਤੇ ਦੂਸਰੀ ਗੱਲ ਜਿਹੜੀ ਸਾਰੀ ਸਾਂਝੀ ਸਾਡੀ ਤਕਰੀਬਨ ਅਜੇ ਮਹਿਰਾ ਜੀ ਵੀ ਬੋਲ ਕੇ ਗਏ ਨੇ ਨਿਟਿੰਗ ਐਸੋਸੀਏਸ਼ਨ ਵੱਲੋਂ, ਜਾਂ ਲਖਵਿੰਦਰ ਜੀ ਨੇ ਵੀ ਕਿਹਾ ਕਿ ਸਾਡੇ ਸ਼ਹਿਰ 'ਚ ਪ੍ਰੋਬਲਮ ਇਹੀ ਜ਼ਿਆਦਾ ਹੈ ਕਿ ਇਨਕਰੋਚਮੈਂਟ ਬਹੁਤ ਜ਼ਿਆਦਾ ਹੈ, ਛੋਟੇ ਬਾਜ਼ਾਰ ਨੇ। ਔਰ ਤਕਰੀਬਨ ਸਾਡੀ ਕੱਪੜਾ ਮਾਰਕੀਟ ਜੋ ਅੰਮ੍ਰਿਤਸਰ ਦੀ ਹੈ ਉਹ ਸਭ ਤੋਂ ਵੱਡੀ ਮਾਰਕੀਟ ਸੀ ਪੰਜਾਬ ਦੀ, ਪਰ ਅੱਜ ਉਹ ਮਾਰਕੀਟ ਸਾਰੀ ਅੰਬਾਲਾ ਸ਼ਿਫਟ ਹੋ ਗਈ ਹੈ। ਉਹਦਾ ਕਾਰਨ ਹੀ ਇਹੀ ਹੈ ਕਿ ਸਾਡੀਆਂ ਸੜਕਾਂ ਬਹੁਤ ਛੋਟੀਆਂ ਨੇ, ਇਨਕਰੋਚਮੈਂਟ ਬਹੁਤ ਜ਼ਿਆਦਾ ਹੈ, ਸਾਡੇ ਕੋਲ ਪਾਰਕਿੰਗਸ ਨਹੀਂ ਨੇ। ਉਹੋ ਹੀ ਗੱਲਾਂ ਸਾਡੀਆਂ ਸਾਰੀਆਂ ਨੇ, ਇਹੋ ਹੀ ਸਾਡਾ ਮੈਮੋਰੈਂਡਮ ਹੈ। ਬਾਕੀ ਬਹੁਤ ਬਹੁਤ ਧੰਨਵਾਦ, ਤੁਹਾਡੇ ਆਏ ਦਾ ਬਹੁਤ ਸਵਾਗਤ ਹੈ। ਸਾਡੀ ਸਭ ਤੋਂ ਵੱਡੀ ਐਸੋਸੀਏਸ਼ਨ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਚਰਨਜੀਤ ਸਿੰਘ ਪੂਜੀ, ਗੋਲਡ ਐਂਡ ਆਰਮਾਮੈਂਟ ਜਿਹੜੀ ਹੈ ਐਸੋਸੀਏਸ਼ਨ, ਉਹਨੂੰ ਬਾਰੇ ਜਿਹੜੀਆਂ ਨੇ ਗੱਲਾਂ ਕਰਨਗੇ ਚਰਨਜੀਤ ਸਿੰਘ ਪੂਜੀ। ਆਓ ਜੀ ਇੱਥੇ ਆਓ। ਸਾਡੇ ਗੋਲਡ ਦੇ ਪ੍ਰਧਾਨ ਨੇ, ਨਾਲੇ ਜ਼ਿਲ੍ਹੇ ਦੇ ਸਾਡੇ ਪ੍ਰਧਾਨ ਨੇ। ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਟਿੱਕਾ ਸਾਹਿਬ, ਦਲਬੀਰ ਸਿੰਘ ਜੀ ਗਿੱਲ, ਸ਼੍ਰੀ ਅਨਿਲ ਜੋਸ਼ੀ ਜੀ, ਜਿਹੜੇ ਕਿ ਸਾਡੇ ਨੌਜਵਾਨ ਇਸ ਅੰਮ੍ਰਿਤਸਰ ਦੇ ਜੁਝਾਰੂ MLA, ਜਿਨ੍ਹਾਂ ਨੇ ਕਦੇ ਵੀ ਕੰਮ ਕਰਨ ਦੇ ਵਿੱਚ, ਜਦੋਂ ਸਾਂਝੀ ਸਰਕਾਰ ਸੀਗੀ, ਇਹ ਪੱਕੀ ਗੱਲ ਹੈ, ਅਸੀਂ ਸਾਰੇ ਅੰਮ੍ਰਿਤਸਰ ਵਾਲੇ ਜਾਣਦੇ ਇਸ ਗੱਲ ਨੂੰ ਕਿ ਤੁਸੀਂ ਫੋਨ ਕਰਦੇ ਸੋ ਤੇ ਜੋਸ਼ੀ ਸਾਹਿਬ ਦਾ ਕੋਈ ਜਵਾਬ ਆਉਂਦਾ ਸੀ, ਹੋਲਡ ਰੱਖੋ। ਉਹ ਹੋਲਡ ਦੇ ਉੱਤੇ ਤੁਹਾਡੇ ਕੰਮ ਹੁੰਦੇ ਸਨ। ਇਹੋ ਜਿਹੇ ਬੰਦੇ ਨਹੀਂ ਕਦੀ ਮਿਲ ਸਕਦੇ ਤੁਹਾਨੂੰ। ਉਹ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਇੱਕ ਵੈਟ ਦੇ ਟਾਈਮ ਸੁਖਬੀਰ ਸਿੰਘ ਬਾਦਲ ਜੀ ਖੁਦ ਐਕਸਾਈਜ਼ ਮਿਨਿਸਟਰ ਸਨ। ਸਾਡੇ ਉੱਤੇ ਈ-ਵੇ ਬਿੱਲ ਦਾ ਇੱਕ ਕਾਨੂੰਨ ਲਾਗੂ ਹੋਇਆ ਜੋ ਕਿ ਸਾਰੀਆਂ ਟ੍ਰੇਡਾਂ ਦੇ ਉੱਪਰ ਲਾਗੂ ਹੋਇਆ। ਅਸੀਂ ਰਿਕੁਐਸਟ ਕੀਤੀ ਕਿ ਈ-ਵੇ ਬਿੱਲ ਦੇ ਰਾਹੀਂ ਸਾਡੀ ਸਾਰੀ ਜਿਹੜੀ ਹੈ ਉਹ ਪਰਦਾ ਹਟਦਾ ਹੈ, ਉਹ ਡਿਪਾਰਟਮੈਂਟ ਨੂੰ ਪਤਾ ਲੱਗਦਾ ਕਿ ਕਿੱਥੇ ਮਾਲ ਲੈ ਕੇ ਜਾ ਰਿਹਾ, ਕਿੱਥੇ ਆ ਰਿਹਾ। ਉਹ ਸਾਡਾ ਇਹਨਾਂ ਨੇ ਉਸੇ ਵੇਲੇ ਜਦੋਂ ਅਸੀਂ ਚੰਡੀਗੜ੍ਹ ਗਏ ਇਹਨਾਂ ਕੋਲ,
ਸਰੂਪ ਚੰਦ ਸਿੰਗਲਾ ਜੀ ਸਨ ਮਿਨਿਸਟਰ ਨਾਲ, ਤੇ ਵੇਨੂ ਗੋਪਾਲ ਜੀ ਸੀਗੇ ਉਸ ਟਾਈਮ ਤੇ। ਈ-ਵੇ ਬਿੱਲ ਸਰਾਫਾ ਐਸੋਸੀਏਸ਼ਨ ਤੋਂ ਨਹੀਂ ਬਲਕਿ ਸਾਰੀਆਂ ਟ੍ਰੇਡਾਂ ਨੂੰ ਹਟਾਤਾ ਸੀਗਾ। ਇਹ ਇੱਕ ਬੜੀ ਵੱਡੀ ਉਪਲਬਧੀ ਸੀਗੀ। ਸੋ ਮੈਂ ਆਸ ਕਰਦਾ ਕਿ ਆਉਣ ਵਾਲੇ ਸਾਡੇ ਚੀਫ ਮਿਨਿਸਟਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਰਹਿਨੁਮਾਈ ਦੇ ਵਿੱਚ ਇਹ ਸਰਕਾਰ ਬਣੇ। ਉਹ ਜੋ ਸਾਨੂੰ ਉਮੀਦਾਂ ਨੇ ਉਹ ਸਾਰੀਆਂ ਪੂਰੀਆਂ ਹੋਣ। ਇੱਕ ਇਹਨਾਂ ਦੇ ਅੰਦਰ ਜੋਸ਼ ਹੈ, ਅਸੀਂ ਪਿੱਛੇ ਵੇਖਿਆ ਇਹਨਾਂ ਦੇ ਅੰਦਰ ਕਿਸੇ ਵੇਲੇ ਬੰਦਾ ਸੋਚ ਕਰ ਲੈਂਦਾ ਹੈ ਕਿ ਵਾਕਈ ਅੰਮ੍ਰਿਤਸਰ ਜੇ ਗੁਰੂ ਨਗਰੀ ਹੈ, ਇਹਨੂੰ ਇੱਕ ਦੁਨੀਆ ਦੇ ਵਿੱਚ ਇੱਕ ਨਕਸ਼ਾ ਦੇ ਦੇਣਾ ਹੈ। ਔਰ ਕੰਮ ਕਰਨ ਦੀ ਵਾਰੀ ਆਈ ਸੀ ਔਰ ਕਾਫੀ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਉਹਨਾਂ ਨੇ ਕਿ ਹਾਲ ਬਾਜ਼ਾਰ ਨੂੰ ਦੁਲਹਨ ਦੀ ਤਰ੍ਹਾਂ ਸਜਾਤਾ ਹੈ। ਅਗਰ 5 ਸਾਲ ਅਗਰ ਹੋਰ ਆਪਾਂ ਨੂੰ ਮਿਲ ਜਾਂਦੇ ਤਾਂ ਮੈਨੂੰ ਉਮੀਦ ਹੈ ਕਿ ਪੂਰਾ ਅੰਮ੍ਰਿਤਸਰ ਹੀ ਦੁਲਹਨ ਹੋ ਜਾਣਾ ਸੀਗਾ। ਉਹ ਹੁਣ ਵੀ ਆਸ ਰੱਖਦੇ, ਉਹਨਾਂ ਦਾ ਜਜ਼ਬਾ ਹੈ ਕਿ ਅੰਮ੍ਰਿਤਸਰ ਨੂੰ ਕਿ ਇਹੋ ਜਿਹਾ ਨਕਸ਼ਾ ਦੇ ਦਈਏ ਕਿ ਦੁਨੀਆ ਦੇਖਣ ਆਵੇ, ਇਹਨੂੰ ਵਰਲਡ ਦੇਖਣ ਆਵੇ। ਸੋ ਇਹਨਾਂ ਗੱਲ ਕਹਿੰਦਾ ਹੋਇਆ ਮੈਂ ਸਵਾਗਤ ਕਰਦਾ ਜੀ, ਸਭ ਦਾ ਧੰਨਵਾਦ ਕਰਦਾ, ਤੁਹਾਡੇ ਸਾਰਿਆਂ ਦਾ ਇੱਥੇ ਆਉਣ ਦਾ ਜੀ ਆਇਆਂ ਨੂੰ ਕਹਿੰਦਾ। ਥੈਂਕ ਯੂ ਜੀ। ਹੁਣ ਮੇਰਾ ਛੋਟਾ ਵੀਰ ਧੰਨਵਾਦ ਕਰੇਗਾ ਸਾਰਿਆਂ ਦਾ, ਸੰਦੀਪ ਖੋਸਲਾ, ਜਿਹੜਾ ਫੋਕਲ ਪੁਆਇੰਟ ਦੇ ਵੀ ਸਾਡਾ ਜਿਹੜਾ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ। ਉਹ ਇੱਕ ਮਿੰਟ ਲਈ ਸੰਦੀਪ ਖੋਸਲਾ ਮੇਰਾ ਛੋਟਾ ਵੀਰ ਔਰ ਮੇਰਾ ਸ਼ਾगिर्द। पत्ती पत्ती गुलाब हो गई, पत्ती पत्ती गुलाब हो गई, हर कली महवे खाब हो गई, कदम जब से रखा आपने इस बगिया में सारे चमन में आज बहार हो गई। बहुत ही मान योग सत्कार योग सुखबीर बादल जी, मेरा वीर ਵੱਡੇ ਵੀਰ अनिल जोशी जी, मेरे गुरु मरवाज साहब, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਤੁਸੀਂ ਸਾਨੂੰ ਟਾਈਮ ਦਿੱਤਾ ਸਾਰੀ ਇੰਡਸਟਰੀ ਦੀ ਗੱਲ ਸੁਣਨ ਦਾ। ਬਾਦਲ ਸਾਹਿਬ, ਜਿੱਦਾਂ ਇੱਕ ਇਨਸਾਨ ਨੂੰ ਰਹਿਣ ਵਾਸਤੇ ਰੋਟੀ ਕੱਪੜਾ ਔਰ ਮਕਾਨ ਦੀ ਲੋੜ ਹੁੰਦੀ ਹੈ, ਉੱਦਾਂ ਇੰਡਸਟਰੀ ਵਾਸਤੇ ਇਨਫਰਾਸਟ੍ਰਕਚਰ ਔਰ ਸਸਤੇ ਰੇਟ ਦਾ ਰਾਮ ਮਟੀਰੀਅਲ ਔਰ ਬਿਜਲੀ, 3 ਚੀਜ਼ਾਂ ਦੀ ਲੋੜ ਹੁੰਦੀ ਹੈ। ਔਰ ਦੇਖਿਆ ਜੋ ਪਿਛਲੇ ਦਿਨਾਂ 'ਚ ਤੁਹਾਡੀ ਸਰਕਾਰ ਨੇ ਜੋ ਇਨਫਰਾਸਟ੍ਰਕਚਰ ਦੇ ਪੈਸਾ ਦਿੱਤਾ, ਇਹ ਸਰਕਾਰ ਉਹ ਦੇਣ ਦੇ ਵਿੱਚ ਬਿਲਕੁਲ ਫੇਲ ਰਹੀ ਹੈ। ਔਰ ਸਾਡੀ ਇੰਡਸਟਰੀ ਦੇ ਇਨਫਰਾਸਟ੍ਰਕਚਰ ਦਾ ਬਜਟ ਸਿਰਫ 100 ਕਰੋੜ ਹੈ ਪੂਰੇ ਪੰਜਾਬ ਦਾ, ਸਿਰਫ 100 ਕਰੋੜ। ਔਰ ਅਸੀਂ ਮੰਗ ਕਰ ਰਹੇ ਹਾਂ ਕਿ 5000 ਕਰੋੜ ਦਾ ਬਜਟ ਮਿਨੀਮਮ ਸਾਡੀ ਇੰਡਸਟਰੀ ਦੇ ਇਨਫਰਾਸਟ੍ਰਕਚਰ ਵਾਸਤੇ ਹੋਣਾ ਚਾਹੀਦਾ। ਔਰ ਇਨਫਰਾਸਟ੍ਰਕਚਰ ਜਿਹੜੇ ਤੁਸੀਂ ਫੋਕਲ ਪੁਆਇੰਟ ਵਸਾਏ ਸੀ, ਜਿਹੜੀ ਤੁਸੀਂ 1973 ਦੀ ਪਾਲਿਸੀ ਲਗਾਈ ਸੀ, ਜੋ ਬਾਦਲ ਸਾਹਿਬ ਨੇ ਲਾਈ ਸੀ, ਉਹੋ ਜਿਹੀ ਪਾਲਿਸੀ ਨਾ ਕੋਈ ਇੰਡਸਟਰੀਅਲ ਪਾਲਿਸੀ ਪੰਜਾਬ ਸਰਕਾਰ 'ਚ ਹੈ, ਨਾ ਉਸ ਤੋਂ ਬਾਅਦ ਕਦੀ ਆਈ। ਇਸ ਸਰਕਾਰ ਦੀ 2017 ਦੀ ਇੰਡਸਟਰੀਅਲ ਪਾਲਿਸੀ 'ਚ ਕਿਸੇ ਵੀ ਬੰਦੇ ਨੂੰ ਕੋਈ ਵੀ ਬੈਨੀਫਿਟ ਨਹੀਂ ਮਿਲਿਆ। ਔਰ ਤੁਸੀਂ ਖੁਦ ਸਾਡੇ ਫੋਕਲ ਪੁਆਇੰਟ ਨੂੰ 40 ਕਰੋੜ ਰੁਪਇਆ ਦਿੱਤਾ ਸੀ, ਕਾਲੀਆ ਸਾਹਿਬ ਪੈਸੇ ਦੇ ਕੇ ਗਏ ਸੀ। ਉਹ ਇਨਫਰਾਸਟ੍ਰਕਚਰ ਉਹੀ ਬਣਿਆ ਜਿਹੜਾ ਅੱਜ ਇਹਨਾਂ ਕੋਲੋਂ ਮੇਨਟੇਨ ਨਹੀਂ ਹੁੰਦਾ। ਔਰ ਮੈਂ ਆਸ ਕਰਾਂਗਾ PSIC ਦਾ ਜਿਹੜਾ ਮਹਿਕਮਾ ਅੱਗੇ ਸਾਨੂੰ ਕੋਲਾ ਰਾਮ ਮਟੀਰੀਅਲ ਸਬਸਿਡਾਈਜ਼ ਰੇਟ ਤੇ ਦਿੰਦਾ ਸੀ, ਉਹਨੂੰ ਐਕਟਿਵ ਕੀਤਾ ਜਾਵੇ। ਆਪ ਜੀ ਦੀ ਸਰਕਾਰ ਆਏਗੀ, ਕਿਉਂਕਿ PSIC ਦਾ ਮੇਨ ਮਕਸਦ ਹੀ ਸੀ ਕਿ ਇੰਡਸਟਰੀ ਨੂੰ ਰਾਮ ਮਟੀਰੀਅਲ ਸਸਤਾ ਦੇਣਾ, ਲੇਕਿਨ ਉਹ ਪਲਾਟਾਂ ਦੀ ਸੇਲ ਪਰਚੇਸ ਹੀ ਰਹਿ ਗਿਆ। ਉਹ ਲੈਂਡ ਬੈਂਕ ਜਿਹੜਾ ਤੁਸੀਂ ਬਣਾਇਆ ਸੀ ਇੰਡਸਟਰੀ ਵਾਸਤੇ, ਅੱਜ ਤੱਕ ਕੋਈ ਸਰਕਾਰ ਨਹੀਂ ਬਣਾ ਸਕੀ। ਤੁਸੀਂ ਸਾਨੂੰ 500 ਰੁਪਏ ਗੱਜ ਜਗ੍ਹਾ ਦਿੱਤੀਆਂ, ਅੱਜ 7500 ਰੁਪਏ ਜਗ੍ਹਾ ਦਾ ਰੇਟ ਆ। ਕੋਈ ਵੀ ਇੰਡਸਟਰੀ 7500 ਦੀ ਜਗ੍ਹਾ ਤੇ ਲਗਾ ਕੇ ਸਰਵਾਈਵ ਨਹੀਂ ਕਰ ਸਕਦੀ। ਔਰ ਅਸੀਂ ਆਸ ਕਰਾਂਗੇ 5 ਰੁਪਏ ਦੀ ਬੱਤੀ ਨੈਟ ਸਾਨੂੰ ਚਾਹੀਦੀ ਹੈ। ਜਿਹੜੀ ਇਹ ਸਰਕਾਰ ਨੇ 5 ਰੁਪਏ ਦਾ ਵਾਅਦਾ ਕਰਕੇ ਉੱਪਰ ਵੱਲ ਫਰੇਬ ਕਰਕੇ ਫਿਕਸ ਚਾਰਜਿਸ ਲਗਾਏ ਸੀ, ਉਹ ਘੁੰਮਣਾ ਜਾਂ ਕਿਸੇ ਨੂੰ ਗੁੰਮਰਾਹ ਕਰਨਾ ਇਹ ਨਹੀਂ ਹੋਣਾ ਚਾਹੀਦਾ। ਜਿਹੜੀ ਵੀ ਅਨਾਉਂਸਮੈਂਟ ਹੋਏਗੀ, ਕਿਉਂਕਿ ਤੁਹਾਡਾ ਵਿਜ਼ਨ ਅੱਛਾ ਹੈ ਔਰ ਜੋਸ਼ੀ ਸਾਹਿਬ ਵੀ ਨਾਲ ਹੈ, ਔਰ ਤੁਹਾਡਾ ਦੋਵਾਂ ਦਾ ਇੱਕ ਤਾਲਮੇਲ ਬਹੁਤ ਅੱਛਾ ਹੈ। ਔਰ ਜੋਸ਼ੀ ਸਾਹਿਬ ਨੇ ਵੀ ਅੰਮ੍ਰਿਤਸਰ ਸ਼ਹਿਰ ਨੂੰ ਬਹੁਤ ਹੀ ਪੈਸਾ ਲਗਾਇਆ, ਔਰ ਆਪ ਜੀ ਦਾ ਵੀ ਧਿਆਨ ਗੁਰੂ ਰਾਮਦਾਸ ਦੀ ਨਗਰੀ ਵੱਲ ਹਮੇਸ਼ਾ ਹੀ ਰਿਹਾ ਹੈ। ਆਸ ਸਾਨੂੰ ਬਹੁਤ ਹੈ। ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ, ਪੂਰੇ ਵਪਾਰੀ ਵਰਗ, ਸਾਰਾ ਵਰਗ ਤੁਹਾਡੀ ਛਤਰਛਾਇਆ ਨਾਲ, ਜੋਸ਼ੀ ਸਾਹਿਬ ਦੇ ਨਾਲ ਚੱਲਾਂਗੇ। ਲੇਕਿਨ ਅਸੀਂ ਕਮਿਟਮੈਂਟ ਜ਼ਰੂਰ ਲਵਾਂਗੇ ਕਿ ਤੁਸੀਂ ਸਾਡੀ ਬਾਂਹ ਫੜੋ। ਅੱਜ ਤੁਸੀਂ ਸਾਨੂੰ ਅਨਾਉਂਸ ਕਰੋ ਕਿ ਜਦੋਂ ਤੁਸੀਂ ਆਓਗੇ ਸਾਡੇ ਮਸਲੇ ਸਾਰੇ ਹੀ ਹੱਲ ਕਰੋਗੇ। ਜੈ ਸ਼੍ਰੀ ਰਾਮ, ਜੈ ਹਿੰਦ। ਜੈ ਕਰਾਂਗਾ ਸੈਕੂਲਰ ਸੋਚ ਦੇ ਮਾਲਕ, ਆਪਸੀ ਭਾਈਚਾਰਕ ਸਾਂਝ ਦੇ ਮਦਈ, ਅਮਨ ਕਾਨੂੰਨ ਦੇ ਰਾਖੇ ਤੇ ਪੰਜਾਬ ਦਾ ਭਵਿੱਖ ਸਾਡੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਆਪਣੇ ਵਿਚਾਰ ਤੁਹਾਡੇ ਨਾਲ ਰੱਖਣਗੇ। ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੀ ਆਪਣੀ ਸੀਟਾਂ ਤੇ ਬੈਠ ਜਾਓ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ, ਪ੍ਰਧਾਨ ਸਾਹਿਬ ਨੇ ਬੋਲਣਾ। ਸਾਡੇ ਆਉਣ ਵਾਲੇ ਮੁੱਖ ਮੰਤਰੀ ਪੰਜਾਬ 5-10 ਮਿੰਟ ਦੇ ਵਾਸਤੇ ਆਪਣੀਆਂ ਚੇਅਰਸ ਲੈ ਕੇ ਆਰਾਮ ਨਾਲ ਬੈਠਣ। ਕੈਮਰਾਮੈਨ ਵੀਰਾਂ ਨੂੰ, ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਸੰਗਤ ਦਾ ਵੀ ਖਿਆਲ ਰੱਖਣ, ਸਾਹਮਣੇ ਇੰਟਰੈਕਸ਼ਨ ਹੁੰਦੀ, ਕਿਸੇ ਦੇ ਅੱਗੇ ਨਾ ਆਇਓ। ਯਾਰ ਕੈਮਰੇ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਹਿ ਜਾਓ, ਆਪਣਾ ਕੈਮਰਾ ਫਿੱਟ ਕਰਕੇ ਪਾਸੇ ਹਟ ਜਾਓ। ਅਦਰ ਆਟੋਮੈਟਿਕ ਹੈ ਸਾਰਾ ਜਿਹੜਾ ਚੱਲੀ ਜਾਊਗਾ।
ਸਾਰਿਆਂ ਨੂੰ ਬੇਨਤੀ ਹੈ, ਮੈਂ ਰਾਹ 'ਚ ਸਾਰੇ ਥੱਲੇ ਇੱਧਰ ਵੀ ਵਾਲੇ ਵੀ ਹੈ। ਇੰਡਸਟਰੀਜ਼ ਤੇ ਟ੍ਰੇਡ ਐਸੋਸੀਏਸ਼ਨਾਂ ਦੇ ਵੱਖ-ਵੱਖ ਮੈਂਬਰ ਸਾਹਿਬਾਨ, ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸਰਕਾਰ ਬਣਨੀ ਹੈ ਤੇ ਜਿਹਨੂੰ ਬਣਾਉਣਾ ਹੈ, ਫੈਸਲੇ ਕਰਨ ਵਾਲੇ ਤੁਸੀਂ ਹੋ। ਮੈਨੂੰ ਉਮੀਦ ਸੀ ਕਿ ਅੰਮ੍ਰਿਤਸਰ ਦੇ ਲੋਕ ਘੱਟ ਤੋਂ ਘੱਟ ਉਹ ਸਹੀ ਫੈਸਲਾ ਕਰਨਗੇ ਜਿੰਨਾ ਕੰਮ ਮੈਂ ਇੱਥੇ ਕੀਤਾ, ਪਰ ਮੈਨੂੰ ਬੜਾ ਦੁੱਖ ਲੱਗਿਆ ਤੇ ਇਹ ਫੈਕਟ ਵੀ ਹੈ, ਕੰਮਾਂ ਦੀ ਕਦਰ ਨਹੀਂ ਹੁੰਦੀ। ਆ ਤਾਂ ਯੂਰੀਆ ਖਾਦ ਮੰਗੂ ਉਸ ਫਸਲ 'ਚ ਨਹੀਂ, ਅਗਲੀ ਫਸਲ 'ਚ ਆਉਂਦੀ ਹੈ ਉਹਦੇ ਫੈਕਟ। ਬਠਿੰਡਾ ਸ਼ਹਿਰ ਬੁਰਾ ਹਾਲ ਸੀ, ਮੈਨੂੰ ਲੱਗਦਾ ਪੰਜਾਬ ਦਾ ਸਭ ਤੋਂ ਬਿਹਤਰੀਨ ਸ਼ਹਿਰ ਬਣਾਤਾ। ਜੇ ਕੋਈ ਗਿਆ ਨਹੀਂ ਤਾਂ ਜਾ ਕੇ ਦੇਖੋ, ਤੁਸੀਂ ਹੈਰਾਨ ਰਹਿ ਜਾਓਗੇ। ਤੇ ਮੇਰੀ ਵਾਈਫ ਇਲੈਕਸ਼ਨ ਲੜੀ, 20,000 ਤੇ ਹਾਰੇ ਅਸੀਂ ਇੱਥੇ ਅੰਮ੍ਰਿਤਸਰ 'ਚ। ਜਦੋਂ ਸਰਕਾਰ ਸੀ 5 ਸਾਲ, ਮੈਂ ਜ਼ਿੰਮੇਵਾਰੀ ਅੰਮ੍ਰਿਤਸਰ ਨੂੰ ਇੱਕ ਬਹੁਤ ਵੱਡਾ ਟੂਰਿਜ਼ਮ ਹੱਬ ਡਿਵੈਲਪਮੈਂਟ ਕਰਨ ਦਾ ਮੈਂ ਸੇਵਾ ਮੰਗੂ ਆਪਣੇ ਆਪ ਨੂੰ ਰਿਸਪੌਂਸਿਬਿਲਿਟੀ ਲਿੱਤੀ ਸੀ, ਕੋਈ ਪੋਲੀਟੀਕਲ ਨਹੀਂ। ਕਿ ਇਹ ਗੁਰੂ ਦੀ ਨਗਰੀ ਹੈ, ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਇੱਕ ਸ਼ਕਤੀ ਦਿੱਤੀ ਹੈ ਕੰਮ ਕਰਨ ਵਾਸਤੇ, ਤੇ ਮੈਂ ਕਿਹਾ ਇਹਨੂੰ ਵਰਤ ਕੇ ਇੱਕ ਖੂਬਸੂਰਤ ਚੀਜ਼ ਬਣਾਈਏ ਜਿਹੜੀ ਦੁਨੀਆ ਯਾਦ ਰੱਖੇ। ਮੈਂ 4 ਸਾਲ ਹਰ ਮੰਡੇ ਇੱਥੇ ਆਉਂਦਾ, ਰਾਤ ਨੂੰ ਕੱਲਾ ਡਰਾਈਵਰ ਲੈ ਕੇ, ਤੇ ਇੱਕ ਐਸਪੀ ਹੁੰਦਾ ਸੀ ਮੇਰੇ ਨਾਲ, ਥੋੜੀ ਗਲੀਆਂ ਜਾਂਦਾ, ਕਿੱਥੇ ਸੜਕਾਂ ਚੌੜੀ ਕਰਨੀਆਂ, ਕਿੱਥੇ BRTS ਕਰਨਾ, ਕਿੱਥੇ ਫਲਾਈਓਵਰ ਬਣਾਉਣਾ, ਕਿਵੇਂ ਖੂਬਸੂਰਤ ਬਣਾਉਣਾ, ਕਿਵੇਂ ਕੀ ਚੀਜ਼ ਕਰਨੀ ਹੈ। ਮੈਨੂੰ ਲੱਗਦਾ ਹੈ ਘੱਟ ਤੋਂ ਘੱਟ 2.5-3 ਹਜ਼ਾਰ ਕਰੋੜ ਰੁਪਇਆ ਅਸੀਂ ਇੱਥੇ ਲਾਇਆ ਇਸ ਅੰਮ੍ਰਿਤਸਰ 'ਚ, ਜੇ ਗਿਣਤੀ ਕਰੋ। ਤੁਸੀਂ ਯਾਦ ਕਰੋ, ਪਹਿਲੇ ਜਦੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਸੀ ਉਦੋਂ ਕੀ ਦਿਖਦਾ ਹੁੰਦਾ ਸੀ। ਮੈਨੂੰ ਯਾਦ ਆ ਉਹ ਦਿਨ ਮੈਂ ਮੱਥਾ ਟੇਕਣ ਵਾਸਤੇ ਆਇਆ ਤੇ ਬਾਹਰ ਨਿਕਲਿਆ ਤੇ ਮੈਂ ਦੇਖਿਆ ਕਿਓਸ। ਇਹ ਤੋਂ ਪਹਿਲੇ ਮੈਂ ਵੈਟੀਕਨ ਵੀ ਜਾ ਕੇ ਆਇਆ, ਮੈਂ ਬਹੁਤ ਵਰਲਡ ਦੇ ਜਿਹੜੇ ਰਿਲੀਜੀਅਸ ਸੈਂਟਰਸ ਹੈ ਉੱਥੇ ਮੈਂ ਜਾ ਕੇ ਆਇਆ, ਕਿਵੇਂ ਉਹਨਾਂ ਨੇ ਪ੍ਰੀਜ਼ਰਵ ਕੀਤਾ। ਤੇ ਮੈਨੂੰ ਬੜਾ ਦੁੱਖ ਲੱਗਿਆ ਕਿ ਸਾਡੇ ਵਾਸਤੇ, ਕੌਮ ਵਾਸਤੇ ਸਾਰਾ ਕੁਝ ਹੀ ਇੱਥੇ ਹੈ ਤੇ ਇੱਥੇ ਬਹੁਤ ਬੁਰਾ ਹਾਲ ਹੈ। ਮੈਨੂੰ ਬੜਾ ਦੁੱਖ ਲੱਗਿਆ ਤੇ ਸ਼ਰਮ ਲੱਗੀ ਕਿ ਇੰਨੀ ਦੇਰ ਹੁੰਦੇ ਹੋਏ ਕਿ ਆਪਾਂ ਆਪਣੇ ਸਾਰਾ ਕੁਝ ਜੋ ਕੁਝ ਆਪਾਂ ਨੂੰ ਮਿਲਦਾ ਇੱਥੋਂ ਮਿਲਦਾ ਹੈ ਤੇ ਆਪਾਂ ਕੁਝ ਸਜਾ ਨਹੀਂ ਸਕਦੇ। ਮੈਂ ਉਸੇ ਦਿਨ ਮਨ ਬਣਾ ਲਿਆ, ਉਦੋਂ ਸਾਲ ਕੁ ਰਹਿ ਗਿਆ ਸੀ ਸਰਕਾਰ ਦਾ, ਮੈਂ 2-3 ਦਿਨਾਂ 'ਚ ਆਰਕੀਟੈਕਟ ਲੱਭਿਆ, ਸਾਰਾ ਕੀ ਕੀਤਾ, ਡੇਲੀ ਮੀਟਿੰਗ ਸ਼ੁਰੂ ਹੋ ਗਈਆਂ। ਹਲੇ ਕਿਸੇ ਨੂੰ ਪਤਾ ਹੀ ਨਹੀਂ ਹੋਣਾ, ਅਸੀਂ ਕਰਦੇ ਕਰਦੇ 8 ਮਹੀਨੇ ਦੇ ਅੰਦਰ ਚੇਂਜ ਕਰਤਾ ਸਾਰਾ ਕੁਝ। ਤੇ ਮੇਰੇ ਫਾਦਰ ਬਾਦਲ ਸਾਹਿਬ ਨੂੰ ਨਹੀਂ ਪਤਾ, ਸਾਡੀ ਕੈਬਨਿਟ ਨੂੰ ਨਹੀਂ ਪਤਾ ਸੀ। ਮੈਂ ਤਾਂ ਉਹਨਾਂ ਨੂੰ ਅਖੀਰਲੇ ਦਿਨ ਲੈ ਕੇ ਆਇਆ ਇੱਥੇ। ਅਖੀਰਲੇ ਦਿਨ ਜਦੋਂ ਲਾਈਟਾਂ ਔਨ ਕੀਤੀਆਂ ਤੇ ਸਾਰੇ ਹੈਰਾਨ ਰਹਿ ਗਏ ਕਿ ਨਵੀਂ ਚੀਜ਼ ਕਿਵੇਂ ਬਣ ਗਈ। ਮੈਂ ਜਿਹੜਾ ਕਹਿਣਾ ਚਾਹੁੰਦਾ, ਕੋਈ ਚੀਜ਼ ਇੰਪੋਸੀਬਲ ਨਹੀਂ ਹੈ, ਸਾਰੀਆਂ ਚੀਜ਼ਾਂ ਪੋਸੀਬਲ ਹੈ।
ਪਰ ਤੁਹਾਨੂੰ ਹਿੰਮਤ ਚਾਹੀਦੀ ਹੈ, ਵਿਜ਼ਨ ਚਾਹੀਦਾ, ਪਲਾਨ ਚਾਹੀਦਾ ਹੈ। ਤੇ ਸੂਬਾ ਜਿਵੇਂ ਤੁਹਾਡੀ ਇੰਡਸਟਰੀ ਹੈ, ਜਿਹੜਾ ਇੰਡਸਟਰੀ ਦਾ ਮੈਨੇਜਿੰਗ ਡਾਇਰੈਕਟਰ ਹੁੰਦਾ ਉਹਦੇ ਤੇ ਡਿਪੈਂਡ ਕਰਦਾ ਹੈ। ਜੇ ਉਹਦਾ ਵਿਜ਼ਨ ਹੈ, ਪਲਾਨ ਹੈ, ਦਲੇਰ ਹੈ, ਫੈਕਟਰੀ ਨੂੰ ਅੱਗੇ ਲੈ ਜਾਊਗਾ। ਜੇ ਨਿਕੰਮਾ ਹੋਊਗਾ ਨਾ ਮੈਨੇਜਿੰਗ ਡਾਇਰੈਕਟਰ, ਤਾਂ ਸਾਰਾ ਫੇਲ ਕਰ ਦੂਗਾ। ਉਵੇਂ ਸਾਰਾ ਕੁਝ ਹੀ ਡਿਪੈਂਡ ਕਰਦਾ ਮੁੱਖ ਮੰਤਰੀ ਦੇ। ਜੇ ਤੁਸੀਂ ਇੱਕ ਚੰਗਾ ਮੁੱਖ ਮੰਤਰੀ ਚੁਣ ਲਓਗੇ ਜਿਹਦਾ ਵਿਜ਼ਨ ਹੈ, ਪਲਾਨ ਹੈ, ਫੋਕਸ ਹੈ, ਐਕਸਪੀਰੀਅੰਸ ਹੈ, ਪਿਛੋਕੜ ਹੈ, ਕੰਮ ਕਰਨ ਦਾ ਬੈਕਗਰਾਉਂਡ ਹੈ, ਤੇ ਪੰਜਾਬ ਅੱਗੇ ਚਲੇ ਜਾਊਗਾ। ਜੇ ਕੋਈ ਨਹੀਂ ਚੁਣੋਗੇ, ਇਮੋਸ਼ਨਲ ਹੋ ਕੇ ਗਾਇਕ ਕਰ ਦੋਗੇ, ਇਹਨੂੰ ਬਣਾ ਦਿਓ, ਤੇ ਫਿਰ 5 ਸਾਲ ਬਰਬਾਦ ਹੋ ਜਾਣਗੇ। 5 ਸਾਲ ਬਰਬਾਦ। ਹੁਣ ਜਿਹੜੇ ਤੁਹਾਡੀਆਂ 3 ਪਾਰਟੀਆਂ, 3 ਪਾਰਟੀਆਂ ਦਾ ਤੁਸੀਂ ਉਹਨਾਂ ਪੁੱਛੋ ਸਾਨੂੰ ਸੀਐਮ ਚਿਹਰਾ ਦੱਸ ਦਿਓ ਕੌਣ ਹੈ, ਕੌਣ ਬਣੂਗਾ, ਕਿਉਂਕਿ ਸਾਰਾ ਕੁਝ ਉਹਦੇ ਡਿਪੈਂਡੈਂਟ ਹੈ। ਜਿਹੜਾ ਉਹਨਾਂ ਤਿੰਨਾਂ 'ਚੋਂ ਤੁਹਾਨੂੰ ਲੱਗਿਆ ਕਿ ਆਹ ਬੰਦਾ ਆਪਣੇ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ, ਸਾਰੇ ਇਕੱਠੇ ਹੋ ਕੇ ਉਹਦੇ ਮਗਰ ਲੱਗ ਜਾਓ। ਜੇ ਆਪਾਂ ਨਾ ਲੱਗੇ, ਚੰਗਾ ਫੈਸਲਾ ਨਹੀਂ ਲਿੱਤਾ, ਫਿਰ ਦੋਸ਼ੀ ਪੋਲੀਟੀਸ਼ੀਅਨ ਨਹੀਂ ਹੈ, ਦੋਸ਼ੀ ਤੁਸੀਂ ਹੋ ਸਾਰੇ। ਕਿਉਂਕਿ ਜਿਹਨੂੰ ਤੁਸੀਂ ਬਣਾਉਣਾ ਹੈ ਤਾਂ ਬਣਾਉਣਾ ਤਾਂ ਤੁਸੀਂ ਹੋ। ਆ ਫੈਸਲੇ ਬੜੇ ਇੰਪੋਰਟੈਂਟ ਹੈ। ਪੋਜ਼ਿਟਿਵ ਸੋਚ ਚਾਹੀਦੀ ਹੈ। ਆ ਜਿਹੜੀ ਮੈਨੂੰ ਯਾਦ ਹੈ, ਜਦੋਂ ਮੈਂ ਕਿਹਾ ਕਿ ਮੈਂ ਪਾਵਰ ਸਰਪਲਸ ਬਣਾ ਦੂੰਗਾ ਪੰਜਾਬ ਨੂੰ, ਉਦੋਂ ਲੋਕੀ ਕਹਿੰਦੇ ਹੋ ਕਿਵੇਂ ਸਕਦਾ ਹੈ। ਆਪੋਜੀਸ਼ਨ ਸਾਰਿਆਂ ਦੇ ਬਿਆਨ, ਉਦੋਂ 8-8 ਘੰਟੇ ਪਾਰ ਕੱਟ ਲੱਗਦੇ ਸੀ, ਇਨਵਰਟਰ ਸੀ, ਜਨਰੇਟਰ ਸੀ। ਤੇ ਮੈਨੂੰ ਮੇਰੇ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਮੈਨੂੰ ਕਹਿੰਦੇ ਕਿ ਅੱਖਾਂ ਕਰੇਗਾ ਕਿਵੇਂ ਤੂੰ। ਮੈਂ ਕਿਹਾ ਜੀ ਕੋਈ ਪ੍ਰੋਬਲਮ ਕੀ ਹੈ, ਕਿਉਂਕਿ ਮੇਰੀ ਇੱਕ ਆਦਤ ਹੈ, ਜੋ ਬਿਮਾਰੀ ਫੜ ਲੈਣਾ ਮੈਂ ਪੂਰੀ ਕਰਦਾ। ਐ ਨਹੀਂ ਕਿ ਛੋਟੀ ਛੋਟੀ, ਜੇ ਮੈਂ ਅੰਮ੍ਰਿਤਸਰ ਸ਼ਹਿਰ ਲੈ ਲਿਆ ਫਿਰ ਮੈਂ ਪੂਰੇ ਸ਼ਹਿਰ ਨੂੰ ਬਦਲ ਦੇਣਾ। ਐ ਨਹੀਂ ਹੈ ਕਿ ਗਲੀ ਬਦਲਣੀ ਹੈ ਇਕੱਲੀ, ਕੋਈ ਫਾਇਦਾ ਨਹੀਂ ਹੈ। ਫਿਰ ਪਾਵਰ ਪ੍ਰੋਬਲਮ ਮੈਂ ਮਹਿਕਮੇ ਵਾਲੇ ਬੁਲਾਏ, ਮੈਂ ਕਿਹਾ ਸਰਪਲਸ ਉਹਨਾਂ ਨੂੰ ਦੱਸੋ ਚਾਹੀਦਾ ਕੀ ਹੈ। ਉਹ ਕਹਿੰਦੇ ਸਾਨੂੰ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਮੈਂ ਕਿਹਾ ਸੈਂਕਸ਼ਨਡ। ਮੈਂ ਕਿਹਾ ਟਾਈਮ ਫਰੇਮ ਦੱਸੋ। ਫਿਰ ਮੈਂ 4 ਸਾਲ ਦਾ ਟਾਈਮ ਫਰੇਮ ਲੈ ਕੇ ਡੇਲੀ ਮੰਥਲੀ ਟਾਰਗੇਟਸ, 6 ਮੰਥਲੀ ਟਾਰਗੇਟ ਸੈੱਟ ਕੀਤੇ। ਤੇ ਸਭ ਤੋਂ ਸਸਤੇ ਜਿਹੜੇ ਆ ਕਹਿੰਦੇ ਨਾ ਪੀਪੀਏ ਕੈਂਸਲ ਕਰੋ, ਜੇ ਮੈਂ ਕਿਹਾ ਕਰ ਲੋ। ਇਹ ਤੋਂ ਵਧੀਆ ਪੀਪੀਏ, ਇਹ ਤੋਂ ਸਸਤੇ ਪੀਪੀਏ ਹਿੰਦੁਸਤਾਨ ਚ ਨਹੀਂ ਹੈ ਕਿਸੇ। 2 ਰੁਪਏ 80 ਪੈਸੇ ਬਿਜਲੀ। ਆ ਹੁਣੀ ਐਸੇ ਹੀ ਹੁਣੀ ਗਰਮੀਆਂ ਚ ਇਹਨਾਂ ਨੇ 12 ਰੁਪਏ ਲਿੱਤੀ ਹੈ ਬਿਜਲੀ। ਤੇ ਜਿਹੜਾ ਹੁਣ ਪੀਪੀਏ ਹੋ ਰਿਹਾ ਹੈ, ਅੱਜ ਕੱਲ ਜੇ ਪੀਪੀਏ ਕਰੋ 5.5-6 ਰੁਪਏ ਦੇ ਪੀਪੀਏ ਹੋ ਰਹੇ ਅੱਜ, ਜਿਹੜੇ ਆਪਾਂ 2 ਰੁਪਏ 80 ਪੈਸੇ 25 ਸਾਲ ਵਾਸਤੇ ਹੈ। ਕਹਿਣਾ ਬੜਾ ਸੌਖਾ, ਬਗੈਰ ਸੋਚੇ ਸਮਝੇ ਲੋਕੀ ਬਿਆਨ ਦੇ ਦਿੰਦੇ ਆ। ਨਵਜੋਤ ਸਿੱਧੂ ਨੇ ਡੱਕਾ ਤੋੜਿਆ ਨਹੀਂ, ਉਹਨੂੰ ਕੁਝ ਪਤਾ ਹੀ ਨਹੀਂ, ਤੇ ਬਿਆਨ ਐ ਦਊਗਾ ਕਿ ਜਿਵੇਂ ਮਾਸਟਰ ਆਫ ਅਥਾਰਟੀ ਹੈ ਸਾਰੀ ਚੀਜ਼। ਇਹ ਬਿਆਨ ਦਾ ਕੋਈ ਫਾਇਦਾ ਨਹੀਂ ਹੈ। ਹੁਣ ਪਾਵਰ ਸਰਪਲਸ ਕਰਤਾ ਸੀ, ਪਾਵਰ ਸਰਪਲਸ ਅਸੀਂ ਕਰਤਾ, ਮਤਲਬ ਨਹੀਂ ਹੈ ਕਿ ਹੁਣ ਉਹਦੇ ਬਾਅਦ ਤੁਸੀਂ ਪਾਵਰ ਪਲਾਂਟ ਲਾਉਣੇ ਹੀ ਨਹੀਂ। ਹਰ ਸਾਲ ਡਿਮਾਂਡ ਵਧੀ ਜਾਂਦੀ ਹੈ। ਹੁਣ 5ਵੇਂ ਸਾਲ ਆ ਕਿ ਸ਼ਾਰਟੇਜ ਤੁਹਾਨੂੰ ਲੱਗਣ ਲੱਗੀਆਂ, ਕਿਉਂਕਿ ਹਰ 3 ਸਾਲ, ਹਰ ਸਾਲ ਤਕਰੀਬਨ 700-800 ਮੈਗਾਵਾਟ ਪਾਵਰ ਦੀ ਡਿਮਾਂਡ ਇੰਕਰੀਜ਼ ਹੁੰਦੀ ਹੈ। 700-800 5 ਸਾਲ ਹੋ ਗਏ ਤਾਂ ਮਤਲਬ 3500 ਮੈਗਾਵਾਟ ਦੀ ਪਾਵਰ ਥੋੜੀ ਇੰਕਰੀਜ਼ ਹੋ ਗਈ, ਪਰ ਪਾਵਰ ਪਲਾਂਟ ਲਾਏ ਨਹੀਂ। ਉਹ ਜਿਹੜੇ ਅਸੀਂ ਐਕਸਟਰਾ ਬਣਾ ਕੇ ਗਏ ਸੀ, ਹੌਲੀ ਹੌਲੀ ਉਹ ਕੰਜ਼ੂਮ ਹੁੰਦੇ ਹੁੰਦੇ ਹੁਣ ਉਹ ਟੱਪ ਗਏ ਤੇ ਹੁਣ ਸ਼ਾਰਟੇਜ ਹੋ ਗਈ। ਹੁਣ ਕਹਿੰਦੇ ਸ਼ਾਰਟੇਜ ਹੈ, ਤੇ ਕੀ ਕੀਤਾ ਇਹਨਾਂ ਨੇ? ਕੁਝ ਨਹੀਂ ਕੀਤਾ। ਜੇ ਉਹ ਕਹਿੰਦੇ ਨਾ, ਆਪਣੇ ਸਿੱਧੂ ਸਾਹਿਬ ਦਾ ਬਿਆਨ ਸੀ ਆਪਾਂ ਬਾਹਰੋਂ ਲੈ ਲਓ ਪਾਵਰ, ਪੰਜਾਬ ਸਰਕਾਰ ਬਾਹਰੋਂ ਪਾਵਰ ਲੈ ਹੀ ਨਹੀਂ ਸਕਦੀ, ਭਾਵੇਂ ਆਪਣੇ ਕੋਲੇ ਅਰਬਾਂ ਰੁਪਏ ਹੋਏ, ਕਿਉਂਕਿ ਆਪਣਾ ਟਰਾਂਸਮਿਸ਼ਨ ਸਿਸਟਮ ਕਿਦੀ ਕੈਪੈਸਿਟੀ ਹੈ ਨਹੀਂ 4000 ਮੈਗਾਵਾਟ ਬਾਹਰੋਂ ਲਿਆਉਣ ਤੋਂ, ਲਿਆ ਹੀ ਨਹੀਂ ਸਕਦੀ 4000 ਮੈਗਾਵਾਟ ਤੋਂ ਬਾਹਰ ਕੈਪੈਸਿਟੀ ਹੈ ਨਹੀਂ, ਕਿਉਂਕਿ ਇਹਨੇ ਬਣਾਈ ਨਹੀਂ। ਕਹਿਣਾ ਬੜਾ ਸੌਖਾ ਹੈ। ਹੁਣ ਉਵੇਂ ਹੀ ਮੈਂ ਕਿਹਾ ਮੈਂ 4 to 6 ਲੇਨ ਰੋਡ ਨੈਟਵਰਕ ਕ੍ਰੀਏਟ ਕਰਨਾ ਹੈ, ਕਿਉਂਕਿ ਮੈਨੂੰ ਪਤਾ ਸੀ ਕਿ ਆਪਣੇ ਇੰਡਸਟਰੀ ਇੱਥੇ ਤਾਂ ਆਊਗੀ, ਇਨਵੈਸਟਮੈਂਟ ਤਾਂ ਆਊਗੀ, ਆਪਾਂ ਪੋਰਟ ਦੇ ਨੇੜੇ ਤੇ ਹੈ ਨਹੀਂ। ਜੇ ਕੋਈ ਪੋਰਟ ਹੋਏ ਤਾਂ ਫਿਰ ਲੋਕੀ ਗੁਜਰਾਤ ਮੋਦੀ ਸਾਹਿਬ ਕਰਕੇ ਨਹੀਂ ਜਾਂਦੇ, ਕਿਉਂਕਿ ਗੁਜਰਾਤ ਜਾਂਦੇ ਉੱਥੇ ਪੋਰਟ ਸੀਗੇ, ਸਭ ਤੋਂ ਨੇੜੇ ਆ, ਰॉ ਮਟੀਰੀਅਲ ਸੌਖਾ ਹੁੰਦਾ, ਨਾਲ ਦੇ ਨਾਲ ਐਕਸਪੋਰਟ ਹੋ ਜਾਂਦਾ। ਉਹ
ਉਹ ਲੋਕੇਸ਼ਨ ਹੀ ਇੰਡਸਟਰੀ ਵਾਸਤੇ ਬੈਸਟ ਹੈ, ਆਟੋਮੈਟਿਕ ਇਨਵੈਸਟਮੈਂਟ ਆਈ ਜਾਂਦੀ ਹੈ ਉੱਥੇ। ਆਪਣੇ ਜੇ ਇੰਡੀਆ ਦੇਖੋ ਵਰਸਟ ਲੋਕੇਸ਼ਨ ਹੈ ਜੇ ਇੰਡਸਟਰੀ ਪ੍ਰਮੋਟ ਕਰਨ ਵਾਸਤੇ। ਪਰ ਉਹ ਕਿਵੇਂ ਲਿਆਈਏ? ਆਪਾਂ ਇਨਫਰਾਸਟ੍ਰਕਚਰ ਐਜਾ ਕ੍ਰੀਏਟ ਕਰ ਦਈਏ ਜਿਹੜਾ ਲੋਕੀ ਨੂੰ ਅਟਰੈਕਟ ਹੋ ਜਾਏ। ਆਪਣੀ ਬਿਗੇਸਟ ਗੁੱਡ ਪੁਆਇੰਟ ਹੈ ਆਪਾਂ ਇਨਵੈਸਟਮੈਂਟ, ਆਪਣੀ ਸੈਲਫ ਕੰਜ਼ੰਪਸ਼ਨ ਤੇ ਆਪਣੇ ਲੋਕੀ ਇਨਵੈਸਟ ਆਪਣੇ ਆਪ ਨੂੰ ਖਰਚਾ ਜ਼ਿਆਦਾ ਕਰਦੇ ਹੈ, ਸੋ ਵੀ ਕੈਨ ਟੇਕ ਐਡਵਾਂਟੇਜ। ਹੁਣ ਮੈਂ ਕਿਹਾ ਰੋਡ ਨੈਟਵਰਕ ਐਜਾ ਹੋਏ ਕਿ ਲੋਕੀ ਜੋ ਸਟੇਟ 'ਚ ਐਂਟਰ ਕਰਨ ਤਾਂ ਉਹਨੂੰ ਪਤਾ ਲੱਗੇ ਕਿ ਫਰਕ ਹੈ, ਕਿ ਤੁਹਾਡੇ ਜ਼ਿੰਦਗੀ 'ਚ ਫਰਕ ਲਿਆਂਦਾ 4 ਸਾਲਾਂ 'ਚ। ਤੁਸੀਂ ਦੇਖੋ ਅੱਜ ਤੁਸੀਂ ਇੱਥੋਂ ਅੰਮ੍ਰਿਤਸਰ ਤੋਂ ਬਠਿੰਡੇ ਚਲੇ ਜਾਓ, ਤੁਹਾਨੂੰ ਐਂ ਲੱਗਦਾ ਕੋਈ ਗਿਆ ਬਠਿੰਡੇ ਇੱਥੇ ਕੋਈ ਲੇਟਲੀ? ਹੱਥ ਖੜਾ ਕਰੋ। ਕੋਈ ਪਤਾ ਲੱਗਦਾ ਕਿ ਅਮਰੀਕਾ 'ਚ 2 ਘੰਟੇ ਲੱਗਦੇ ਆ, 2 ਘੰਟੇ ਜਿੱਥੇ 4 ਘੰਟੇ ਲੱਗਦੇ ਸੀ। ਹੁਣ ਤੁਸੀਂ ਚੰਡੀਗੜ੍ਹ ਜਾਂਦੇ ਹੋ, ਜਲੰਧਰ, ਇੱਥੋਂ ਪਠਾਨਕੋਟ ਜਾਂਦੇ ਹੋ। ਪਹਿਲੇ ਪਠਾਨਕੋਟ ਜਦੋਂ ਜਾਂਦੇ ਸੀ ਨਾ, ਆ ਕੇ ਤੁਸੀਂ ਡਾਕਟਰ ਆਪਣੇ ਹੱਡੀਆਂ ਦੇ ਡਾਕਟਰ ਨੂੰ ਟੈਲੀਫੋਨ ਕਰਦੇ ਸੀ ਕਿ ਸਾਰਾ ਕੁਝ ਜਮਾਨ ਹਿੱਲ ਗਿਆ, ਤੇ ਹੁਣ ਦੇਖ ਕੇ ਦੇਖੋ ਕਿਵੇਂ ਤੁਸੀਂ ਜਾਂਦੇ ਹੋ। ਪੂਰਾ ਪੰਜਾਬ ਇਨ 1 ਗੋ। ਐ ਨਹੀਂ ਕੀਤਾ ਮੈਂ ਕਿ ਇੱਕ ਸੜਕ ਬਣਾ ਦੀ ਤੇ ਬੜੀ, ਮੈਂ ਇੱਕੋ ਹੀ ਦਿਨ ਨਕਸ਼ਾ ਲੈ ਕੇ ਸਾਰੀਆਂ ਮਾਰ ਕੀਤੀਆਂ, ਸਾਰੀਆਂ ਸੈਂਕਸ਼ਨ ਕੀਤੀਆਂ ਤੇ ਮਗਰ ਪੈ ਕੇ 4 ਸਾਲ ਬਣਾਤੀਆਂ। ਉਵੇਂ 에ਅਰਪੋਰਟ ਲੈ ਲਓ, ਜਿੰਨੇ ਵੀ 에ਅਰਪੋਰਟ ਪੰਜਾਬ 'ਚ ਹੈ ਸਾਰੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ। ਸਟਾਰਟਿੰਗ ਫਰਮ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ, ਮੋਹਾਲੀ ਤੋਂ ਲੈ ਕੇ ਬਠਿੰਡੇ ਤੋਂ ਲੈ ਕੇ आवाज आ रही है? हाँ जी, जिन्ने भी एयरपोर्ट सारे असी उस टाइम बनाए हैं। जिन्नियां अज 10 साल पहले कोई जानता होना, 15 साल पहले अपने पंजाब दे बच्चे हैदराबाद बैंगलोर पढ़न जाते होंगे सी इंजीनियरिंग करने वास्ते। 15 साल पहले अपने बच्चे पंजाब दे। आज पिछले 10 साल असी इन्नियां यूनिवर्सिटियां खिलातियां प्राइवेट सैक्टर के अंदर तो दूजियां, अज हिंदुस्तान के बच्चे पंजाब च आके पढ़ते हैं। एम्स असी जे एम्स पंजाब च आंदा, श्रोमणी अकाली दल ने आंदा। जे कैंसर टाटा मेमोरियल कैंसर हॉस्पिटल बॉम्बे तो बाद किते है पंजाब मोहाली न्यू चंडीगढ़ च लियांदा। IIM इत्थे लियांदा, IIT अपने इत्थे लियांदी। एक एक मैनू एक मैं सुना जी थोड़े वार्ड च या कोई महल्ले च इत्थे सोनी साहब भी हैगे, इत्थे नवजोत सिद्धू भी हैगे। उन्होंने इक्को ही सवाल पूछो, सानू एक निशानी दस दिओ पूरे 5 साल जे एक चीज लियांदी होए। मैं तुहानू एक होर सवाल पूछदा है, एक होर सवाल पूछदा है। पहले 10-15 साल पहले तुसी पंजाब जिथे जाते सी रेलवे फाटक तुसीं देखते होंदे सी, तुहानू आ रेलवे फाटक है जी, गड्डी रोक लो रेलवे फाटक है। हुण देखिया किते रेलवे फाटक? एक दिन च मैं 190 फ्लाईओवर रेलवे ओवर ब्रिजेस मैं मंजूर किए। मैं क्या रेलवे फाटक नहीं मैं देखना, 190 इन 1 गो इतने सारे बनाते। अमृतसर में जिन्नियां फ्लाईओवर है, जिन्ने बाईपास रोड है फ्लाईओवर का, जिन्ने भी है 100% मैं क्रिएट किए। इतने आंदा सी करके सैंक्शन करके चले जाता। आ जड़ियां रोड्स है तुसी जिथे आ गोल्डन ब्रिज जब गोल्डन गेट बनाया है, याद करो उतों जो आ सड़क ते जाते होंगे सी की सी, सिंगल सड़क सी, चारों तरफ उत्थे टोए होंगे सी ते किचड़ होंदा सी, तो बुरा हाल होंदा सी। आ जिहड़ी मेन रोड जिहड़ा हुण तुसी अपना हुण पछाण नहीं आउंदी। मैं तो भुल गया, मैं क्या फोटोआं पुरानियां लिया के रखनियां चाहीदियां सारिआं नूं। पर मैनू एक्टी सच्ची पूरी उम्मीद सी, मेरे मन च आया कि जो सारा कुछ किया तो सिलेक्शन, मैं क्या मैं अंमृतसर तो एक सीट मैनू मैं खड़ के देखदा कि लोग कदर करते काम की। वो चंगा हो गया मैं नहीं खड़ा, नहीं तो मेरी भी जमानत जब्त हो जानी। बेसिकली प्रॉब्लम की है अपने च है, आप पछाण नहीं करते, मेरिट ते फैसला नहीं करते। आ जी आ गया हुण तुसीं दसो, अजकल गल चल रही है कि अकाली दल भी देख लिया, कांग्रेस भी देख लिया, हुण आप नूं वोट पा दिओ कि 5 साल होर खराब करने आप नूं वोट पा के।
ਹੁਣ ਭਗਵੰਤ ਮਾਨ ਇਹਨਾਂ ਦਾ ਪ੍ਰਧਾਨ ਹੈ, ਜੇ ਤਾਂ ਇਕੱਲੇ ਚੁਟਕਲੇ ਸੁਣ ਕੇ ਬੰਦੇ, ਕਈ ਬੰਦੇ ਤਾਂ ਹੀ ਖੁਸ਼ ਹੁੰਦੇ ਯਾਰ ਬੜਾ ਵਧੀਆ ਚੁਟਕਲੇ ਬੋਲਦਾ ਜੀ, ਬੜਾ ਵਧੀਆ ਹਸਾਉਂਦਾ ਹੈ। ਮੈਂ ਕਹਿੰਦਾ ਐਂ ਕਰੋ, ਤੁਸੀਂ ਅਕਾਲੀ ਦਲ ਨੂੰ ਵੋਟ ਪਾ ਦਿਓ, ਭਗਵੰਤ ਨੂੰ ਹਾਇਰ ਕਰ ਲਾਂਗੇ ਆਪਾਂ, ਟੀਵੀ ਦੇ ਹਰ ਹਫਤੇ ਜਾ ਕੇ ਪੂਰੇ ਪੰਜਾਬ ਨੂੰ ਇੰਟਰਟੇਨਮੈਂਟ ਕਰਿਆ ਕਰੂਗਾ। ਕਪਿਲ ਉਹ ਜਿਹੜਾ ਕਪਿਲ ਹੈਗਾ ਸ਼ੋ, ਉਹਨੂੰ ਕਿਹਾ ਕਰ ਪੱਕਾ ਆਇਆ ਕਰ ਅੰਮ੍ਰਿਤਸਰ, ਕਿਹੜਾ ਇੰਟਰਟੇਨਮੈਂਟ ਕਰਦਿਆ ਕਰੇ ਨਾ ਸਾਰਿਆਂ ਨੂੰ। ਜੇ ਨਹੀਂ, ਯੂ ਨੀਡ one man to change the destiny of the state, one man who has a passion. ਹੁਣ ਉਹ ਜੇ ਤੁਸੀਂ ਲੱਭੋਗੇ ਬੰਦਾ, ਰੈਕਗਨਾਈਜ਼ ਕਰ ਲਓਗੇ, the state will develop. ਦੁਬਈ ਤੁਹਾਡਾ ਇੱਕ ਐਗਜ਼ਾਮਪਲ ਹੈ। ਦੁਬਈ, ਉੱਥੇ ਕੋਈ ਤੇਲ ਨਹੀਂ, ਇਕੱਲਾ ਰੇਤਾ ਹੈ, ਰੇਤਾ, ਇੱਕ ਬੂੰਦ ਤੇਲ ਦੀ ਨਹੀਂ ਹੈ ਉੱਥੇ। ਰੇਤੇ ਵਿੱਚ ਇੱਕ ਬੰਦੇ ਨੇ ਰੇਤੇ ਨੂੰ ਵੇਚ ਕੇ ਅੱਜ ਡੈਸਟੀਨੇਸ਼ਨ ਕ੍ਰੀਏਟ ਕਰਤੀ। ਆਪਣੇ ਕੋਲੇ ਉਹੀ ਓਪਰਚੁਨਿਟੀ ਹੈ। ਵੀ ਕੈਨ ਡੂ ਦੈਟ ਇਨ ਪੰਜਾਬ। ਅੰਮ੍ਰਿਤਸਰ ਕੈਨ ਬਿਕਮ ਦ ਬਿਗੇਸਟ ਟੂਰਿਜ਼ਮ ਹਬ। ਅੰਮ੍ਰਿਤਸਰ ਕੈਨ ਬਿਕਮ ਦ ਬਿਗੇਸਟ ਟੂਰਿਜ਼ਮ ਹਬ। ਕੋਈ ਔਖਾ ਨਹੀਂ ਹੈ। ਮੈਂ ਤੁਹਾਨੂੰ ਅੱਜ ਦੱਸਦਾ, ਪ੍ਰਮਾਤਮਾ ਮਿਹਰ ਕਰੇ, ਸਰਕਾਰ ਆਪਣੀ ਆ ਜਾਂਦੀ ਹੈ। ਜਿਵੇਂ ਅਸੀਂ ਹੈਰੀਟੇਜ ਸਟਰੀਟ ਬਣਾਈ ਸੀ, ਉਹ ਤਾਂ ਇੱਕ ਸੈਂਪਲ ਸੀ। ਕੰਪਲੀਟ ਵਰਲਡ ਸਿਟੀ ਵਿਲ ਬੀ ਲਾਈਕ ਦੈਟ। I have such a big vision for this, and मैं कोई अमृतसर सिटी की डेवलपमेंट वास्ते मैं कोई वोट मंगन वास्ते नहीं आऊँगा। मेरा इंटरेस्ट वोट नहीं है, अब मेरी गुरु दी नगरी है, and I'm going to do it। भावें 4000 करोड़ लगे, भावें 5000 करोड़ लगे, पैसे की सरकारां कोले कमी नहीं हुंदी। 5000 करोड़ मैं अमृतसर तो ही जनरेट कर लूँगा। मैं तुहानूं अज दस देना ते इत्थे खूबसूरत बनाऊंगा। जिस दिन उस लैवल की टूरिज्म बन गई, तुसी देखो सब तो वध जे कोई कंट्री डेवलप की है वो टूरिज्म के सिर ते हुंदी है। बिगेस्ट इकनॉमिक मल्टीप्लायर इज टूरिज्म। जिहड़ा तुहाडे इत्थे बंदा आऊगा, जे एक रात रह जे एक्सट्रा, देखो कितना फर्क होगा। तुहाडे इत्थे रेस्टोरेंट जाऊगा, तुहाडे इत्थे शॉपिंग करूगा, इत्थे इकोनॉमी सर्कल डेवलप हुंदा है। मेरा टारगेट है घट को 4 दिन 5 दिन इत्थे रहे एज ए डेस्टिनेशन, एंड कोई औखा नहीं है। तो इस करके जड़ियां जड़ियां थोड़ियां मंगा है, आ तो मिनटां की गल है, 1 मिनट की गल है, सरकार बनते कोई गल हुई सुन। मैं तो अखीर च ही कहना चाहना, मैं नहीं कहता तुसीं अकाली दल नूं वोट पाओ, मैं कहना तुसीं चंगा उम्मीदवार मुख्यमंत्री दा देख के वोट पा दिओ। whom you feel you trust, who you think has the vision to change the state। आज स्टेट विच माई बाप कोई नहीं है, कोई वारिस नहीं है। इन्नी लॉ एंड ऑर्डर की सिचुएशन है, डकैतियां जिहड़े हैगे, अपना सब तो वड्डी बीमारी अज हैगी गैंगस्टर टैररिज्म की। गैंगस्टर जिन्ने इंडस्ट्रीलिस्टां नूं टैलीफोन करते हैं, पैसे ले रहे हैं, जेलों च अपने इत्थे बैठे है, खुली छुट्टी है। अब भगवानपुरिया जो सब तो वड बैठा कौन है? सुखी रंधावा का मेन बंदा है। ओदी जिहड़ी ओदा जो बाप है सुखी रंधावे ने उन्होंने चेयरमैन बनाया अपने उतों का मार्केट में। सो जो ए जे लोगों जो गैंगस्टर सारे ऑपरेट करते हैं, जे गैंगस्टर तुम खुली छुट्टी दे दो। और यूपी का अंसारी 4 साल 3 साल इत्थे रहा एज अ स्टेट गेस्ट रहा। क्यों रखा इन्होंने गैंगस्टर नूं, अंसारी नूं, जिहड़ा सब तो बड़ा गैंगस्टर है। आ जिहड़ी स्टेट कांग्रेस पार्टी है, ਇਹਦੇ ਚ ਉਹ दर्द नहीं है। तुसी एग्जाम्पल मैं ਤੁਹਾਨੂੰ वही कह रहा कि कांग्रेस जे किसी पार्टी च जे कोई पैशन है, जे कोई पैशन है तो साडे च है, क्योंकि असी जिउना मरना पंजाब वास्ते, साडे कोल पंजाब तो बाद तो कुछ है ही नहीं। जिवें तुसी अपनी इंडस्ट्री वास्ते सोचते हो, साडे वास्ते सारी इंडस्ट्री तो पंजाब ही है। ना असी यूपी जाना, ना असी दूजे सूबे जाना। आ जिहड़े हैगे दूजियां पार्टियां, इन्हां दे इंटरस्ट दूजी स्टेटां च है। सो किते भी जे 2 स्टेट का इंटरस्ट क्लैश करूगा, वो अपना स्टेट का इंटरस्ट कॉम्प्रोमाइज होगा। मैं तुहानूं इन्नी गारंटी दिना है, जिहड़ा हुंदा केजरीवाल पहली गारंटी दूजी गारंटी, मैं सुखबीर सिंह बादल गारंटी दिना है, पंजाब विच किसी हालत अमन शांति भंग नहीं होण देवांगे। किसी हालत विच भाईचारक सांझ खत्म नहीं होण देणगे।
ਆ ਪੰਜਾਬੀਆਂ ਦੀ ਸਰਕਾਰ ਹੋਊਗੀ, ਤੁਹਾਡੇ ਸਾਰਿਆਂ ਦੀ ਸਰਕਾਰ ਹੋਊਗੀ। ਕਿਸੇ ਦੀ ਹਿੰਮਤ ਨਹੀਂ ਹੋਊਗੀ ਪੰਜਾਬ ਵਿੱਚ ਟੈਰਰਿਜ਼ਮ ਫੈਲਾ ਸਕੇ ਜਾਂ ਕੋਈ ਇੱਥੇ ਦੰਗਾ ਫਸਾਦ ਕਰਾ ਸਕੇ ਜਾਂ ਕੋਈ ਲੜਾ ਸਕੇ, ਕਿਉਂਕਿ ਮੇਰੇ ਪਿਤਾ ਨੇ ਇੱਕ ਗੱਲ ਮੈਨੂੰ ਸਿਖਾਈ ਹੈ ਕਿ ਪੰਜਾਬ ਦੀ ਤਰੱਕੀ ਤਾਂ ਰਹੂਗੀ ਜੇ ਇੱਥੇ ਪੀਸ ਰਹੂਗੀ, ਤੇ ਪੀਸ ਤਾਂ ਰਹੂਗੀ ਜੇ ਇੱਥੇ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਰਹੂਗੀ। ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਆਹ ਇਹ ਗੱਲ ਹੈ, ਐਂਡ ਆਈ ਗਾਰੰਟੀ ਦੈਟ ਸਿਰ ਵੱਢਿਆ ਜਾ ਸਕਦਾ ਹੈ। ਸਾਡੇ ਵਾਸਤੇ ਆ ਕੁਰਸੀ ਕੁਛ ਚੀਜ਼ ਨਹੀਂ ਹੈ। ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਜੇਲ੍ਹ ਕੱਟੀ, ਉਹਨਾਂ 16 ਸਾਲ ਚ ਲਗਾਤਾਰ ਮੁੱਖ ਮੰਤਰੀ ਰਹਿ ਸਕਦੇ ਸੀ, ਪਰ ਨਹੀਂ, ਪਰ ਉਹ ਸੂਲ ਤੇ ਲੜੇ ਰਹੇ। ਐਂਡ ਫੇਰ ਵੀ ਮੈਂ ਹੋਰ ਵੀ ਗੱਲ ਹੈ, ਮੇਰਾ ਇੱਕੋ ਇੱਕ ਪੈਸ਼ਨ ਹੈ, ਆਈ ਵਾਂਟ ਟੂ ਕ੍ਰੀਏਟ ਅ ਸਟੇਟ ਵਿਚ ਇਜ਼ ਐਨ ਐਗਜ਼ਾਮਪਲ। ਐਂਡ ਮੈਂ ਕਨਵਿੰਸਡ ਹਾਂ you can change a state in 5 to 10 years. You can take it to a different level. And ਆਪਣੇ ਕੋਲੇ potential ਹੈ। ਪੰਜਾਬੀ ਤੋਂ ਵੱਧ ਐਂਟਰਪ੍ਰੈਨਿਓਰ ਕੋਈ ਹੋ ਹੀ ਨਹੀਂ ਸਕਦਾ। ਪਰ ਆਪਾਂ ਸਭ ਤੋਂ ਮਾੜੀ ਗੱਲ ਹੈ ਜਿਹੜੀ ਮੈਨੂੰ ਕਾਂਗਰਸ ਲੱਗੀ, ਸਭ ਤੋਂ ਵੱਧ ਬਦਨਾਮ ਪੰਜਾਬ ਨੂੰ ਕਰਨ ਵਾਲੀ ਪਾਰਟੀ ਕਾਂਗਰਸ ਹੈ। ਪਹਿਲੇ ਬਦਨਾਮ ਕੀਤਾ ਕਿ ਸਾਰਾ ਪੰਜਾਬ ਨਸ਼ੇੜੀ ਹੈ। ਜੇ ਅਖਬਾਰਾਂ 'ਚ ਕਢਾਤਾ ਰਾਹੁਲ ਗਾਂਧੀ ਨੇ 70% ਪੰਜਾਬੀ ਨਸ਼ਾ ਕਰਦੇ ਹੈ, 70% ਪੰਜਾਬੀ ਨਸ਼ਾ ਕਰਦੇ ਆ, ਤਾਂ ਮਤਲਬ ਜਿੰਨੇ ਤੁਸੀਂ ਬੈਠੇ ਹੋ 70% ਨਸ਼ਾ ਕਰਕੇ ਆਏ ਹੋ ਨਸ਼ਾ ਕਰਕੇ। ਇਹਦਾ ਮਤਲਬ ਜਿੰਨੇ ਤੁਹਾਡੇ ਬੱਚੇ ਪੜ੍ਹਦੇ ਆ ਸਕੂਲਾਂ 'ਚ, ਜਿੰਨੇ ਦੋਸਤ ਹੈ, ਇਹਦਾ ਮਤਲਬ 70% ਉਹ ਨਸ਼ਾ ਕਰਦੇ। ਐਵੇਂ ਬਦਨਾਮ ਕਰਤਾ, ਇਹ ਜਿਹਾ ਬਦਨਾਮ ਕਰਤਾ ਕਿ ਜਿੱਥੇ ਪੰਜਾਬੀ ਜਾਂਦੇ, ਅੱਛਾ ਤੁਸੀਂ ਨਸ਼ੇ। ਮੈਂ ਸਨ ਫਾਰਮਾ ਜਿਹੜੀ ਸਭ ਤੋਂ ਵੱਡੀ ਕੰਪਨੀ ਹੈ, ਮੈਂ ਉਹਨਾਂ ਨੂੰ ਪੰਜਾਬ 'ਚ ਇਨਵਾਈਟ ਕੀਤਾ। MD ਸਨ ਫਾਰਮਾ ਨੇ ਮੈਨੂੰ ਕਿਹਾ ਯਾਰ ਫੈਕਟਰੀ ਲਾਉਣ ਨੂੰ ਤਿਆਰ ਹਾਂ, ਪਰ ਮੈਨੂੰ ਮੈਨ ਪਾਵਰ ਮਿਲ ਜੂਗੀ। ਮੈਂ ਕਿਹਾ ਮੈਨ ਪਾਵਰ ਦੀ ਕੀ ਪ੍ਰੋਬਲਮ ਹੈ? ਕਹਿੰਦਾ ਮੈਨੂੰ ਪਤਾ ਲੱਗਿਆ ਸਾਰੇ 70% ਨਸ਼ੇੜੀ ਹੈ। ਹੁਣ ਆਪਾਂ ਨਾ, ਮੈਂ ਹੈਰਾਨ ਹੈ, ਕਿਸੇ ਹਰਿਆਣੇ ਦੀ ਆਪੋਜੀਸ਼ਨ ਪਾਰਟੀ ਲੈ ਲਓ, ਕਿਤੇ ਹਰਿਆਣੇ ਦੇ ਖਿਲਾਫ ਨਹੀਂ ਬੋਲੂਗੀ। ਉੱਤਰ ਪ੍ਰਦੇਸ਼ ਦੀ ਕੋਈ ਲੈ ਲਓ, ਉਹ ਆਪਣੀ ਸਟੇਟ ਦੇ ਖਿਲਾਫ ਨਹੀਂ ਬੋਲਦੇ। ਇੱਥੇ ਸਭ ਤੋਂ ਪਹਿਲੇ ਆਪਾਂ ਆਪਣੀ ਬਦਨਾਮੀ ਕਰਦੇ ਹਾਂ। ਅਸੀਂ ਸਾਡਾ ਜੀ ਖਜ਼ਾਨਾ ਖਾਲੀ ਹੈ, ਫਿਰ ਖਜ਼ਾਨਾ ਮੰਤਰੀ ਕਹਿ ਰਿਹਾ ਖਜ਼ਾਨਾ ਖਾਲੀ ਹੈ, ਤੇ ਤੁਹਾਡੇ ਕੋਲੇ ਆਊਗਾ ਕੌਣ ਇਨਵੈਸਟ ਕਰਨ ਵਾਸਤੇ? ਤੁਸੀਂ ਬੈਂਕਰ ਕੋਲੇ ਚਲੇ ਜਾਓ, ਕਹਿੰਦਾ ਜੀ ਮੇਰੇ ਤਾਂ ਦੀਵਾਨੀ ਪੈਸਾ ਹੈ ਨਹੀਂ ਮੇਰੇ ਕੋਲੇ, ਤੇ ਮੈਨੂੰ ਕਰੋੜ ਰੁਪਇਆ ਦੇ ਦਿਓ, ਤੁਹਾਨੂੰ ਬਾਹਰ ਕੱਢੂਗਾ ਬੈਂਕ ਤੋਂ ਬਾਹਰ। ਕਹਿੰਦਾ ਦੀਵਾਨੀ ਹੈ ਨਹੀਂ ਤਾਂ ਤੂੰ ਸਾਨੂੰ ਕਰੋੜ ਕੀ ਕਹਿੰਦਾ? ਤੁਸੀਂ ਪੰਜਾਬ ਸਟੇਟ ਨੂੰ ਬਾਰ-ਬਾਰ ਕਹੀ ਜਾਣਾ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਤੇ ਕੌਣ ਇਨਵੈਸਟ ਕਰੂਗਾ ਤੁਹਾਡੀ ਸਟੇਟ 'ਚ? ਕੌਣ ਡਿਵੈਲਪ ਕਰੂਗਾ? ਕੌਣ ਟਰਸਟ ਕਰੂਗਾ ਤੁਹਾਨੂੰ, ਤੁਹਾਡੀ ਸਟੇਟ ਨੂੰ? ਤੁਸੀਂ ਮੇਰਾ ਕਿਤੇ ਬਿਆਨ ਸੁਣ ਲਓ, ਕਿਤੇ ਨਹੀਂ ਮੈਂ ਕਿਹਾ ਪੰਜਾਬ ਦੇ ਖਜ਼ਾਨਾ ਖਾਲੀ ਹੋ ਹੀ ਨਹੀਂ ਸਕਦਾ। ਪੰਜਾਬ ਇੱਕ ਇਹੋ ਜਿਹਾ ਸਟੇਟ ਹੈ ਜਿਹਨੇ ਅੱਜ ਤੱਕ ਕਿਸੇ ਆਪਣੇ ਓਬਲੀਗੇਸ਼ਨ, ਜਿਹੜੇ ਸਟੈਚੂਰੀ ਓਬਲੀਗੇਸ਼ਨ ਡਿਫਾਲਟ ਨਹੀਂ ਕੀਤਾ। ਕਰਜ਼ਾ ਕੋਈ ਮਾੜੀ ਗੱਲ ਨਹੀਂ ਹੈ। ਸਭ ਤੋਂ ਵੱਧ ਕਰਜ਼ਾ ਹਿੰਦੁਸਤਾਨ 'ਚ ਪਹਿਲੇ ਅੰਬਾਨੀ ਦੇ ਸਿਰ 'ਚ ਹੁਣ ਲਾਇਆ ਉਹਨੇ, ਨਹੀਂ ਤਾਂ ਇਹਦਾ ਮਤਲਬ ਨੰਗ ਹੈ। ਆਪਣਾ ਜਿਹੜਾ ਡੈਟ ਸੀ, ਡੈਟ ਟੂ ਇਕੁਇਟੀ, GSDP ਡੈਟ ਨਾਲ ਜੋ ਕੰਪੇਅਰ ਹੁੰਦਾ ਹੈ। ਜਦੋਂ ਸਾਡੀ ਕੈਪਟਨ ਸਾਹਿਬ ਦੀ ਸਰਕਾਰ ਦੇ ਬਾਅਦ ਸਾਡੀ ਸਰਕਾਰ ਆਈ, ਉਦੋਂ ਡੈਟ ਟੂ GSDP 47% ਸੀ ਆਪਣਾ ਡੈਟ ਟੂ GSDP। ਅਸੀਂ ਉਹਨੂੰ 33% ਤੇ ਲੈ ਆਏ, ਹੁਣ ਫਿਰ ਤੋਂ ਉੱਤੇ ਚਲਾ ਗਿਆ। ਪਰ ਗਵਰਨਮੈਂਟ ਆਫ ਇੰਡੀਆ ਦਾ ਡੈਟ ਟੂ GSDP 70% ਹੈ। ਆਪਾਂ ਪੰਜਾਬ ਨੂੰ ਨੰਗ ਕਰੀਏ ਤਾਂ ਮੈਂ ਦੇਸ਼ ਵੀ ਨੰਗ ਹੈ। ਤੇ ਅਮਰੀਕਾ ਦਾ ਡੈਟ ਤੁਸੀਂ ਅੱਜ ਗੂਗਲ ਕਰਕੇ ਦੇਖ ਲਓ, ਅਮਰੀਕਾ ਦਾ ਡੈਟ ਟੂ ਅਮਰੀਕਨ GDP 98% ਹੈ। ਸਾਰਾ ਅਮਰੀਕਾ ਗਿਰਵੀ, ਦੱਸੋ ਕਿਹੜੇ ਕੰਟਰੀ ਦੇ ਸਾਰਾ ਗਿਰਵੀ? ਅਮਰੀਕਾ, ਚਾਈਨਾ ਦੇ ਕੋਲੇ ਗਿਰਵੀ ਪਿਆ ਅਮਰੀਕਾ। ਸਾਰਾ ਡੈਟ ਕੰਟਰੋਲ ਅਮਰੀਕਾ ਦਾ ਚਾਈਨਾ ਕਰ ਰਿਹਾ। ਆਪਾਂ ਬੇਸਿਕਲੀ ਕੀ ਹੈ, ਆਪਣੇ 'ਚ ਗੱਲ ਆ ਗਈ, ਬਦਨਾਮ ਕਰੀ ਚਲੋ, ਆਂਢੀ ਗੁਆਂਢੀ ਨੂੰ ਬਦਨਾਮ ਕਰੀ ਚਲੋ। ਹੁਣ ਜੋ ਆਪਣੀ ਸਟੇਟ ਦੀ ਸਪਿਰਿਟ ਹੈ, ਜਿਵੇਂ ਨੈਸ਼ਨਲ ਸਪਿਰਿਟ ਚਾਹੀਦੀ ਹੈ, ਉਵੇਂ ਆਪਾਂ ਨੂੰ ਪੰਜਾਬ ਦੀ ਸਪਿਰਿਟ ਚਾਹੀਦੀ ਹੈ। ਅਸੀਂ ਪੰਜਾਬੀ ਹਾਂ, ਪ੍ਰਾਊਡ ਟੂ ਬੀ ਪੰਜਾਬੀ। ਸੋ ਇਸ ਕਰਕੇ ਵੀ ਨੀਡ ਅ ਪੋਜ਼ਿਟਿਵ ਥਿੰਕਿੰਗ ਮੈਨ, ਨਾਟ ਅ ਨੈਗੇਟਿਵ ਥਿੰਕਿੰਗ ਮੈਨ। ਜੇ ਪੋਜ਼ਿਟਿਵ, ਤੇ ਰੱਬ ਵੀ ਤੁਸੀਂ ਦੇਖ ਲਓ, ਤੁਹਾਡਾ ਜੇ ਕੋਈ ਕੰਜੂਸ ਦੋਸਤ ਹੋਊਗਾ ਨਾ, ਰੱਬ ਉਹਨੂੰ ਕੁਝ ਦਿੰਦਾ ਹੀ ਨਹੀਂ।
ਜਿਹੜਾ ਕੋਈ ਖਰਚਦਾ ਚੰਗਾ ਨਾ ਰੱਬ ਹੋਰ ਦੇਈ ਜਾਂਦਾ, ਵਿਚਾਰਾ ਖਰਚਦਾ ਬਹੁਤ ਹੈ, ਇਸ ਕਰਕੇ ਹੋਰ ਦੇਈ ਚੱਲੋ। ਸੋ ਇਸ ਕਰਕੇ ਜਿੰਨਾ ਤੁਸੀਂ ਡਿਵੈਲਪਮੈਂਟ ਮੈਂ ਦੇਖਿਆ, ਜਿੰਨਾ ਮੈਨੂੰ ਕਿਤੇ ਪੈਸੇ ਦੀ ਲੋੜ ਨਹੀਂ ਪਈ ਪੰਜਾਬ ਸਰਕਾਰ ਦੇ, ਕਿਉਂਕਿ ਜਿਵੇਂ ਖਰਚੀ ਜਾਂਦਾ ਸੀ ਉਹ ਆਈ ਜਾਂਦਾ ਸੀ, ਅਸੀਂ ਨਾਲ ਦੇ ਨਾਲ ਡਿਵੈਲਪ ਜਨਰੇਟ ਕਰੀ ਜਾਂਦੇ ਸੀ। ਤੋ ਮੈਂ ਜ਼ਿਆਦਾ ਸਮਝ ਲੈਣਾ ਕਿ ਅੱਜ ਤਾਂ ਮੇਰੇ ਬਾਅਦ ਮੈਂ ਜਲੰਧਰ ਵੀ ਜਾਣਾ, ਮੇਰੇ ਪ੍ਰੋਗਰਾਮ ਹੈ। ਮੈਂ ਜੋਸ਼ੀ ਜੀ, ਸਾਡੀ ਟੀਮ ਹੈ ਸਾਰਿਆਂ ਦੀ, ਮੈਂ ਇੰਨਾ ਕਹਿਣਾ ਚਾਹਣਾ, ਅੰਮ੍ਰਿਤਸਰ ਦੀ ਤੁਹਾਡੇ ਕੋਲ ਵਧੀਆ ਔਰ ਟੀਮ ਹੈਗੀ, ਆਪਣਾ ਸਾਰੇ ਬੈਠੇ, ਆਪਣਾ ਨਾ ਰੰਧਾਵਾ ਸਾਹਿਬ ਤੇ ਆਪਣੇ ਤਲਵੀਰ ਜੀ ਤੇ ਜੋਸ਼ੀ ਜੀ ਹੋ ਗਏ, ਹੋਰ ਕਿਹੜੇ ਰਹਿ ਗਏ ਆਪਣੇ? 4 ਹੀ ਸੀਟ ਨੇ। ਅੱਛਾ, ਡਾਕਟਰ ਸਾਹਿਬ ਆਏ ਨਹੀਂ, ਪਰ ਤੁਹਾਨੂੰ ਮੈਂ ਇੱਕ ਗੱਲ ਕਰਨਾ, ਫਿਊਚਰ ਤੁਹਾਡੇ ਹੱਥ ਹੈ, ਫਿਊਚਰ ਤੁਹਾਡੇ ਹੱਥ ਹੈ, ਤੁਹਾਡੀ ਡਿਸੀਜਨ ਮੇਕਿੰਗ ਹੈ। ਅਖੀਰ ਵਿੱਚ ਮੈਨੂੰ ਜੋਸ਼ੀ ਜੀ ਕਹਿੰਦੇ ਬਿਜਲੀ ਬਾਰੇ, ਮੈਂ ਬਿਜਲੀ ਬਾਰੇ ਮੈਂ ਤੁਹਾਨੂੰ ਇੱਕ ਕਲੀਅਰ ਗੱਲ ਕਹਿਣਾ ਚਾਹਣਾ, ਜਿੰਨੇ ਫੋਕਲ ਪੁਆਇੰਟ ਹੈ ਅੱਜ, ਜਿੰਨੇ ਫੋਕਲ ਪੁਆਇੰਟ ਹੈ, ਆਈ ਵਾਸ ਟੈਲਿੰਗ ਹਿਮ ਵੀ ਵਿਲ ਡਿਵੈਲਪ ਇਟ ਟੂ ਦਿਸ ਥਿੰਗ, ਕਿਉਂਕਿ ਫੋਕਲ ਪੁਆਇੰਟ ਇੱਕ ਫੇਸ ਹੈ ਇੰਡਸਟਰੀ ਦਾ। ਦੂਜੀ ਗੱਲ ਜਿਹੜੀ ਪਾਵਰ ਹੈ, ਯਾਰ ਇੱਕ ਮਿੰਟ ਬੰਦ ਕਰੋ, ਫਿਰ ਮੈਂ ਤੈਨੂੰ ਆਹ ਫੋਟੋਆਂ ਬਾਅਦ ਚ ਹੋ ਜਾਣਗੀਆਂ। ਇੱਕ ਤੁਹਾਨੂੰ ਮੈਂ ਬੜੀ ਕੰਮ ਦੀ ਗੱਲ ਦੱਸਣ ਲੱਗਿਆ, 12,000 ਕਰੋੜ ਰੁਪਇਆ ਆਪਾਂ ਹਰ ਸਾਲ ਪੰਜਾਬ ਦੇ ਖਜ਼ਾਨੇ ਤੋਂ ਬਿਜਲੀ ਮਹਿਕਮੇ ਨੂੰ ਦਿੰਨੇ ਆ। ਕਿਉਂ ਦਿੰਨੇ ਆ? ਕਿਉਂਕਿ ਅਸੀਂ ਸਬਸਿਡੀ ਦਿੰਨੇ ਆ। 1500 ਕਰੋੜ ਰੁਪਇਆ ਮੈਨੂੰ ਲੱਗਦਾ ਇੰਡਸਟਰੀ ਸਬਸਿਡੀ ਹੈ, SCBC ਨੂੰ 200 ਯੂਨਿਟ ਦਿੱਤੇ ਆ, 2000 ਕਰੋੜ ਹੈ, ਟਿਊਬਲਾਂ ਦਾ 6000 ਕਰੋੜ ਹੈ, ਟੋਟਲ ਮਿਲਾ ਕੇ 12,000 ਕਰੋੜ ਰੁਪਇਆ। ਉਹ ਜਿਹੜਾ ਪੈਸਾ ਹੈ ਹਰ ਸਾਲ ਖਜ਼ਾਨੇ ਤੋਂ ਨਿਕਲਦਾ ਹੈ, ਬਿਜਲੀ ਮਹਿਕਮੇ ਚਲੇ ਜਾਂਦਾ ਹੈ, ਕੋਈ ਐਸੈਟ ਨਹੀਂ ਕ੍ਰੀਏਟ ਹੁੰਦਾ, ਸਾਰਾ ਬਰਨ ਹੋ ਜਾਂਦਾ ਹੈ। ਅੱਜ ਤੋਂ ਤੁਸੀਂ 15 ਸਾਲ ਤੋਂ ਦੇਖ ਲਓ, 20 ਸਾਲ ਤੋਂ ਦੇਖੋ ਕਿੰਨੇ 2 ਲੱਖ 3 ਲੱਖ ਕਰੋੜ ਗਿਆ। ਮੈਂ ਇੱਕ ਦਿਨ ਸੋਚ ਰਿਹਾ ਸੀ, ਮੈਂ ਕਿਹਾ ਇਹਦਾ ਇਲਾਜ ਕੀ ਹੈ? ਫਿਰ ਮੈਂ ਬੈਠੇ ਬੈਠੇ ਇੱਕ ਇਲਾਜ ਲੱਭਿਆ ਜਿਹੜਾ ਮੈਂ ਇੰਪਲੀਮੈਂਟ ਕਰਨਾ ਹੈ। ਇਹਦਾ ਬਹੁਤ ਸੌਖਾ ਇਲਾਜ ਹੈ। 10,000 ਮੈਗਾਵਾਟ ਦਾ ਅਸੀਂ ਸੋਲਰ ਪਲਾਂਟ ਪੰਜਾਬ ਸਰਕਾਰ ਲਾਏਗੀ, ਪੀਡਾ। ਅਸੀਂ ਬਿਜਲੀ ਮਹਿਕਮੇ ਨੂੰ ਪੈਸਾ ਨਹੀਂ ਦੇਵਾਂਗੇ, ਅਸੀਂ ਬਿਜਲੀ ਦੇਵਾਂਗੇ। 10,000 ਮੈਗਾਵਾਟ ਜਿਹੜੇ ਪਾਵਰ ਪਲਾਂਟ ਹੈ, ਉਹਦੀ ਕਾਸਟ ਹੈ 25,000 ਕਰੋੜ ਰੁਪਇਆ। ਮਤਲਬ 2 ਸਾਲ ਦੀ ਸਬਸਿਡੀ, ਖਲੇ 2 ਸਾਲ ਦੀ ਸਬਸਿਡੀ। ਉਹਦੇ ਬਾਅਦ ਤੁਹਾਡੇ ਕੋਲੇ 12,000 ਕਰੋੜ ਰੁਪਇਆ ਸਟੇਟ ਦੀ ਡਿਵੈਲਪਮੈਂਟ ਵਾਸਤੇ ਬਚਦਾ ਹੈ। ਪਹਿਲੇ 2 ਸਾਲ ਉਹ ਵੀ ਦੇਣ ਦੀ ਲੋੜ ਨਹੀਂ, ਤੁਹਾਨੂੰ 10% ਦੇ ਕੇ ਬਾਕੀ ਇੰਟਰਨੈਸ਼ਨਲ ਫੰਡਿੰਗ ਨਾਲ ਤੁਹਾਨੂੰ ਕੱਲਾ 2,000 ਕਰੋੜ ਵੀ ਲੱਗਣਾ ਸੀ। ਕੈਲਕੂਲੇਟ ਕੀਤਾ 2,000 ਕਰੋੜ ਅਸੀਂ ਦੇਵਾਂਗੇ ਤੇ 10,000 ਕਰੋੜ ਬਚਾਇਆ ਕਰਾਂਗੇ। ਉਵੇਂ ਹੀ ਮੈਂ ਫੈਸਲਾ ਕੀਤਾ ਕਿ ਇੰਡਸਟਰੀ ਨੂੰ ਤੁਸੀਂ ਕਹਿੰਦੇ ਨੇ ਕਿਤੇ 5 ਰੁਪਏ ਦੇ ਦਿਓ, ਕਿਤੇ ਘਟਾ ਲਿਓ। ਮੈਂ ਕਿਹਾ ਬਿਮਾਰੀ ਕੱਢ ਦਿਓ। ਹਰ ਫੋਕਲ ਪੁਆਇੰਟ ਨੂੰ ਅਸੀਂ ਇੱਕ 1 ਯੂਨਿਟ ਟ੍ਰੀਟ ਕਰਾਂਗੇ। ਹਰ ਫੋਕਲ, ਮੈਂ ਚਾਹੁੰਦਾ ਹਰ ਫੋਕਲ ਪੁਆਇੰਟ ਆਪਣਾ ਇੱਕ ਸੋਲਰ ਪਲਾਂਟ ਲਾ ਦੇ। ਵੀ ਵਿਲ ਆਲਸੋ ਕੰਟਰੀਬਿਊਟ, ਤੁਸੀਂ ਆਲਸੋ। ਜਿਹੜੇ ਤੁਹਾਡੇ ਬਿੱਲ ਹੈ, ਤੁਹਾਡੇ ਬਿੱਲ 4 ਸਾਲ ਦੇ ਬਿੱਲ ਦੇ ਅੰਦਰ ਅੰਦਰ ਤੁਹਾਡਾ ਸਾਰਾ ਫ੍ਰੀ ਹੋ ਜਾਣਾ ਹੈ। 4 ਸਾਲ ਦੇ ਬਾਅਦ 20 ਸਾਲ ਜ਼ੀਰੋ ਬਿੱਲ, ਜ਼ੀਰੋ ਜਿਹੜਾ ਹੈਗਾ। ਤੁਸੀਂ ਜੇ ਘਰੇ ਬਹਿ ਕੇ ਤੁਸੀਂ ਕਾਗਜ਼ ਪੈਨਸਿਲ ਕੈਲਕੂਲੇਟ ਕਰ ਲਓ, ਯੂ ਰਿਅਲਾਈਜ਼ ਦੈਟ ਇੱਕ ਤੁਹਾਡੀ ਆਪਣੀ ਫੋਕਲ ਪੁਆਇੰਟ ਦੀ ਇਨਵੈਸਟਮੈਂਟ ਹੋ ਜੂਗੀ। ਯੂ ਕੈਨ ਬੀ ਦਿਸ ਥਿੰਗ ਜਿਹੜਾ ਹੈਗਾ। ਪਲੱਸ ਮੈਂ ਉਹ ਗਾਰੰਟੀ ਤੁਹਾਨੂੰ ਇੰਨੀ ਦਿੱਤੀ ਹੈ ਕਿ 5 ਰੁਪਏ ਜਿਹੜੇ ਫੋਕਲ ਪੁਆਇੰਟ ਨਹੀਂ ਲਾਉਣਾ, 5 ਰੁਪਏ ਤੁਹਾਡੇ ਕੋਲੇ ਨੈਟ ਆਊਗਾ ਬਿਜਲੀ। ਉਹਦੇ ਵਾਸਤੇ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਹਦੇ ਤੁਸੀਂ ਮੇਰਾ ਜਿਹੜਾ ਮੈਂ ਤੁਹਾਨੂੰ ਫਸਟ ਸਕੀਮ ਬਹੁਤ ਆਪਸ਼ਨਸ ਮੈਂ ਦੇਣੀਆਂ। ਜੇ ਬੰਦਾ ਪਹਿਲੇ ਕਰੂਗਾ ਤੁਸੀਂ 5 ਰੁਪਏ ਜਗ੍ਹਾ 5 ਰੁਪਏ ਤਾਂ ਤੁਹਾਨੂੰ 20-25 ਸਾਲ ਦੇਣੇ ਪੈਣੇ ਆ। ਇੱਥੇ ਇਕੱਲੇ ਬਿੱਲ ਦੇ ਵਿੱਚ ਆਫਟਰ 3 ਇਅਰਸ or 4 ਇਅਰਸ 0 ਰੁਪੀਸ ਬਿੱਲ ਫॉर 20 ਇਅਰਸ। ਸੋ ਇਸ ਕਰਕੇ ਕਈ ਸੋਲੂਸ਼ਨਸ ਮੈਂ ਮੇਰੇ ਮਨ 'ਚ ਹੈਗੇ ਜਿਹੜੇ ਕੱਢਣੇ ਆ, ਐਂਡ ਇਟਸ ਪੋਸੀਬਲ। ਜਿਹੜੇ ਮੈਂ ਪ੍ਰੈਕਟੀਕਲ ਕਰਕੇ ਆ ਜਿਹੜੀਆਂ ਚੀਜ਼ਾਂ ਕੀਤੀਆਂ ਮੈਂ ਪ੍ਰੈਕਟੀਕਲ ਕਰਕੇ ਦੱਸਿਆ ਕੀਤਾ। ਸੋ ਮੈਂ ਜ਼ਿਆਦਾ ਸਮਾਂ ਲੈਂਦਾ ਹੋਇਆ ਮੈਂ ਇਹ ਕਹਿਣਾ ਚਾਹੁੰਦਾ, future is not in my hand, future is in your hands. If you make right decisions, your future is good. ਜੇ bad decision ਹੈ ਫਿਰ ਆਪਾਂ ਇਕੱਠੇ ਭੁਗਤਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।